तो देखो जो पैसेज नंबर 1 ਆਪਣੇ ਕੋਲ ਹੈਗਾ ਜਿਹਦਾ ਨਾਮ ਹੈਗਾ ਜੀ ਫੂਡ ਫॉर ਥॉट। ਮੈਂ ਜ਼ੂਮ ਆਊਟ ਕੀਤਾ ਹੋਇਆ ਵਾ ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਜੀ 7 ਹੈਡਿੰਗਸ ਦੇਖਾਂਗੇ ਆਪਾਂ ਇਹਦੇ ਵਿੱਚੋਂ। ਬਲੈਂਕਸ ਇਹਦੀਆਂ ਬਹੁਤ ਜ਼ਿਆਦਾ ਸੌਖੀਆਂ ਵਾ ਜਮਾਂ ਹੀ, ਤਾਂ ਕਰਕੇ ਮੈਂ ਛੱਡੀਆਂ ਵਾ। ਫਿਰ ਆਪਾਂ ਸੈਕਿੰਡ ਪੈਸੇਜ ਚੱਕਾਂਗੇ ਜਿਹਦੇ ਵਿੱਚੋਂ ਫਿਰ ਹੈਡਿੰਗ ਕਰਾਂਗੇ, ਫਿਰ ਆਪਾਂ ਜਾਨੀ ਕਿ ਟਰੂ ਫਾਲਸ ਕਰਾਂਗੇ ਉਹਦੇ ਵਿੱਚ। ਸੋ ਧਿਆਨ ਨਾਲ ਦੇਖਦੇ ਹਾਂ ਜੀ ਆਪਣੇ ਕੋਲੇ ਯਾਨੀ ਕਿ 1 ਤੋਂ ਲੈ ਕੇ 7 ਤੱਕ ਆਪਣੇ ਕੋਲੇ ਹੈਡਿੰਗਸ ਆ ਜੀ। ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਕਿੱਦਾਂ ਕਿੱਦਾਂ ਯਾਨੀ ਕਿ ਲੈਵਲ ਆ, ਕਿਵੇਂ ਕਿਵੇਂ ਡਿਜ਼ਾਈਨਿੰਗ ਕੀਤੀ ਹੈ। ਦੇਖੋ ਹੈਡਿੰਗ ਦੇ ਵਿੱਚੋਂ ਕੀ ਹੁੰਦਾ ਜੀ, ਸਭ ਤੋਂ ਪਹਿਲਾਂ ਤੁਸੀਂ ਟੌਪਿਕ ਸੈਂਟੈਂਸ ਪੜ੍ਹਦੇ ਹੋ। ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਪੈਰੇ ਦੀ ਸਟਾਰਟਿੰਗ ਪੜ੍ਹਦੇ ਹੋ, ਮੰਨ ਕੇ ਚੱਲੋ ਜੀ। ਜੇ ਤੁਹਾਨੂੰ ਸਟਾਰਟਿੰਗ ਤੋਂ ਕੋਈ ਨਹੀਂ ਮਿਲਦਾ ਫਿਰ ਆਪਾਂ ਉਹਨੂੰ ਗਾਂ ਰੀਡ ਕਰਦੇ ਹਾਂ। ਤੇ ਸਭ ਤੋਂ ਟਫ ਡਿਜ਼ਾਈਨਿੰਗ ਕਿਹੜੀ ਹੁੰਦੀ ਹੈ, ਜਦੋਂ ਆਪਾਂ ਨੂੰ ਸਮਰੀ ਜੀ ਸਮਝ ਨਹੀਂ ਪਵੇ ਕਿਸੇ ਦੀ। ਜਾ ਕੇ ਦੇਖਦੇ ਹਾਂ ਜੀ ਆਪਾਂ ਨੂੰ ਕਰਕੇ ਪਤਾ ਲੱਗੂਗਾ ਇੱਕ ਵਾਰੀ। ਦੇਖੋ ਇਹਦੇ ਵਿੱਚ ਕੀ ਹੈ ਕਿ ਮਿਕਸਚਰ ਹੈ ਜੀ ਸਾਰਾ। ਹੁਣ ਜਦੋਂ GT ਵਾਲੇ ਦੇਖੋ ਤਾਂ ਪੈਰੇ ਹੁੰਦੇ ਛੋਟੇ ਛੋਟੇ, ਜਿਵੇਂ ਸਭ ਤੋਂ ਪਹਿਲਾ ਪੈਰਾਗ੍ਰਾਫ ਆ। ਤੇ ਜਿਵੇਂ ਜਿਵੇਂ ਤੁਸੀਂ ਗਾਂਹ ਵੱਧਦੇ ਜਾਓਗੇ ਤਾਂ ਤੁਹਾਡੇ ਜੋ ਪੈਰਾਗ੍ਰਾਫ ਦੀ ਜੋ ਲੈਂਥ ਆ ਉਹ ਜ਼ਿਆਦਾ ਹੁੰਦੀ ਜਾਣੀ, ਜਿੱਦਾਂ ਜਿੱਦਾਂ ਤੁਸੀਂ ਗਾਂਹ ਵੱਧਦੇ ਜਾਓਗੇ। ਹਾਂਜੀ, ਤੁਹਾਨੂੰ ਪਹਿਲੇ ਨੰਬਰ ਵਾਲਾ ਸਭ ਤੋਂ ਛੋਟਾ ਜਿਹਾ ਜੀ, ਜਿਵੇਂ ਜਾਨੀ ਕਿ GT ਵਾਲਿਆਂ ਦਾ ਪੈਸੇਜ ਹੁੰਦਾ ਵਾ ਇੱਕ ਨਿੱਕਾ ਜਿਹਾ, ਤਾਂ ਮੈਨੂੰ ਲੱਗਦਾ ਜਾਨੀ ਕਿ ਗਲਤ ਹੋਣਾ ਚਾਹੀਦਾ ਕਿਸੇ ਦਾ। ਆਪਾਂ ਪੜ੍ਹਦੇ ਹਾਂ, ਤੁਹਾਡੇ ਤੋਂ ਵੀ ਨਾਲ ਨਾਲ ਪੁੱਛੂੰਗਾ ਮੈਂ ਕੀ ਕਹਿੰਦੇ ਜੀ। ਕਹਿੰਦੇ ਨੇ ਕਿ देयर इज नॉट इनफ, ਕਹਿੰਦੇ ਇੱਥੇ ਕਾਫੀ ਜ਼ਿਆਦਾ ਕਲਾਸਰੂਮਸ ਨਹੀਂ ਹੈਗੇ। ਕਹਿੰਦੇ ਜੀ ਹਾਂਜੀ, ਕਿੱਥੇ ਕਹਿ ਰਹੇ ਆ ਜੀ, ਕਿਸੇ ਸਕੂਲ ਦੀ ਗੱਲ ਕਰ ਰਿਹਾ ਜੀ, ਕੋਈ ਪ੍ਰਾਇਮਰੀ ਸਕੂਲ ਆ ਜੀ, ਆ ਨਾਮ ਲਿਖਿਆ ਪਿਆ ਜੀ ਉਹਦਾ। ਕਹਿੰਦੇ ਜੀ ਇਹਦੇ ਵਿੱਚ ਕਾਫੀ ਜ਼ਿਆਦਾ ਕਲਾਸਰੂਮਸ ਨਹੀਂ ਹੈਗੇ। ਸੋ ਤਾਂ ਕਰਕੇ ਕਹਿੰਦੇ ਹਾਫ ਆਫ ਦਾ ਲੈਸਨ ਜਿਹੜੇ ਹੈਗੇ ਆ ਟੇਕ ਪਲੇਸ ਦਾ ਮਤਲਬ ਹੁੰਦਾ ਜੀ ਕੰਡਕਟ ਕਰਨਾ। ਸੋ ਜਿਹੜੇ ਲੈਸਨ ਕੰਡਕਟ, ਲੈਸਨ ਦਾ ਮੀਨਿੰਗ ਇੱਥੇ ਕਲਾਸਿਸ ਹੋ ਗਈਆਂ ਜੀ। ਜਿਹੜੀਆਂ ਫਿਰ ਕਹਿੰਦੇ ਕਲਾਸਿਸ ਕੰਡਕਟਡ ਕੀਤੀਆਂ ਜਾਂਦੀਆਂ, ਉਹ ਕਿੱਥੇ ਕੀਤੀਆਂ ਜਾਂਦੀਆਂ, ਛਾਂ ਦੇ ਹੇਠ। ਛਾਂ ਕਿਹਦੀ ਜੀ, ਕੋਈ ਨਾ ਕੋਈ ਟਰੀ ਹੈ ਜੀ। ਕਹਿੰਦੇ ਕਹਿਣ ਦਾ ਮਤਲਬ ਕੀ ਹੈ ਜੀ, ਕਹਿੰਦੇ ਵੀ ਸਕੂਲ ਦੇ ਵਿੱਚ ਜ਼ਿਆਦਾਤਰ ਕਲਾਸਰੂਮ ਹੈ ਨਹੀਂਗੇ, ਤਾਂ ਕਰਕੇ ਜਿਹੜੇ ਹਾਫ ਆਫ ਦਾ ਲੈਸਨਸ ਹੈਗੇ ਆ ਉਹ ਟਰੀ ਦੀ ਸ਼ੇਡੋ ਨੀਚੇ ਲਾਈਆਂ ਜਾਂਦੀਆਂ। ਗਿਵਨ ਦਿਸ ਸ਼ਾਰਟੇਜ, ਹਾਂਜੀ ਇਹ ਸ਼ਾਰਟੇਜ ਦੇ ਕਰਕੇ। ਦੇਖੋ ਗਿਵਨ ਦਿਸ, ਆ ਸਟਰਕਚਰ ਦਾ ਮੀਨਿੰਗ ਤੁਸੀਂ ਸਮਝੋ, ਬਿਕੋਜ਼ ਆਫ ਦਿਸ ਕਹਿਣਗੇ ਸ਼ਾਰਟੇਜ, ਇਹਦਾ ਮੀਨਿੰਗ ਆ ਹਾਂਜੀ ਬਿਕੋਜ਼ ਆਫ ਦਿਸ ਸ਼ਾਰਟੇਜ। ਕਹਿੰਦੇ ਜੀ ਕਿੱਦਾਂ ਲੱਗਦਾ ਵਾ, ਕਹਿੰਦੇ ਹੋਰ ਹੀ ਇੱਕ ਗੱਲ ਕਹਿੰਦੇ ਹੋਰ ਹੀ ਲੱਗਦੀ ਹੈ। ਇਹਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਹੋਵੇ ਨੋਟ ਕਾਮਨ, ਜਿਹੜੀ ਚੀਜ਼ ਹੋਰ ਹੀ ਲੱਗਦੀ ਹੋਵੇ, ਕਾਮਨ ਨਾ ਹੋਵੇ, ਤਾਂ ਇਹਦੇ ਲਈ 2 ਵਰਡ ਲੱਗਦੇ, ਜਾਂ ਤਾਂ ਕਿ ਲੁਕਸ ਔਡ ਜਾਂ ਸੀਮ ਔਡ। ਜਿੱਥੇ ਵੀ ਇਹ ਵਰਡ ਲੱਗੇ ਪਏ ਹੋਣ ਇਹਦਾ ਮਤਲਬ ਹੁੰਦਾ ਕਿ ਕੋਈ ਚੀਜ਼ ਹੋਰ ਹੀ ਲੱਗਦੀ ਹੈ ਜੀ। ਕਹਿੰਦੇ ਕੀ, that one of the school's purpose built classroom has been, ਕਹਿੰਦੇ ਜਿਹੜਾ ਜੋ ਕਹਿੰਦੇ ਸਕੂਲ ਦਾ ਪਰਪਸ ਬਿਲਟ ਕਲਾਸਰੂਮ ਸੀਗੀਆਂ, ਹੁਣ ਉਹ ਕੀ ਹੋ ਚੁੱਕੀਆਂ ਜੀ, ਬੱਚਿਆਂ ਨੂੰ ਖਾਲੀ ਕਰ ਚੁੱਕੀਆਂ ਵਾ। ਆਹ ਵਰਡ ਕਿੱਥੋਂ ਪਿਆ ਹੋ ਸਕਦਾ ਵਾ, ਯਾਨੀ ਕਿ ਆਹ ਵਾਲੇ ਵਰਡ। ਕਹਿੰਦੇ ਇੱਕ ਚੀਜ਼ ਹੋਰ ਹੀ ਲੱਗਦੀ ਹੈ ਕਿ ਜਿਹੜੀਆਂ ਸਕੂਲ ਦੀਆਂ ਪਰਪਸ ਬਿਲਟ ਕਲਾਸਰੂਮ ਸੀਗੇ, ਹੁਣ ਬੱਚਿਆਂ ਨੂੰ ਖਾਲੀ ਕਰ ਚੁੱਕੇ ਆ ਤੇ ਟਰਨਡ ਇਨਟੂ ਕਿਹੜੀ ਚੀਜ਼ ਵਿੱਚ ਬਦਲ ਚੁੱਕਿਆ, ਸਟੋਰ ਰੂਮ ਦੇ ਵਿੱਚ ਬਦਲ ਚੁੱਕਿਆ, ਫॉर ਸੈਕਸ ਆਫ ਗ੍ਰੇਡ। ਹੁਣ ਮੈਨੂੰ ਪਤਾ ਲੱਗ ਗਿਆ ਇਹ ਸਕੂਲ ਦੇ ਵਿੱਚ ਕਲਾਸਰੂਮ ਦੀ ਯਾਨੀ ਕਿ ਕਮੀ ਆ, ਤੇ ਕੀ ਕਰਦੇ ਆ, ਬੱਚਿਆਂ ਨੂੰ ਟਰੀ ਦੇ ਨੀਚੇ ਯਾਨੀ ਕਿ ਬਿਠਾ ਕੇ ਪੜ੍ਹਾ ਦਿੰਦੇ ਆ, ਤੇ ਕਲਾਸਰੂਮ ਨੂੰ ਸਟੋਰ ਰੂਮ ਬਣਾ ਲਿਆ ਇਹਨਾਂ ਨੇ ਜੀ। ਉੱਥੇ ਕੀ ਰੱਖ ਦਿੰਦੇ ਆ, ਗ੍ਰੇਨ ਦਾ ਮਤਲਬ ਫੂਡ, ਜੋ ਆ ਯਾਨੀ ਕਿ ਨਾਜ ਦਾਣਾ ਹੁੰਦਾ, ਜੋ ਵੀ ਆ। ਸੈਕਸ ਹੁੰਦੀਆਂ ਬੋਰੀਆਂ, ਫੂਡ ਦੀਆਂ ਬੋਰੀਆਂ ਕਹਿੰਦੇ ਉੱਥੇ ਰੱਖ ਦਿੰਦੇ ਆ ਜੀ। ਹੁਣ ਕਲਾਸਰੂਮ ਦੇ ਵਿੱਚੋਂ ਬੱਚਿਆਂ ਨੂੰ ਕਹਿੰਦੇ ਬਾਹਰ ਕੱਢਤਾ ਜੀ। ਹੁਣ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਤੁਹਾਨੂੰ ਪਹਿਲਾਂ ਕਿਹੜਾ ਲੱਗ ਰਿਹਾ ਜੀ। ਪਹਿਲੇ ਕਹਿੰਦੇ ਜੀ ਹਾਂਜੀ ਕਿਉਂ ਕਹਿੰਦੇ ਬੈਟਰ ਫੂਡ ਹੈਲਪ ਕਰਦਾ ਸਟੂਡੈਂਟ ਦੀ, ਸੌਂਗ ਦੀ ਗੱਲ ਕੀਤੀ ਆ। ਕਹਿੰਦੇ ਸਰਪ੍ਰਾਈਜ਼ਿੰਗ ਯੂਜ਼ ਲਿਖਿਆ ਇੱਕ ਸਕੂਲ ਪ੍ਰਾਇਮਸਿਸ ਦਾ। ਫਿਰ ਯਾਨੀ ਕਿ ਗਲੋਬਲ ਪਰਸਪੈਕਟਿਵ, ਬ੍ਰੇਨ ਦੀ ਗੱਲ ਹੋਈ ਜਾਂਦੀ ਆ। ਕਹਿੰਦੇ ਸਰਪ੍ਰਾਈਜ਼ਿੰਗ ਐਕੈਡੈਮਿਕ ਆਊਟਕਮ ਦਾ ਹਾਂਜੀ ਮਤਲਬ ਹੁੰਦਾ ਰਿਜ਼ਲਟ, ਕਿ ਬੱਚਿਆਂ ਦਾ ਜੋ ਰਿਜ਼ਲਟ ਆ ਬੜਾ ਸ਼ਾਨਦਾਰ ਆਇਆ ਇੱਕ ਤਰ੍ਹਾਂ ਦਾ। ਕਹਿੰਦੇ ਗਰਲਸ ਆਰ ਸਪੈਸ਼ਲੀ ਟ੍ਰੀਟਡ। ਫੂਡ ਪ੍ਰੋਗਰਾਮ ਕਿਵੇਂ ਕੰਮ ਕਰਦਾ ਵਾ, ਹਾਂਜੀ ਮੈਨੂੰ ਪੜ੍ਹ ਕੇ ਮਿੰਟੋ ਮਿੰਟ ਹੀ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਜੀ। ਹਾਂਜੀ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ, ਕੀ ਲੱਗਦਾ ਜੀ। थर्ड वाला सर। थर्ड सर। ਥਰਡ ਵਾਲਾ ਜੀ। ਦੇਖੋ ਸਰਪ੍ਰਾਈਜ਼ਿੰਗ ਜਾਂ ਯੂਜ਼ ਨਹੀਂ ਕੀਤਾ, ਤੇ ਸਕੂਲ ਪ੍ਰਾਇਮਸਿਸ ਦਾ ਮਤਲਬ ਕੀ ਹੁੰਦਾ ਵਾ,
मतलब कि रूम वगैरह नहीं किया सॉरी मतलब के अंदर ਬਿਲਡਿੰਗ ਹਾਂ ਜੋ ਪ੍ਰਾਪਰਟੀ ਹੈਗੀ ਆ ਹਾਂ ਜੋ ਜੀ। ਪ੍ਰਾਪਰਟੀ ਆ ਜੋ ਉਹ ਜਗ੍ਹਾ ਵਾ ਤਾਂ ਕਹਿੰਦੇ ਜੀ ਉਹ ਜਗ੍ਹਾ ਦਾ ਇੱਕ ਸਰਪ੍ਰਾਈਜ਼ਿੰਗ ਜਿਹਾ ਯੂਜ਼ ਕੀਤਾ ਬਿਲਕੁਲ ਜੀ ਸਰਪ੍ਰਾਈਜ਼ਿੰਗ ਯੂਜ਼ ਹੀ ਆ ਕਲਾਸਰੂਮ ਬਣੇ ਤਾਂ ਸੀਗੇ ਸਟੂਡੈਂਟਸ ਦੇ ਲਈ ਸਟੂਡੈਂਟਸ ਨੂੰ ਕਲਾਸ ਤੋਂ ਬਾਹਰ ਕੱਢਤਾ ਯਾਨੀ ਕਿ ਟਰੀ ਦੇ ਨੀਚੇ ਲੈ ਗਏ ਤੇ ਹੁਣ ਕਲਾਸਿਸ ਦੇ ਵਿੱਚ ਬੋਰੀਆਂ ਰੱਖੀ ਜਾਂਦੇ ਆ ਜੀ ਤਾਂ ਕਰਕੇ ਸਰਪ੍ਰਾਈਜ਼ਿੰਗ ਯੂਜ਼ ਹੋ ਗਿਆ ਜੀ ਹਾਂਜੀ ਜੀ ਪੈਰਾਗ੍ਰਾਫ ਬੀ ਦੀ ਤਰਫ ਜਾਂਦੇ ਆ ਪਹਿਲਾ ਬਹੁਤ ਸੌਖਾ ਸੀਗਾ ਜੀ ਸੇਮ ਜੀਟੀ ਦੇ ਪੈਸੇ ਹੁੰਦੇ ਆ ਜਿਵੇਂ ਆ ਪਹਿਲੇ ਨੰਬਰ ਵਾਲਾ ਆਪਾਂ ਪੈਰਾਗ੍ਰਾਫ ਕੀਤਾ ਸੇਮ ਸਮਰੀ ਜੀ ਕੱਢ ਕੇ ਬਸ ਕੋਈ ਵਰਡ ਨਹੀਂ ਮੈਚ ਹੁੰਦਾ ਹਾਂਜੀ ਅੱਗੇ ਚੱਲਦੇ ਹਾਂ ਜੀ ਆਪਾਂ ਕੀ ਕਹਿੰਦੇ ਦੇਖਿਓ ਜੀ ਬੀ ਦੀ ਲੈਂਥ ਉਹਦੇ ਨਾਲੋਂ ਮਾੜੀ ਡਬਲ ਆ ਸੀ ਦੀ ਉਹਦੇ ਤੋਂ ਵੀ ਜ਼ਿਆਦਾ ਆ ਗਾਂ ਦੀਆਂ ਜਾਈ ਜਾਵਾਂਗੇ ਪਹਿਰੇ ਲੈਂਥ ਹੀ ਹੁੰਦੇ ਜਾਣਗੇ ਆ ਸਕੂਲ ਦਾ ਨਾਮ ਲਿਖਿਆ ਜੀ ਉਹ ਸੇਮ ਦਾ ਕਹਿੰਦੇ ਵਨ ਆਫ ਦਾ ਪੂਰਰ ਪਾਰਟਸ ਆਫ ਮਲਵਈ ਕਹਿੰਦੇ ਜੀ ਜੋ ਇਹ ਸਕੂਲ ਹੈਗਾ ਉਹ ਜਾਨੀ ਕਿ ਪੂਰੈਸਟ ਪਾਰਟ ਕਹਿੰਦੇ ਕਿ ਪੂਰਰ ਪਾਰਟਸ ਆ ਜੀ ਉਹ ਆ ਜਗ੍ਹਾ ਦਾ ਨਾਮ ਲਿਖਿਆ ਪਿਆ ਜੀ ਕਹਿੰਦੇ ਕਿ ਮਾਲਵੀ ਕਹਿੰਦੇ ਨੇ ਕਿ ਲੈਂਡ ਲੌਕਡ ਕੰਟਰੀ ਹੈ ਜੀ ਇਹ ਕਹਿੰਦੇ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਤੋਂ 3 ਦਿਨ ਪਹਿਲਾਂ ਦੱਸਿਆ ਲੈਂਡ ਲੌਕ ਦਾ ਮਤਲਬ ਜਿਹੜੀ ਕੰਟਰੀ ਦੇ ਆਸੇ ਪਾਸੇ ਕੰਟਰੀਆਂ ਹੋਣ ਯਾਨੀ ਕਿ ਜ਼ਮੀਨ ਕਹਿੰਦੇ ਕਿ ਜ਼ਮੀਨ ਹੀ ਜ਼ਮੀਨ ਹੋਵੇ ਸਿਰਫ ਸਮੁੰਦਰ ਵਗੈਰਾ ਹੋਵੇ ਹੀ ਨਾ ਉਹ ਹੁੰਦੀ ਆ ਲੈਂਡ ਲੌਕ ਕੰਟਰੀ ਇਹ ਜਿਹੜਾ ਸਕੂਲ ਹੈਗਾ ਜੀ ਪੂਰਰ ਪਾਰਟਸ ਵਿੱਚ ਆ ਲੈਂਡ ਲੌਕ ਏਰੀਆ ਹੈਗਾ ਜੀ ਇਹ ਬਸ ਇੱਥੇ ਕਿਹੜੀ ਚੀਜ਼ ਹੈਗੀ ਆ ਯਾਨੀ ਕਿ ਬਿਊਟੀ ਤੇ ਗ੍ਰੇਟ ਪੋਵਰਟੀ ਆ ਬਸ ਸਿਰਫ ਇੱਥੇ ਕਹਿੰਦੇ ਬਿਊਟੀ ਤੇ ਗ੍ਰੇਟ ਪੋਵਰਟੀ ਆ ਨੋ ਵਾਰ ਲਾਈਜ਼ ਕਹਿੰਦੇ ਕਿ ਵੇਸਟ ਮਾਲਵੀ ਨੋ ਵਾਰ ਨਾ ਹੀ ਕੋਈ ਵਾਰ ਲਾਏ ਕਰਦੀ ਆ ਨਾ ਹੀ ਕਹਿੰਦੇ ਜਿਹੜੀ ਲੈਂਡ ਹੈਗੀ ਆ ਜੀ ਉਹ ਕਰਾਊਡਡ ਆ ਜੀ ਨਾ ਹੀ ਕਹਿੰਦੇ ਜੋ ਲੈਂਡ ਆ ਉਹ ਫਰਟਾਈਲ ਆ ਯਾਨੀ ਕਿ ਲੈਂਡ ਵੀ ਫਰਟਾਈਲ ਹੈ ਇੱਥੋਂ ਦੀ ਬਟ ਕਹਿੰਦੇ ਫਿਰ ਵੀ ਯਾਨੀ ਕਿ ਜੋ ਯਾਨੀ ਕਿ ਮਲਵਾਲੀਅਨ ਜੋ ਪੀਪਲ ਆ ਇੱਥੋਂ ਦੇ ਸਟਿਲ ਹੈਵ ਟਰਬਲ ਉਹ ਲੋਕਾਂ ਨੂੰ ਹਾਲੇ ਵੀ ਟਰਬਲ ਆ ਟਰਬਲ ਕਾਦੀ ਹੈ ਜੀ ਖਾਣ ਪੀਣ ਨੂੰ ਲੈ ਕੇ ਜੀ ਫੂਡ ਨੂੰ ਲੈ ਕੇ ਅੱਛਾ ਜੀ ਹੁਣ ਆਪਾਂ ਸਮਰੀ ਕੀ ਕੱਢੀ ਇਹਦੀ ਕਹਿੰਦੇ ਜੀ ਇਹ ਇਲਾਕਾ ਕਹਿੰਦੇ ਪੂਰਰ ਪਾਰਟ ਆ ਲੈਂਡ ਲੌਕ ਏਰੀਆ ਵਾ ਜੀ ਇਹ ਇੱਥੇ ਕਹਿੰਦੇ ਪੋਵਰਟੀ ਬਹੁਤ ਜ਼ਿਆਦਾ ਵਾ ਨਾ ਹੀ ਕਹਿੰਦੇ ਇੱਥੇ ਕੋਈ ਵਾਰ ਆ ਨਾ ਹੀ ਇੱਥੇ ਕੋਈ ਕਹਿੰਦੇ ਜੀ ਕਰਾਊਡ ਆ ਨਾ ਹੀ ਇੱਥੇ ਕੋਈ ਜੀ ਜੋ ਯਾਨੀ ਕਿ ਜ਼ਮੀਨ ਇੱਥੋਂ ਦੀ ਹੈਗੀ ਉਹ ਇਨਫਰਟਾਈਲ ਆ ਯਾਨੀ ਕਿ ਫਰਟਾਈਲ ਆ ਉਹ ਵਧੀਆ ਵਾ ਫਿਰ ਵੀ ਕਹਿੰਦੇ ਲੋਕ ਇੱਥੋਂ ਦੇ ਕੀ ਕਰਦੇ ਆ ਜੀ ਫੂਡ ਨੂੰ ਲੈ ਕੇ ਟਰਬਲ ਫੇਸ ਕਰੀ ਜਾਂਦੇ ਆ ਜੀ ਹੁਣ ਮੈਨੂੰ ਧਿਆਨ ਨਾਲ ਦੱਸੋ ਕਿ ਤੁਹਾਨੂੰ ਕਿਹੜਾ ਲੱਗ ਰਿਹਾ ਜਿਹੜਾ ਹੋ ਗਿਆ ਉੱਤੇ ਆਪਾਂ ਟਿਕ ਕਰਤੀ ਹੈ ਧਿਆਨ ਨਾਲ ਜੀ ਇਹ ਜਿਹੜੀਆਂ ਹੈਡਿੰਗ ਤੁਸੀਂ ਕਰੀ ਜਾਂਦੇ ਹੋ ਨਾ ਅੱਜ ਇਹਦੇ ਵਿੱਚ ਕੋਈ ਕੀਵਰਡ ਨਹੀਂ ਲਿਖਿਆ ਸਿੱਧਾ ਸਿੱਧਾ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਕਿ ਕੀ ਹੋ ਸਕਦਾ ਜੀ ਹਾਂਜੀ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਨੂੰ ਧਿਆਨ ਨਾਲ ਦੱਸੋ ਕਿ ਆਨਸਰ ਕੀ ਹੋ ਸਕਦਾ ਹੈ ਹਾਂਜੀ 10th ਨੰਬਰ ਵਾਲਾ ਜੀ ਜੀ ਸਰ ਨਨ ਆਫ ਯੂਜ਼ਰ ਰੀਜ਼ਨਸ ਕਿ ਕਾਮਨ ਕਾਰਨਾਂ ਵਿੱਚੋਂ ਕਹਿੰਦੇ ਕੋਈ ਵੀ ਹੈ ਨਹੀਂਗਾ ਜੀ ਤੇ ਧਿਆਨ ਨਾਲ ਦੇਖੋ ਕੀ ਕਾਮਨ ਕਾਰਨਾਂ ਵਿੱਚੋਂ ਕੋਈ ਕਾਰਨ ਸੀਗਾ No, sir. ਵਾਰ ਇੱਕ ਕਾਮਨ ਕਾਰਨ ਕੀ ਵਾਰ ਸੀਗੀ ਉਹ ਫਿਰ ਕਰਾਊਡਡ ਇੱਕ ਕਾਮਨ ਜਿਹਾ ਕਰਨਾ ਕੀ ਕਰਾਊਡਡ ਸੀਗੀ ਲੈਂਡ ਦਾ ਫਰਟਾਈਲ ਨਾ ਹੋਣਾ ਇੱਕ ਕਾਮਨ ਜਿਹਾ ਕਾਰਨ ਨਾ ਹੀ ਉਹ ਚੀਜ਼ ਸੀ ਤਿੰਨਾਂ ਦੇ ਵਿੱਚੋਂ ਕੋਈ ਵੀ ਕਾਰਨ ਨਹੀਂ ਹੈਗਾ ਮਤਲਬ ਕਿ ਹੈਡਿੰਗ ਕਿਹੜੀ ਮੈਚ ਕਰਾਈ ਨਨ ਆਫ ਦਾ ਯੂਜ਼ਰ ਰੀਜ਼ਨਸ ਲੱਗ ਗਿਆ ਪਤਾ ਜੀ ਠੀਕ ਹੈ ਜੀ ਨੈਕਸਟ ਚੱਲਦੇ ਹਾਂ ਜੀ ਪੈਰਾਗ੍ਰਾਫ ਸੀ ਤੇ ਨਨ ਆਫ ਦਾ ਯਾਨੀ ਕਿ ਨਨ ਦਾ ਮਤਲਬ ਕਿ ਕੋਈ ਵੀ ਨਹੀਂ ਜੀ ਯਾਨੀ ਕਿ ਨੋਟ ਐਨੀ ਨਨ ਆਫ ਦਾ ਮਤਲਬ ਨੋਟ ਐਨੀ ਕੋਈ ਵੀ ਨਹੀਂ ਕਹਿੰਦੇ ਉਹ ਯਾਨੀ ਕਿ ਪੈਰਾਗ੍ਰਾਫ ਦੇ ਵਿੱਚ ਕਾਰਨ ਲਿਖਣ ਹੋਏ ਯਾਨੀ ਕਾਰਨ ਲਿਖੇ ਹੋਇਆ ਕਾਮਨ ਜੇ ਤੇ ਉਹ ਕਾਮਨ ਜੇ ਕਾਰਨਾਂ ਦੇ ਵਿੱਚੋਂ ਕੋਈ ਵੀ ਨਹੀਂਗਾ ਜੀ ਤੇ ਬਿਲਕੁਲ ਜੀ ਉਹਨਾਂ ਨੇ ਉੱਥੇ ਗੱਲ ਕੀਤੀ ਪਈ ਸੀ ਧਿਆਨ ਨਾਲ ਦੇਖਿਓ ਜੀ ਨੈਕਸਟ ਜੀ ਸੀ ਪੈਰਾਗ੍ਰਾਫ ਜੋ ਹੈਡਮਾਸਟਰ ਆ ਜੀ ਕਹਿੰਦੇ ਇੱਥੋਂ ਦਾ ਨਾਮ ਲਿਖਿਆ ਪਿਆ ਜੀ ਉਹਨਾਂ ਦਾ ਹੈਜ਼ ਸਟਰੋਂਗ ਵਿਊ ਯਾਨੀ ਕਿ ਉਹ ਪਰਸਨ ਦੇ ਵਿਊ ਕਹਿੰਦੇ ਸਟਰੋਂਗ ਆ ਜੀ ਸਬਜੈਕਟ ਨੂੰ ਲੈ ਕੇ ਕਹਿੰਦੇ ਜੀ ਉਹ ਸੋਚਦਾ ਵਾ ਕਿ ਫੂਡ ਪ੍ਰਾਈਜ਼ਲੈਸ ਟੀਚਿੰਗ ਏਡ ਆ ਇਹਦਾ ਮਤਲਬ ਹੁੰਦਾ ਹੈਲਪ
ਫੂਡ ਇੱਕ ਪ੍ਰਾਈਸਲੈਸ ਹੈਲਪ ਹੈ ਇੱਕ ਤਰ੍ਹਾਂ ਦੀ, ਯਾਨੀ ਕਿ 1999 ਤੋਂ ਉਹਦੇ ਜਿਹੜੇ ਬੱਚੇ ਆ, ਇਹਦਾ ਮਤਲਬ ਸਟੂਡੈਂਟਸ, ਉਹਦੇ ਜਿਹੜੇ ਬੱਚੇ ਆ ਉਹ ਰਿਸੀਵ ਕਰ ਚੁੱਕੇ ਆ ਫ੍ਰੀ ਲੰਚ ਸਕੂਲ ਦੇ ਵਿੱਚ। ਯਾਨੀ ਕਿ ਡੋਨਰਸ ਕੌਣ? ਜਿਹੜੇ ਡੋਨੇਟ ਕਰਨ ਵਾਲੇ ਆ, ਡੋਨਰਸ। ਆ ਇੱਕ ਸੰਸਥਾ ਦਾ ਨਾਮ ਲਿਖਿਆ ਪਿਆ ਜੀ, ਕੋਈ ਪ੍ਰੋਗਰਾਮ ਹੈ, ਕਹਿੰਦੇ ਡੋਨਰਸ ਹੈਗੇ ਆ, ਜਿਵੇਂ ਕਿ ਨਾਮ ਲਿਖਿਆ ਪਿਆ, ਕਹਿੰਦੇ ਪ੍ਰੋਵਾਈਡ ਦਾ ਫੂਡ, ਯਾਨੀ ਕਿ ਇਹ ਡੋਨਰ ਫੂਡ ਪ੍ਰੋਵਾਈਡ ਕਰਦੇ ਆ। ਡੋਜ਼ ਸੈਕਸ ਆਫ ਗ੍ਰੇਨ, ਜਿਹੜੀਆਂ ਉਹ ਗ੍ਰੇਨ ਦੀਆਂ ਬੋਰੀਆਂ ਵਾ, ਜਿਹੜੀਆਂ ਉਹ ਅਨਾਜ ਦੀਆਂ ਬੋਰੀਆਂ ਉਹ ਦੇ ਕੇ ਜਾਂਦੇ ਪ੍ਰੋਗਰਾਮ ਵਾਲੇ। ਬ੍ਰੈਕਟ ਲਿਖਿਆ ਹੋਇਆ ਮੋਸਟਲੀ ਮਿਕਸਡ, ਉਹਦੇ ਵਿੱਚ ਕੀ ਕੀ ਹੁੰਦਾ ਹੈ ਲਿਖਿਆ ਪਿਆ ਜੀ। ਕਹਿੰਦੇ ਜਿਹੜੀਆਂ ਸੈਕਸ ਆਫ ਗ੍ਰੇਨ ਆ, ਕਹਿੰਦੇ ਉਹ ਕਨਵਰਟਡ ਕਰ ਦਿੰਦੀਆਂ ਕਲਾਸਰੂਮ ਨੂੰ। ਬਿਲਕੁਲ ਜੀ, ਆਪਾਂ ਪੜਿਆ ਹੋਇਆ, ਬੱਚੇ ਬਾਹਰ ਨਿਕਲ ਜਾਂਦੇ ਕਲਾਸਰੂਮ ਚ, ਬੋਰੀਆਂ ਰੱਖ ਦਿੰਦੇ ਜੀ। ਲੋਕਲ ਵਲੰਟੀਅਰ ਡੂ ਕੁਕਿੰਗ, ਇੱਥੋਂ ਧਿਆਨ ਨਾਲ ਦੇਖੋ ਜੀ, ਤਾਂ ਉਹ ਇੱਕ ਪ੍ਰਿੰਸੀਪਲ ਦਾ ਵਿਊ ਲਿਖਿਆ ਪਿਆ ਵਾ, ਫਿਰ ਇਹਨਾਂ ਨੇ ਰੀਡਿੰਗ ਦੀ ਡਾਇਰੈਕਸ਼ਨ ਹੀ ਚੇਂਜ ਕਰਤੀ ਪਹਿਰੇ ਦੀ, ਫਿਰ ਡੋਨਰ ਨੂੰ ਚੱਕ ਲਿਆਏ। ਹੁਣ ਆਪਾਂ ਇਹ ਹੋਪ ਰੱਖੀ ਸੀਗੀ ਸ਼ਾਇਦ ਡੋਨਰ ਤੇ ਇਹ ਸਟੇ ਕਰਨ, ਡੋਨਰ ਤੋਂ ਬਾਅਦ ਚੋਂ ਜੀ ਇਹ ਜਾਵੜੇ ਲੋਕਲ ਵਲੰਟੀਅਰ ਤੇ ਜਾਵੜੇ ਜੀ, ਵਿੱਚ ਦੀ ਆ ਕਲਾਸਰੂਮ ਵਾਲਾ ਪਾਈ ਜਾਂਦੇ ਜੀ। ਯਾਨੀ ਕਿ ਇਹਦੀ ਸਮਰੀ ਸਮਝਣੀ ਪੈਣੀ ਹੈ। ਜਿਹੜੇ ਪਹਿਰੇ ਦੇ ਵਿੱਚ ਹਰ ਇੱਕ ਲਾਈਨ ਰੈਂਡਮ ਹੋਵੇ, ਉਹਦੀ ਸਮਰੀ ਹੁੰਦੀ ਹੈ ਜੀ। ਕਹਿੰਦੇ ਜੀ ਇੱਥੋਂ ਦੇ ਪ੍ਰਿੰਸੀਪਲ ਦਾ ਵਿਊ ਆ ਸਬਜੈਕਟ ਨੂੰ ਲੈ ਕੇ, ਕਹਿੰਦਾ ਜੀ ਵੀ ਫੂਡ ਸਭ ਤੋਂ ਵੱਡੀ ਹੈਲਪ ਆ ਸਾਡੇ, ਕਹਿੰਦੇ ਬੱਚੇ ਯਾਨੀ ਕਿ ਲੰਚ ਕਰ ਰਹੇ ਆ ਫ੍ਰੀ 1999 ਤੋਂ ਲੈ ਕੇ। ਆ ਇੱਕ ਪ੍ਰੋਗਰਾਮ ਆ ਜਿਹੜਾ ਫੂਡ ਯਾਨੀ ਕਿ ਪ੍ਰੋਵਾਈਡ ਕਰਦਾ ਵਾ ਫੂਡ, ਕਹਿੰਦੇ ਯਾਨੀ ਕਿ ਕਨਵਰਟ ਕਰ ਦਿੰਦਾ ਕਲਾਸਰੂਮ ਨੂੰ। ਲੋਕਲ ਵਲੰਟੀਅਰ ਬਾਅਦ ਚੋਂ ਕੁਕਿੰਗ ਕਰਦੇ ਆ ਜੀ। ਟਰਨਿੰਗ ਦਾ ਡਰਾਈ, ਜਿਹੜੇ ਕਹਿੰਦੇ ਡਰਾਈ ਇੰਗਰੀਡੀਐਂਟਸ ਹੈਗੇ ਆ, ਕਹਿੰਦੇ ਜੀ ਉਹ ਕੀ ਹੁੰਦੇ ਆ, ਉਹ ਕਹਿੰਦੇ ਕਿ ਬਲੈਡ ਬਟ ਯਾਨੀ ਕਿ ਨਿਊਟ੍ਰੀਸ਼ੀਅਸ ਸਲੋਪ ਅਗਾ ਜਾ ਕੇ ਗੱਲਾਂ ਕੀਤੀਆਂ ਪਈਆਂ ਜੀ। ਪਲਾਸਟਿਕ ਪਲੇਟ ਵਗੈਰਾ ਜੀ, ਕਹਿੰਦੇ ਚਿਲਡਰਨ ਲਾਈਨ ਅਪ ਹੋ ਜਾਂਦੇ, ਚਿਲਡਰਨ ਲਾਈਨਾਂ ਬਣਾ ਲੈਂਦੇ ਆ ਬਾਅਦ ਚੋਂ ਲਾਰਜ ਕਰਾਊਡ ਦੇ ਵਿੱਚ, ਤੇ ਫਿਰ ਚੇਅਰਫੁਲੀ ਉਹ ਯਾਨੀ ਕਿ ਉਹ ਸਿੰਗ ਕਰਦੇ ਆ ਜੀ, ਉਹ ਯਾਨੀ ਕਿ ਉਹ ਗਾਉਂਦੇ ਆ ਜੀ। ਕੀ ਗਾਉਂਦੇ ਆ? ਕਿ ਸਾਨੂੰ ਪੈਡਗਰੀ ਮਿਲ ਗਈ, ਵੀ ਸਾਨੂੰ ਫੂਡ ਮਿਲ ਗਿਆ। ਤਾਂ ਇੱਥੇ ਦੱਸਿਆ ਹੋਇਆ ਜੀ ਕਿ ਕਿਵੇਂ ਇੱਕ ਕਹਾਣੀ ਜੋੜੀ ਹੋਈ ਹੈ ਜੀ। ਕੋਈ ਪ੍ਰੋਗਰਾਮ ਆ ਜਿਹੜਾ ਫੂਡ ਨੂੰ ਭੇਜਦਾ ਵਾ, ਬਾਅਦ ਚੋਂ ਉਹ ਕਲਾਸਰੂਮ ਦੇ ਵਿੱਚ ਆ, ਬਾਅਦ ਚੋਂ ਲੋਕਲ ਵਲੰਟੀਅਰ ਯਾਨੀ ਕਿ ਪਕਾ ਲੈਂਦੇ ਆ ਉਹਨੂੰ, ਫਿਰ ਬੱਚੇ ਲਾਈਨਾਂ ਬਣਾ ਲੈਂਦੇ ਆ, ਬੱਚਿਆਂ ਨੂੰ ਮਿਲ ਜਾਂਦਾ ਵਾ ਜੀ। ਧਿਆਨ ਨਾਲ ਮੈਨੂੰ ਪੜ੍ਹ ਕੇ ਦੱਸੋ ਜੀ ਕਿ ਹੈਡਿੰਗ ਕਿਹੜੀ ਹੋ ਸਕਦੀ ਆ ਜੀ। ਸਮਰੀ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਜੀ, ਗੱਲ ਕਦੀ ਕੀਤੀ ਪਈ ਆ। Sir, 8. Sir, 8th, how food program is operated? ਸਰ 8th, sir. ਦੋ ਦਾ ਹਾਂਜੀ। ਭੁਲੇਖਾ ਪੈ ਰਿਹਾ ਜੀ, ਇੱਕ ਤਾਂ ਕਿਹੜੇ? 8ਵਾਂ ਲੱਗ ਰਿਹਾ ਜੀ, ਇੱਕ ਦੂਜਾ ਜੀ। Sir, 8th ਆ। Sir, 8th ਦੂਜੇ ਦੇ ਕਿਉਂਕਿ ਵਿੱਚ ਸਾਰਾ ਕਹਿ ਰਹੇ ਆ- ਪ੍ਰੋਸੈਸ ਦੱਸਿਆ ਉਹਨਾਂ ਨੇ ਇਹਦੇ ਵਿੱਚ। ਹਾਂਜੀ ਬਿਲਕੁਲ ਜੀ। ਦੇਖੋ ਇਹਦੇ ਵਿੱਚ ਕਹਿ ਰਹੇ ਆ Song for, ਮੈਨੂੰ ਧਿਆਨ ਨਾਲ ਦੱਸਿਓ ਕਿ ਆਹ ਵਾਲਾ ਸਾਰਾ ਮੰਨ ਕੇ ਚੱਲੋ ਕਿਸੇ ਚੀਜ਼ ਤੇ ਵੇਟੇਜ ਕੀਤੀ ਹੋਵੇ, ਤੇ ਲਾਸਟ ਉੱਪਰ ਉਹਨਾਂ ਨੇ ਇੱਕ ਯਾਨੀ ਕਿ ਚੀਜ਼ ਨੂੰ ਵੇਟੇਜ ਦਿੱਤੀ ਆ ਰੈੱਡ ਵਾਲੀ। ਹੁਣ ਮੈਨੂੰ ਧਿਆਨ ਨਾਲ ਦੱਸੋ, ਜਿਵੇਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਤੁਸੀਂ ਦੋਵਾਂ ਦੇ ਵਿੱਚ ਸਟਕ ਹੋ ਗਏ, ਮੰਨ ਕੇ ਚੱਲੋ ਤੁਸੀਂ ਦੋਵਾਂ ਦੇ ਵਿੱਚ ਸਟਕ ਹੋ ਗਏ, ਠੀਕ ਹੈ ਜੀ। ਹੁਣ ਮੈਂ ਕਹਿੰਦਾ ਨੂੰ ਤੁਸੀਂ ਟਿਕ ਕਿਹੜਾ ਕਰਨਾ ਵਾ, ਜਿਹਦੀ ਵੇਟੇਜ ਜ਼ਿਆਦੇ ਆ, ਜਿਹਦਾ ਯਾਨੀ ਕਿ ਪੈਸੇਜ ਦੇ ਵਿੱਚ ਜ਼ਿਕਰ ਜ਼ਿਆਦੇ ਹੋਇਆ। ਸੋ ਸਾਰੇ ਪੈਸੇਜ ਦੇ ਵਿੱਚ ਇਹ ਸਾਰੀ ਚੀਜ਼ ਕੰਮ ਕਿਵੇਂ ਕਰਦੀ, ਉਹਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਲਾਸਟ ਵਾਲੇ ਪਾਸੋਂ ਗੈਟਿੰਗ ਪੈਡਾਗਰੀ ਤੇ ਜ਼ੋਰ ਦਿੱਤਾ ਗਿਆ। ਹਾਂਜੀ ਸਰ। ਕਿਹਦੀ ਜ਼ਿਆਦਾ ਨਿਕਲੀ? ਸਰ ਹਾਂਜੀ, ਉਹ ਤਾਂ ਮੈਂ ਸਮਝਦਾ ਹਾਂਜੀ ਵੀ 8th ਜ਼ਿਆਦਾ ਲੱਗਦਾ, ਪਰ ਕਿਤੇ ਨਾ ਕਿਤੇ ਹੈਡਿੰਗ ਤਾਂ ਡਿੱਟੋ ਹੀ ਮਲਾਈ ਪਈ ਹੈ ਨਾ, ਉਹਦੀ ਵੀ ਆਪਣੀ ਬਿਲਕੁਲ। ਇਹਦੀ ਵੀ ਜਾ ਕੇ ਦੇਖੋ end ਜਿਹੜੀ ਤੇ। ਇਹ ਚੀਜ਼ ਹੈ ਨਾ, ਜਿਹੜੀ ਹੈਡਿੰਗ ਮਲਾਈ ਹੈ ਨਾ, ਇਹ ਉਹਨਾਂ ਦਾ ਟ੍ਰੈਪ ਹੁੰਦਾ, ਹਮੇਸ਼ਾ ਯਾਦ ਰੱਖਿਓ। ਹੁਣ ਕਈਆਂ ਬੱਚਿਆਂ ਨੇ ਗੈਟਿੰਗ ਪੈਡਾਗਰੀ ਦਾ ਜਾਨੀ ਕਿ ਲਾਉਣਾ ਸੀਗਾ, ਨੋ ਡਾਊਟ, ਕਿਉਂਕਿ ਇਹ ਟ੍ਰੈਪ ਹੁੰਦਾ। ਫਾਈਨਲ 'ਚ ਤੁਹਾਡੇ ਨਾਲ ਇਹ ਹੋਊਗਾ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ, ਜਿਹੜੇ ਖਤਰੇ ਤੁਸੀਂ ਫਾਈਨਲ 'ਚ ਬੈਠਿਆਂ ਨੇ ਫੇਸ ਕਰਨੇ ਆ। ਸਟ੍ਰੈਟਜੀ ਕੀ ਆ? ਸਟ੍ਰੈਟਜੀ ਆ, ਜਦੋਂ ਤੁਸੀਂ ਦੋਵਾਂ ਦੇ ਵਿੱਚ ਸਟਕ ਹੋ ਗਏ, ਤੁਸੀਂ ਵੇਟੇਜ ਚੈੱਕ ਕਰਨੀ ਹੈ ਕਿ ਜ਼ਿਆਦਾ ਪ੍ਰਾਇੋਰਟੀ ਕਿਹਨੂੰ ਦਿੱਤੀ ਜਾ ਰਹੀ ਆ। ਉਹ ਸਾਰੇ ਪਹਿਰੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਉਹ ਗੱਲਾਂ ਕੀਤੀਆਂ ਗਈਆਂ ਕਿ ਸਾਰਾ ਜੋ ਇਹ ਫੂਡ ਪ੍ਰੋਗਰਾਮ ਆ, ਇਹ ਸਾਰਾ ਕੰਮ ਕਿਵੇਂ ਕਰਦਾ ਵਾ। ਫੂਡ ਆਉਂਦਾ ਵਾ, ਕਲਾਸਰੂਮ 'ਚ ਜਮਾ ਹੋ ਜਾਂਦਾ, ਲੋਕਲ ਪੀਪਲ ਆਉਂਦੇ ਆ, ਕੁਕਿੰਗ ਕਰਦੇ ਆ, ਬੱਚੇ ਲਾਈਨਾਂ ਬਣਾਉਂਦੇ। ਆਹ ਸਾਰੀਆਂ ਲਾਈਨਾਂ ਕਿਹਨੂੰ ਸਪੋਰਟ ਕਰ ਰਹੀਆਂ? ਇਹ ਕਰ ਰਹੀਆਂ ਕਿ ਆਹ ਸਾਰਾ ਕੰਮ ਕਿਵੇਂ ਹੁੰਦਾ। ਲਾਸਟ ਉੱਪਰ ਤੁਹਾਨੂੰ ਇੱਕ ਟ੍ਰੈਪ ਦੇ ਵਿੱਚ ਫਸਾਤਾ ਜੀ, ਉਹਨਾਂ ਨੇ ਜਾਣਬੁੱਝ ਕੇ ਆ ਲਾਸਟ ਵਾਲੀ ਲੈਂਗੁਏਜ ਮੈਚ ਕਰਾਤੀ। ਤੁਸੀਂ ਫਾਈਨਲ 'ਚ ਕਦੇ ਨਹੀਂ ਏਦਾਂ ਕਰਨਾ, ਸਾਰੇ ਜਾਣੇ ਯਾਦ ਰੱਖਿਓ।
ਵੈਸੇ 2 ਲੱਗਦੇ ਸੀਗੇ, ਦੂਜਾ ਵੀ 8ਵਾਂ ਵੀ, ਯਾਨੀ ਕਿ ਵੈਰੀ ਗੁੱਡ। ਦੂਜਾ ਆਪਾਂ ਕਿਉਂ ਛੱਡਣ ਲੱਗੇ ਆ? ਬਿਕੋਜ਼ ਆਫ ਵੇਟੇਜ। ਵੇਟੇਜ ਬਹੁਤ ਘੱਟ ਆ ਉਹਦੀ ਪੈਰੇ ਦੇ ਵਿੱਚ। ਹਾਂਜੀ, ਅੱਗੇ ਚੱਲਦੇ ਜੀ ਨੈਕਸਟ ਆਪਾਂ। ਡੀ ਦੇਖਿਓ ਜੀ ਧਿਆਨ ਨਾਲ, ਡੀ ਦੇ ਵਿੱਚ ਵੀ ਚੈੱਕ ਕਰਿਓ ਜੀ, ਡੀ ਦੇ ਵਿੱਚ ਵੀ ਤੁਹਾਨੂੰ ਸੇਮ ਟ੍ਰੈਪ ਕਿਤੇ ਦਿਖ ਨਾ ਜਾਵੇ। ਧਿਆਨ ਨਾਲ ਜੀ, ਜਦੋਂ ਤੁਸੀਂ ਕੋਈ ਚੀਜ਼ ਸਿੱਖਦੇ ਹੋ ਉਹਨੂੰ ਆਪਣੇ ਮਾਈਂਡ 'ਚ ਰੱਖਣਾ ਹੀ ਬੈਂਡ ਲੈਣ ਦਾ ਇੱਕ ਹੈਬਿਟ ਆ ਜੀ, ਜਿਹਨੇ ਮਾਈਂਡ ਦੇ ਵਿੱਚ ਰੱਖ ਲਈ ਇਹ ਚੀਜ਼ ਬਸ। ਕੀ ਕਹਿੰਦੇ ਜੀ? ਧਿਆਨ ਨਾਲ ਦੇਖਿਓ ਜੀ। ਮੈਂ ਕੀ ਕਰਦਾ ਹੁੰਦਾ ਸੀ, ਮੈਂ ਡਾਇਗ੍ਰਾਮਸ ਬਣਾਉਂਦਾ ਹੁੰਦਾ ਸੀ ਕਈ ਵਾਰੀ। ਮੰਨ ਕੇ ਲਓ ਮੈਂ ਨਵੀਂ ਚੀਜ਼ ਸਿੱਖੀ ਆ, ਮੇਰੇ ਕੋਲ 2 ਤਰ੍ਹਾਂ ਦੇ ਮਾਰਕਰ ਹੁੰਦੇ ਸੀਗੇ, ਤਾਂ ਮੈਂ ਕੀ ਕਰਦਾ ਹੁੰਦਾ ਸੀ, ਮੈਂ ਆਹ ਚੀਜ਼ ਨੂੰ ਆਪਣੀ ਕਾਪੀ ਤੇ ਡਰਾ ਕਰ ਲੈਂਦਾ ਹੁੰਦਾ ਸੀ, ਕਿਉਂਕਿ ਮੈਨੂੰ ਲਿਖਣਾ ਨਹੀਂ ਪਸੰਦ। ਮੈਂ ਕਿਸੇ ਵੀ ਚੀਜ਼ ਨੂੰ ਸਿੱਖਦਾ ਵਾਂ ਡਾਇਗ੍ਰਾਮ ਦੇ ਥਰੂ। ਸੋ ਮੇਰੀ ਆ ਡਾਇਗ੍ਰਾਮ ਮੇਰੀ ਕਾਪੀ ਤੇ ਬਣਾਈ ਹੁੰਦੀ। ਇਹਦਾ ਮੀਨਿੰਗ ਕੀ ਹੁੰਦਾ? ਇਹਦੇ ਉੱਪਰ ਮੈਂ ਏਦਾਂ ਟਿਕ ਲਾ ਲਈ ਤੇ ਮੈਂ ਏਦਾਂ ਕ੍ਰੋਸ ਲਾ ਲਈ, ਮਤਲਬ ਕਿ ਮੇਰੇ ਬ੍ਰੇਨ ਨੂੰ ਪਤਾ ਲੱਗ ਗਿਆ ਕਿ ਵੇਟੇਜ ਜ਼ਿਆਦੇ ਦੀ ਮਾਇਨੇ ਰੱਖੂਗੀ, ਥੋੜੇ ਦੀ ਨਹੀਂ। ਹਾਂਜੀ ਜੀ, ਚਲੋ ਜੀ। ਜੇ ਤੁਹਾਨੂੰ ਸਾਰਾ ਕੋਈ ਟਾਸਕ ਲਿਖ ਦੇਵੇ ਏਦਾਂ ਸਾਰਾ ਮਾਈ ਬੈਸਟ ਫਰੈਂਡ ਐਸੇ, ਤੁਹਾਨੂੰ ਉੱਤਰ ਹੈਡਿੰਗ ਨਹੀਂ ਪਾਈ ਹੋਏਗੀ, ਸਾਰਾ ਪੈਸੇ ਲੈ ਕੇ ਨੀਚੇ ਲਾਸਟ ਲਾਈਨ ਦੇ ਵਿੱਚ ਲਿਖ ਦੇਵੇ ਕਿ ਮੇਰੇ ਫਰੈਂਡ ਨੂੰ ਯਾਨੀ ਕਿ ਦੀਵਾਲੀ ਬਹੁਤ ਪਸੰਦ ਆ। ਸਾਰਾ ਪੈਸੇ ਤੁਹਾਡੇ ਫਰੈਂਡ ਦੇ ਉੱਪਰ ਆ, ਬੈਸਟ ਫਰੈਂਡ ਦੇ ਉੱਪਰ। ਲਾਸਟ ਲਾਈਨ ਦੇ ਵਿੱਚ ਲਿਖਿਆ ਹੋਇਆ ਕਿ ਮੇਰੇ ਫਰੈਂਡ ਨੂੰ ਯਾਨੀ ਕਿ ਦੀਵਾਲੀ ਬਹੁਤ ਪਸੰਦ ਆ, ਤਾਂ ਇਹਦੀ ਹੈਡਿੰਗ ਦੀਵਾਲੀ ਤਾਂ ਨਹੀਂ ਨਾ ਹੋ ਸਕਦੀ। ਯਾਨੀ ਕਿ ਦੀਵਾਲੀ ਲਿਖਣ ਦੇ ਨਾਲ ਹੈਡਿੰਗ ਦੀਵਾਲੀ ਕਦੇ ਨਹੀਂ ਬਣੂਗੀ। ਤੁਹਾਨੂੰ ਸਮਰੀ ਕੱਢਣੀ ਪੈਣੀ ਸੀ ਵੀ ਗੱਲ ਕਿਹਦੀ ਕੀਤੀ। ਹਾਂਜੀ, ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਹੋਊਗਾ ਸਾਰਿਆਂ ਨੂੰ। ਚਲੋ ਜੀ ਨੈਕਸਟ ਚੱਲਦੇ ਹਾਂ ਜੀ ਆਪਾਂ। ਧਿਆਨ ਨਾਲ ਦੇਖਿਓ ਪੈਰਾਗ੍ਰਾਫ ਡੀ ਜੀ। ਡੀ ਦੇ ਵਿੱਚ ਕੀ ਕਹਿੰਦੇ? ਜਦੋਂ ਕਹਿੰਦੇ ਸਕੂਲ ਦਾ ਜਿਹੜਾ ਫੀਡਿੰਗ ਪ੍ਰੋਗਰਾਮ ਆ ਉਹ ਲੈ ਕੇ ਆਂਦਾ ਗਿਆ ਸੀਗਾ, ਤਾਂ ਐਨਰੋਲਮੈਂਟ ਦਾ ਮਤਲਬ ਕੀ ਹੁੰਦਾ ਵਾ ਕਿ ਜੋ ਬੱਚੇ ਸਕੂਲ ਦੇ ਵਿੱਚ ਐਡਮਿਸ਼ਨ ਲੈਂਦੇ, ਸਰਨਮ ਹੀ ਇੱਕ ਤਰ੍ਹਾਂ ਦਾ, ਨੋਟ ਕਰ ਲਿਓ ਜੀ। ਕਹਿੰਦੇ ਜਦੋਂ ਸਕੂਲ ਦੇ ਵਿੱਚ ਖਾਣਾ ਲਿਆਂਦਾ ਗਿਆ ਸੀਗਾ ਤਾਂ ਐਨਰੋਲਮੈਂਟ ਜਿਹੜੀ ਸੀਗੀ ਆ ਸਕੂਲ 'ਚ ਡਬਲ ਹੋ ਗਈ ਸੀਗੀ ਜੀ। ਸਮ ਆਫ ਦਾ ਨਿਊ ਪੀਪਲ ਜਿਹੜੇ ਸੀਗੇ ਸਵਿਚਡ ਫਰੋਮ ਨੀਅਰ ਬਾਏ ਸਕੂਲਾਂ ਤੋਂ ਸਵਿਚ ਹੋ ਗਏ ਸੀ, ਉੱਥੋਂ ਹਟ ਗਏ ਸੀਗੇ। ਜਿਹੜੇ ਉਹਨਾਂ ਨੂੰ ਫ੍ਰੀ ਪੈਡਗਰੀ ਨਾ ਦਿੰਦੇ ਸੀਗੇ ਸਕੂਲ, ਉੱਥੋਂ ਬੱਚੇ ਹਟ ਗਏ ਸੀਗੇ ਜੀ। ਬਟ ਮੋਸਟ ਵਰ ਚਿਲਡਰਨ ਦੋਜ਼ ਫੈਮਿਲੀ ਦੈਟ ਪ੍ਰੀਵੀਅਸਲੀ ਕੈਪਟ them at home to work। ਜ਼ਿਆਦਾਤਰ ਬੱਚੇ ਕਿਹੜੇ ਸੀਗੇ? ਜਿਨ੍ਹਾਂ ਦੀਆਂ ਫੈਮਿਲੀਜ਼ ਉਹਨਾਂ ਨੂੰ ਘਰੇ ਰੱਖਦੀਆਂ ਹੁੰਦੀਆਂ ਸੀਗੀਆਂ ਜੀ ਕੰਮ ਕਰਾਉਣ ਦੇ ਲਈ। ਇਹ ਫੈਮਿਲੀਜ਼ ਵਰ ਸੋ ਪੂਅਰ, ਬੜੀਆਂ ਪੂਅਰ ਸੀਗੀਆਂ, ਦੈਟ ਦਾ ਲੌਂਗ ਟਰਮ ਬੈਨੀਫਿਟ, ਕਿ ਜਿਹੜੇ ਕਹਿੰਦੇ ਲੌਂਗ ਟਰਮ ਬੈਨੀਫਿਟ ਸੀਗੇ ਇਹ ਲੋਕਾਂ ਨੂੰ ਵਧੀਆ ਲੱਗਦੇ ਨਹੀਂ ਹੁੰਦੇ ਸੀਗੇ। ਸਟੱਡੀ ਨੂੰ ਲੈ ਕੇ ਲੋਕਾਂ ਦਾ ਪਰਸਪੈਕਟਿਵ ਵਧੀਆ ਹੈ ਹੀ ਨਹੀਂ ਸੀਗਾ। ਤੇ ਕਹਿੰਦੇ when setting in the short term gain of sending children out to gather firewood or help in the field। ਕਹਿੰਦੇ one plate of pedagogy, ਫਿਰ ਪੈਡਾਗਰੀ ਤੇ ਆ ਗਏ। ਪੈਡਾਗਰੀ ਕਹਿੰਦੇ ਪੈਡਾਗਰੀ ਨੇ ਕੰਪਲੀਟਲੀ ਸਰਕੂਲੇਸ਼ਨ ਚੇਂਜ ਕਰਤਾ ਜੀ। ਮਤਲਬ ਕਿ ਨਿਕਲਿਆ ਜਾਂਦਾ ਪੈਰੇ ਚ ਕਾਹਦੀਆਂ ਗੱਲਾਂ ਕਰੀ ਜਾਂਦੇ ਆ, ਤੁਸੀਂ ਮੈਨੂੰ ਦੱਸੋ ਇੱਕ ਵਾਰੀ ਪੜ੍ਹ ਕੇ, ਫਿਰ ਤੁਹਾਨੂੰ ਮੈਂ ਸਮਝਾਉਣਾ ਜੀ। ਤੁਸੀਂ ਪਹਿਲਾਂ ਮੈਨੂੰ ਇੱਕ ਵਾਰੀ ਦੱਸੋ ਕਿ ਤੁਹਾਨੂੰ ਕਿਹੜਾ ਲੱਗ ਰਿਹਾ। ਜਿਹੜੇ ਹੋ ਗਏ ਉਹਨਾਂ ਨੂੰ ਕ੍ਰਾਸ ਕਰ ਦਿਓ ਜੀ। ਧਿਆਨ ਨਾਲ ਸੋਚੋ ਤਾਂ ਬੜਾ ਸੌਖੇ ਲੈਵਲ ਦਾ ਜੀ, ਧਿਆਨ ਨਾਲ ਸੋਚੋ ਤਾਂ। ਹਾਂਜੀ ਦੱਸਿਓ ਜੀ। ਸਰ 9ਵਾਂ ਜੀ। Sir, 9th. 9th sir, 9th। ਇਹਨਾਂ ਨੇ Ninth, ਕਿਹਾ ਵੀ sir. ਕਿਵੇਂ ਫੂਡ ਹਾਂਜੀ ਪ੍ਰੋਗਰਾਮ ਨੇ ਪ੍ਰਭਾਵ ਪਾਇਆ ਸੀ ਕਿਹੜੀ ਚੀਜ਼ ਤੇ? Attendance. ਇਹਦਾ ਮਤਲਬ ਕੀ ਹੁੰਦਾ ਕਿ ਜੋ ਬੱਚੇ ਸਕੂਲ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਯਾਨੀ ਕਿ ਪ੍ਰੈਜ਼ੈਂਸ। ਨਹੀਂ ਸਰ, ਮਤਲਬ ਕਿ ਨਹੀਂ sir, ਜੇ ਹਾਂਜੀ ਦਾਖਲਾ ਲਾਉਣਾ ਜੀ, ਅਟੈਂਡੈਂਸ ਲਾਈਕ ਐਡਮਿਸ਼ਨ ਲੈ ਲੈ ਸਕੂਲ ਦੇ ਵਿੱਚ। ਜੋੜਿਆਂ ਨੂੰ ਬਿਲਕੁਲ ਬਿਲਕੁਲ ਬਈ ਸਕੂਲ ਦੇ ਵਿੱਚ ਪ੍ਰੈਜ਼ੈਂਸ ਦੇ ਉੱਪਰ ਕਿਵੇਂ ਉੱਦਾਂ ਨੇ ਪ੍ਰਭਾਵ ਪਾਇਆ। ਦੇਖੋ ਪਹਿਲਾਂ ਪ੍ਰੈਜ਼ੈਂਸ ਘੱਟ ਲੋਕਾਂ ਦੀ ਸੀ ਨਾ, ਯਾਨੀ ਕਿ ਪਹਿਲਾਂ ਘੱਟ ਬੱਚਿਆਂ ਦੀ ਪ੍ਰੈਜ਼ੈਂਸ ਹੁੰਦੀ ਸੀ ਨਾ ਸਕੂਲ ਦੇ ਵਿੱਚ। ਹੁਣ ਨਵੇਂ ਬੱਚੇ ਵੀ ਬੜੇ ਪ੍ਰੈਜ਼ੈਂਟ ਹੋ ਗਏ ਸਕੂਲ ਦੇ ਵਿੱਚ, ਯੈਸ ਔਰ ਨੋ? ਯਾਨੀ ਕਿ ਸਕੂਲ ਦੇ ਵਿੱਚ ਦਾਖਲਾ ਵੱਧ ਗਿਆ ਜੀ। ਇਹ ਚੀਜ਼ ਸਮਝ ਲੱਗੀ? ਤਾਂ ਉਹਨਾਂ ਨੇ ਕਿਹਾ ਜੀ ਇਹ ਹੈਡਿੰਗ ਦਾ ਮਤਲਬ ਕੀ ਨਿਕਲਿਆ ਕਿ ਕਿਵੇਂ ਸਕੂਲ ਦੇ ਵਿੱਚ ਬੱਚਿਆਂ ਦੀ ਜੋ ਗਿਣਤੀ ਆ ਉਹ ਚੀਜ਼ ਤੇ ਪ੍ਰਭਾਵ ਪਿਆ ਜੀ। ਤਾਂ ਬਿਲਕੁਲ ਜੀ ਸੌਖਾ ਸੀਗਾ ਜੀ ਇਹ ਬਹੁਤ ਜ਼ਿਆਦਾ। ਨੈਕਸਟ ਚੱਲਦੇ ਹਾਂ ਜੀ, ਧਿਆਨ ਨਾਲ ਦੇਖਿਓ। ਨੈਕਸਟ ਜਾ ਕੇ ਦੇਖੋ ਜੀ ਪੈਰਾਗ੍ਰਾਫ ਈ ਕੀ ਕਹਿੰਦੇ?
when a school takes in a horde of extra students, when a student takes in a when a school takes in a horde of extra students from the poorest homes, you would expect ਤਾਂ ਕਹਿੰਦੇ ਤੁਸੀਂ expect ਕਰੋਗੇ standard to drop। ਜਦੋਂ ਇੱਕ ਸਕੂਲ ਲੈਂਦਾ ਵਾ ਜੀ ਕੀ ਲੈਂਦਾ ਵਾ ਭੀੜ ਕਿੰਨਾ ਬੱਚਿਆਂ ਦੀ ਪੂਅਰੈਸਟ ਹਾਊਸਸ ਤੋਂ ਯਾਨੀ ਕਿ ਇਕੱਠ ਜਮਾ ਹੁੰਦਾ ਵਾ ਸਕੂਲ ਦੇ ਵਿੱਚ ਤਾਂ ਤੁਸੀਂ ਸਟੈਂਡਰਡ ਨੂੰ ਡਿੱਗੇ ਹੋਏ ਦੇਖੋਗੇ। ਤੁਹਾਨੂੰ ਲੱਗੂਗਾ ਕਿ ਸਟੈਂਡਰਡ ਡਿੱਗ ਪਿਆ ਸਕੂਲ ਦਾ। ਕਿਤੇ ਵੀ ਵਰਲਡ ਦੇ ਵਿੱਚ ਪੂਅਰ ਕਿਡਸ ਜਿਹੜੇ ਹੁੰਦੇ ਆ ਟੈਂਡ ਟੂ ਪਰਫਾਰਮ ਵਾਰਸ, ਉਹ ਬੱਚੇ ਸਟੱਡੀ ਦੇ ਵਿੱਚ ਪਰਫਾਰਮ ਬਹੁਤ ਜ਼ਿਆਦਾ ਲੋ ਲੈਵਲ ਦਾ ਕਰਦੇ ਆ ਜੀ। ਕਿੰਨਾਂ ਦੇ ਨਾਲੋਂ ਜਿਹੜੇ ਬੱਚੇ ਕਲਾਸਮੇਟਸ ਉਹਨਾਂ ਦੇ ਬੈਟਰ ਆਫ ਹੁੰਦੇ ਆ, ਵਧੀਆ ਕੰਡੀਸ਼ਨ ਹੁੰਦੀ ਜਿਨ੍ਹਾਂ ਦੀ ਘਰੋਂ। ਸਮਰੀ ਕੀ ਨਿਕਲੀ ਜੀ, ਜਦੋਂ ਸਕੂਲ ਦੇ ਵਿੱਚ ਪੂਅਰ ਫੈਮਿਲੀ ਦੇ ਬੱਚੇ ਆਉਂਦੇ ਆ ਤਾਂ ਜੀ ਸਟੈਂਡਰਡ ਡਿੱਗਿਆ ਹੋਇਆ ਦਿਖਦਾ ਵਾ। ਵਰਲਡ ਦੇ ਵਿੱਚ ਗਰੀਬ ਬੱਚੇ ਜੋ ਹੁੰਦੇ ਆ ਉਹ ਪਰਫਾਰਮ ਵਾਰਸ ਕਰਦੇ ਆ ਕਿਹਨਾਂ ਦੇ ਨਾਲੋਂ, ਆਪਣੇ ਬੈਟਰ ਆਫ ਕਲਾਸਮੇਟਸ ਦੇ ਨਾਲ। ਜਦੋਂ ਕਹਿੰਦੇ ਭੀੜ, ਆ ਸਾਰੀਆਂ ਚੀਜ਼ਾਂ ਲਿਖਿਆ ਕਰੋ ਜੀ, ਕਰਾਊਡ। ਜਦੋਂ ਕਹਿੰਦੇ ਭੀੜ ਨਵੇਂ ਬੱਚਿਆਂ ਦੀ ਨਹੀਂ ਗੈਟ ਕਰੂਗੀ, ਗੈਟ ਦਾ ਮਤਲਬ ਇਹਦਾ ਸਿਨੋਨਿਮ ਗੈਟ। ਜਦੋਂ ਨਵੇਂ ਬੱਚਿਆਂ ਦੀ ਭੀੜ ਨਹੀਂ ਗੈਟ ਕਰਦੀ, ਕੀ ਨਹੀਂ ਗੈਟ ਕਰਦੀ, ਇਨਕਰੀਜ਼ ਇਨ ਦਾ ਨੰਬਰ ਆਫ ਟੀਚਰਸ। ਧਿਆਨ ਨਾਲ ਦੇਖਿਓ ਜੀ, ਸੌਰੀ ਇੱਥੇ ਥੋੜਾ ਮੈਨੂੰ ਭੁਲੇਖਾ ਪੈ ਗਿਆ ਵਰਡ ਦਾ। ਇਹਦਾ ਮਤਲਬ ਗੈਟ ਨਹੀਂ ਹੁੰਦਾ ਜੀ, ਇਹਦਾ ਮਤਲਬ ਹੁੰਦਾ ਵਾ ਬਈ ਸਾਥ ਦੇਣਾ ਜੀ, ਇੱਕ ਤਰ੍ਹਾਂ ਦਾ ਸਾਥ ਦੇਣਾ। ਨੋਟ ਕਰ ਲਓ ਜੀ, ਸਾਥ ਦੇਣਾ। ਜਦੋਂ ਕਹਿੰਦੇ ਵੱਧਦੇ ਹੋਏ ਨਵੇਂ ਬੱਚਿਆਂ ਦਾ ਸਾਥ ਨਹੀਂ ਮਿਲਦਾਗਾ ਟੀਚਰਸ ਦੇ ਦੁਆਰਾ, ਵਾਸ ਦਾ ਕੇਸ ਹੈ, ਜੋ ਕਿ ਕੇਸ ਸੀਗਾ ਸਕੂਲ ਦੇ ਵਿੱਚ, ਇਹ ਸਕੂਲ ਚ ਏਦਾਂ ਹੋਇਆ ਵਾ, ਤਾਂ ਤੁਸੀਂ ਕੀ ਸੋਚੋਗੇ, ਇੱਕ ਤਰ੍ਹਾਂ ਦਾ ਸਟੈਂਡਰਡ ਟੂ ਫਾਲ ਈਵਨ ਫਰਦਰ। ਤੁਸੀਂ ਸੋਚੋਗੇ ਹੁਣ ਤਾਂ ਸਟੈਂਡਰਡ ਹੋਰ ਜ਼ਿਆਦਾ ਡਿੱਗੂਗਾ ਜੀ। ਹੁਣ ਇਹ ਸਾਰੇ ਨੂੰ ਕੰਟਰਾਡਿਕਟ ਕਰਤਾ ਜੀ। ਹੁਣ ਆਹ ਵਾਲੀ ਸਾਰੀ ਬਣੀ ਬਣਾਈ ਚੀਜ਼ ਨੂੰ ਕੰਟਰਾਡਿਕਟ ਕਰਤਾ। ਜਦੋਂ ਵੀ ਏਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਆ, ਤੁਹਾਡੀ ਹੈਡਿੰਗ ਜ਼ਰੂਰੀ ਨਹੀਂ ਕਿ ਤਾਂ ਵਾਲੇ ਤੇ ਹੋਵੇ, ਹੁਣ ਤੁਹਾਡੀ ਹੈਡਿੰਗ ਨੀਚੇ ਵਾਲੀਆਂ ਲਾਈਨਾਂ ਤੇ ਵੀ ਹੋ ਸਕਦੀ ਹੈ ਜੀ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਮਾਇਨੇ ਰੱਖਦੀਆਂ ਜਿਹੜੇ ਬੱਚੇ ਨੇ ਸਿੱਖ ਲਈਆਂ ਤਾਂ ਸਾਰਾ ਕੁਝ ਸਮੂਥ ਚੱਲੀ ਜਾਂਦਾ ਸੀ, ਗਾਂਹ ਜਾ ਕੇ ਕੰਟਰਾਡਿਕਟ ਕਰਤਾ ਬਸ। ਕਹਿੰਦੇ ਜਦੋਂ ਇੱਕ ਸਕੂਲ ਦੇ ਵਿੱਚ ਪੂਰੈਸਟ ਫੈਮਿਲੀ ਦੇ ਬੱਚੇ ਹੁੰਦੇ ਆ ਤਾਂ ਸਟੈਂਡਰਡ ਡਿੱਗਿਆ ਹੋਇਆ ਡਿੱਗਦਾ ਜੀ, ਕਹਿੰਦੇ ਡਿੱਗਿਆ ਹੋਇਆ ਦਿਖਦਾ ਵਾ, ਬੱਚਿਆਂ ਨੂੰ ਸਾਥ ਨਹੀਂ ਮਿਲਦਾ ਜੀ ਕਹਿੰਦੇ, ਜੋ ਕਿ ਸਕੂਲ 'ਚ ਹੋ ਵੀ ਚੁੱਕਿਆ ਵਾ। ਤੁਹਾਨੂੰ ਲੱਗੂਗਾ ਕਿ ਸਟੈਂਡਰਡ ਹੋਰ ਜ਼ਿਆਦਾ ਡਿੱਗੂਗਾ, ਬਟ ਦੇ ਹੈਵ ਨਾਟ, ਬਟ ਏਦਾਂ ਹੋਇਆ ਨਹੀਂ ਸੀ ਜੀ। ਪਾਸ ਰੇਟ ਸਕੂਲ ਦੇ ਵਿੱਚ 30 ਤੋਂ 85 ਹੋ ਗਿਆ ਸੀਗਾ ਜੀ। ਹੋਣਾ ਕਿੱਦਾਂ ਚਾਹੀਦਾ ਸੀਗਾ, ਇਹ ਤਾਂ ਗੱਲਾਂ ਕਰੀ ਜਾਂਦੇ ਸੀ ਕਿ ਘਟਣਾ ਚਾਹੀਦਾ ਵਾ ਜੀ, ਬਟ ਉਹ ਆਪੋਜ਼ਿਟ ਗਿਆ ਜੀ, ਸਗੋਂ ਪਰਫਾਰਮ ਤਾਂ ਬੈਟਰ ਹੋਣ ਲੱਗੇ ਜੀ। ਇਹ ਕਹਿੰਦੇ ਕਿ ਖਾਸ ਤਰ੍ਹਾਂ ਦੀ, ਫੋਰ ਐਗਜ਼ਾਮਪਲ ਉਹ ਕਹਿੰਦੇ ਇਹ ਵਾਲੀ ਚੀਜ਼, ਇਹਦਾ ਮਤਲਬ ਹੁੰਦਾ ਖਾਸ। ਚਲੋ ਜੀ ਹੁਣ ਜਾ ਕੇ ਦੇਖਦੇ ਹਾਂ ਆਪਾਂ ਜੀ ਕਿ ਕੀ ਕੋਈ ਲੱਗਿਆ ਜੀ। ਧਿਆਨ ਨਾਲ ਦੇਖੋ ਜੀ ਪੜ੍ਹ ਕੇ। ਹਾਂਜੀ ਸੌਖਾ ਹੀ ਹੈ ਵੈਸੇ ਬਹੁਤ ਜ਼ਿਆਦਾ, ਬਟ ਇੱਕ ਤੁਹਾਨੂੰ ਚੀਜ਼ ਹੋਰ ਦੱਸਦਾ ਮੈਂ, ਜਿਹੜੇ ਬੱਚੇ ਨੇ ਸਿਰਫ ਇਹਦੀਆਂ ਸਟਾਰਟਿੰਗ ਵਾਲੀਆਂ ਲਾਈਨਾਂ ਹੀ ਪੜ੍ਹੀਆਂ ਹੋਈਆਂ ਤੇ ਜਾਣੀ ਕਿ ਉਹ ਬੱਚੇ ਨੂੰ ਇਹ ਚੀਜ਼ ਨਹੀਂ ਪਤਾ ਲੱਗ ਸਕਦੀ। ਜਿਹਨੇ ਬੱਟ ਤੋਂ ਇਹ ਸਮਝ ਗਿਆ ਸਟ੍ਰੈਟਜੀ ਲਾ ਕੇ ਕਿ ਮੇਰਾ ਤਾਂ ਆਨਸਰ ਹੈ ਹੀ ਨਹੀਂ ਗਾ। ਹੁਣ ਜੋ ਤੁਸੀਂ ਫਾਈਨਲ ਦੇ ਵਿੱਚ ਬੱਟ ਲੱਗਾ ਦੇਖ ਲਿਆ, ਹਾਊਐਵਰ ਲੱਗਾ ਦੇਖ ਲਿਆ, ਵਾਈਲ ਲੱਗਾ ਦੇਖ ਲਿਆ, ਵੇਅਰਐਜ਼ ਲੱਗਿਆ ਦੇਖ ਲਿਆ, ਤੁਹਾਡੇ ਮਾਈਂਡ 'ਚ ਸਟ੍ਰੈਟਜੀ ਸਟ੍ਰਾਈਕ ਜੇ ਹੋਗੀ, ਤੁਹਾਡੀ ਇਹ ਹੈਡਿੰਗ ਸਹੀ ਹੋ ਜਾਣੀ ਹੈ ਜੀ। Sir, sixth. ਹੁਣ ਮੈਨੂੰ ਧਿਆਨ ਨਾਲ ਦੱਸੋ, ਜਿਹੜੀ ਤੁਸੀਂ ਕਿਤੇ ਨਾ ਕਿਤੇ 6 ਕਹਿ ਰਹੇ ਹੋ ਤੇ ਉਹ ਤੁਸੀਂ ਉਹ ਸਟ੍ਰੈਟਜੀ ਦੇ ਯਾਨੀ ਕਿ ਵਿੱਚ ਹੀ ਕਹਿ ਰਹੇ ਹੋ ਨਾ ਕਿ ਨੀਚੇ ਵਾਲੀ ਤੋਂ ਨਾ ਕਿ ਤਾਂ ਵਾਲੀ ਤੋਂ, ਨਹੀਂ ਸਰ, ਯੈਸ ਔਰ ਨੋ? ਸਟ੍ਰੈਟਜੀ ਉਹਦੇ ਨਹੀਂ ਵਿੱਚ sir, ਉਹਦਾ ਵੈਸੇ ਸਰ ਸਮਰੀ ਚ ਵੀ ਬਣਦਾ ਕਿ ਉਹਦੀ Pass rate ਓਵਰਆਲ ਪਰਫਾਰਮੈਂਸ ਇਨਕਰੀਜ਼ ਹੋਈ ਉਹਦੇ ਵਿੱਚ। ਬਿਲਕੁਲ ਬਿਲਕੁਲ ਲੱਗ ਗਿਆ ਪਤਾ ਜੀ। ਤਾਂ ਧਿਆਨ ਨਾਲ ਦੇਖਿਓ, ਕਈ ਵਾਰੀ ਇੱਕ ਪੈਰੇ ਦੇ ਵਿੱਚ ਕੁਝ ਕੁ ਸਟੇਟਮੈਂਟਸ ਦੇ ਕੇ ਤੁਹਾਨੂੰ ਕੀ ਲੱਗ ਰਿਹਾ ਹੁੰਦਾ ਵਾ ਕਿ ਸਾਰੀ ਵੇਟੇਜ ਕਿਤੇ ਹੁਣ ਇਹ ਚੀਜ਼ ਤੇ ਜਾਊਗੀ, ਚੀਜ਼ ਕੰਟਰਾਡਿਕਟ ਹੋ ਜਾਂਦੀ ਹੈ ਜੀ। ਤਾਂ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਖਾਸ ਕਰਕੇ ਜੀ। ਮੇਰਾ ਕੰਮ ਆ ਕਿ ਤੁਹਾਨੂੰ ਰੈਡੀ ਕਰਨਾ ਕਿ ਫਾਈਨਲ ਦੇ ਵਿੱਚ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ।
ਆਪਾਂ ਮੈਂ ਜਦੋਂ ਵੀ ਕੋਈ ਪੈਸੇਜ ਲੈ ਕੇ ਆਪਣਾ ਡੇਲੀ ਬੇਸਿਸ ਤੇ, ਜਿਵੇਂ ਕਈ ਬੱਚਿਆਂ ਨੂੰ ਨੀਅਰਲੀ ਆਪਾਂ ਕਹਿ ਦਈਏ ਵੀ 1.5 ਮੰਥ ਜਾਂ 2 ਮੰਥ ਵੀ ਜੇ ਹੋ ਚੁੱਕਿਆ ਵਾ, ਤਾਂ ਤੁਸੀਂ ਨੋਟ ਕੀਤਾ ਉਹ ਮੈਂ ਛੇਤੀ ਕਦੇ ਕੋਈ ਪੈਸੇਜ ਰਿਪੀਟ ਕੀਤਾ ਹੀ ਨਹੀਂਗਾ। ਬਹੁਤ ਰੇਅਰ ਚਾਂਸ ਆ ਵੀ ਮੈਂ ਜਾਣੀ ਕਿ ਮਹੀਨੇ 1.5 ਮਹੀਨੇ ਬਾਅਦ ਜਾ ਕੇ ਕੋਈ ਨਾ ਕੋਈ ਪੈਸੇਜ ਰਿਪੀਟ ਹੋ ਜਾਵੇ, ਨਹੀਂ ਛੇਤੀ ਕੋਈ ਚਾਂਸਸ ਨਹੀਂ ਹੁੰਦਾ ਜੀ। ਨਿਊ ਮੈਂ ਤਾਂ ਚੱਕਦਾ ਹੁੰਦਾ ਤਾਂ ਕਿ ਤੁਹਾਨੂੰ ਨਿਊ ਚੀਜ਼ ਸਿੱਖਣ ਨੂੰ ਮਿਲਦੀ। ਹਾਂਜੀ, ਧਿਆਨ ਨਾਲ ਦੇਖਿਓ ਜੀ, ਧਿਆਨ ਨਾਲ ਦੇਖੋ ਜੀ। ਹੁਣ ਨੈਕਸਟ ਪੈਰਾ ਜੀ, ਆਪਣਾ ਨੈਕਸਟ ਪੈਰਾ ਧਿਆਨ ਨਾਲ ਦੇਖਿਓ ਜੀ, ਕੀ ਕਹਿੰਦੇ ਜੀ। ਕਹਿੰਦੇ ਬੈਟਰ ਨਿਊਟ੍ਰੀਸ਼ਨ ਮੇਕਸ ਫॉर ਬ੍ਰਾਈਟਰ ਚਿਲਡਰਨ। ਕਹਿੰਦੇ ਜਿਹੜੀ ਬੈਟਰ ਨਿਊਟ੍ਰੀਸ਼ਨ ਹੈ ਜੀ, ਮੇਕਸ ਉਹ ਬਣਦੀ ਆ, ਉਹ ਕਹਿੰਦੇ ਕਿ ਬ੍ਰਾਈਟਰ ਚਿਲਡਰਨ, ਕੋਲੋਕੇਸ਼ਨ ਹੈ ਜੀ, ਇਹ ਨੋਟ ਕਰ ਲਓ, ਬ੍ਰਾਈਟਰ ਚਿਲਡਰਨ ਜਿਹੜੇ ਬਾਕੀਆਂ ਨਾਲੋਂ ਜ਼ਿਆਦਾ ਵਧੀਆ ਹੁੰਦੇ ਆ। ਫਿਰ ਯਾਨੀ ਕਿ ਬੈਟਰ ਨਿਊਟ੍ਰੀਸ਼ਨ ਕੋਲੋਕੇਸ਼ਨ ਹੈ ਜੀ, ਇੱਕ ਬੈਟਰ ਨਿਊਟ੍ਰੀਸ਼ਨ ਬਣਦੀ ਹੈ ਜੀ ਜਿਹੜੇ ਬ੍ਰਾਈਟਰ ਚਿਲਡਰਨ ਹੁੰਦੇ ਆ। ਮੋਸਟ ਇਮੀਡੀਏਟਲੀ, ਬਹੁਤ ਛੇਤੀ, ਵੈਲ ਫੈਡ ਚਿਲਡਰਨ, ਬਹੁਤ ਜ਼ਿਆਦਾ ਨਾਈਸ ਕੋਲੋਕੇਸ਼ਨ ਆ ਜੀ, ਵੈਲ ਫੈਡ ਚਿਲਡਰਨ। ਵੈਲ ਫੈਡ ਕਿਹੜੇ ਹੁੰਦੇ ਆ ਜੀ, ਜਿਨ੍ਹਾਂ ਨੂੰ ਚੰਗਾ ਖਵਾਇਆ ਪਿਆ ਜਾਂਦਾ। ਨੋਟ ਕਰ ਲਓ, ਇਹ ਟਾਸਕ 2 ਦੇ ਵਿੱਚ ਜਿੱਦੇ ਹੈਲਥ ਰਿਲੇਟਡ ਤੁਸੀਂ ਕਹਿੰਦੇ ਹੁੰਦੇ ਕਿ ਵਕੈਬ ਸਭ ਤੋਂ ਵਧੀਆ ਲੈਵਲ ਦੀ ਵਕੈਬ ਜਿਹੜੀ ਹੁੰਦੀ ਹੈ ਉਹ ਰੀਡਿੰਗ ਦੇ ਵਿੱਚ ਹੁੰਦੀ ਹੈ ਜੀ, ਸਭ ਤੋਂ ਵਧੀਆ ਲੈਵਲ ਦੀ। ਵੈਲ ਫੈਡ ਚਿਲਡਰਨ ਜਿਹੜੇ ਹੈਗੇ ਆ, ਫਾਈਂਡ ਇਟ ਈਜ਼ੀਅਰ, ਉਹਨਾਂ ਨੂੰ ਸੌਖਾ ਲੱਗਦਾ ਜੀ ਕਹਿੰਦੇ ਕਨਸੈਂਟਰੇਟ ਕਰਨਾ। ਇਟ ਇਜ਼ ਹਾਰਡ ਟੂ ਫੋਕਸ, ਬਹੁਤ ਡਿਫਿਕਲਟ ਹੈ ਕਹਿੰਦੇ ਫੋਕਸ ਕਰਨਾ। ਦਾ ਮਾਈਂਡ ਔਨ ਕਹਿੰਦੇ ਕਿ ਲੌਂਗ ਡਿਵੀਜ਼ਨ ਦੇ ਵਿੱਚ ਫੋਕਸ ਕਰਨਾ ਬਹੁਤ ਡਿਫਿਕਲਟ ਆ। when your stomach is screaming for food, ਜਦੋਂ ਤੁਹਾਡਾ ਜੋ ਸਟਮਕ ਆ ਉਹ ਚੀਕਾਂ ਮਾਰ ਰਿਹਾ ਹੋਵੇ ਫੂਡ ਦੇ ਵਾਸਤੇ। ਬਹੁਤ ਵਧੀਆ ਇੱਥੇ ਆ ਫਰੇਜ਼ ਆ, stomach is screaming। ਸਪੀਕਿੰਗ ਦੇ ਵਿੱਚ ਬਹੁਤ ਵਧੀਆ ਜੀ। ਕਿਊ ਕਾਰਡ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੀ ਮੇਰੇ ਤਾਂ ਢਿੱਡ ਪੂਰੀਆਂ ਚੀਕਾਂ ਮਾਰੀ ਜਾਂਦਾ ਸੀਗਾ, ਮੈਂ ਤਾਂ ਬਹੁਤ ਜ਼ਿਆਦਾ ਭੁੱਖਾ ਸੀਗਾ, ਇਹ ਹੈਗਾ ਵੈਰੀ ਹੰਗਰੀ ਦਾ ਸਿਨੋਨਿਮ। stomach was screaming for food, ਜਿਹੜੀ ਇਹ ਚੀਜ਼ ਬੱਚਾ ਚੱਕਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਬਾਕੀਆਂ ਤੋਂ ਬੈਟਰ ਕਰਕੇ ਆਉਂਦਾ ਹਮੇਸ਼ਾ। ਤਾਂ ਸਾਰੀ ਚੀਜ਼ਾਂ ਨੋਟ ਕਰ ਲਿਓ, ਚਾਹੇ ਲੈਕਚਰ ਨੂੰ ਬਾਅਦ ਚੋਂ ਸੁਣ ਲਿਓ, ਤੁਹਾਡੀ ਮਰਜ਼ੀ ਹੈ ਜੀ। ਹੁਣ ਸਮਝ ਲਓ ਸਾਰਾ ਕੁਝ। ਤਾਂ ਹੁਣ ਜਾ ਕੇ ਦੇਖਦੇ ਉਹਨੇ ਕੀ ਕਹਿੰਦੇ ਜੀ, ਕਹਿੰਦੇ ਬ੍ਰਾਈਟਰ ਚਿਲਡਰਨ ਦੇ ਲਈ ਬੈਟਰ ਫੂਡ ਬਣਦਾ ਵਾ ਜੀ। ਵੈਲ ਫੈਡ ਚਿਲਡਰਨ ਫਿਰ ਕਨਸੈਂਟਰੇਟ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਆ, ਕਿਉਂਕਿ ਜੇ ਢਿੱਡ ਭੁੱਖਾ ਹੋਵੇ ਤਾਂ ਫੇਰ ਨਹੀਂ ਕਹਿੰਦੇ ਜੀ ਇਹ ਚੀਜ਼ ਹੁੰਦੀ। ਤੇ ਆ ਕੌਣ ਸੀਗਾ, ਇਹ ਹੈਡਮਾਸਟਰ ਸੀਗਾ ਜੀ। ਕਹਿੰਦੇ used to be easy to spot the kids, ਕਹਿੰਦੇ ਜੀ ਜਿਹੜਾ ਇਹ ਹੈਗਾ ਵਾ ਜੋ ਪ੍ਰਿੰਸੀਪਲ ਆ ਉਹ ਕੀ ਕਹਿੰਦਾ ਵਾ, ਕਹਿੰਦਾ it used to be easy, ਬੜਾ ਸੌਖਾ ਸੀਗਾ ਜੀ। ਕਹਿੰਦੇ ਕੀ ਸੌਖਾ ਸੀਗਾ ਜੀ, ਸਪੌਟ ਦਾ ਮਤਲਬ ਫਾਈਂਡ ਕਰਨਾ। ਕਹਿੰਦਾ ਜੀ ਬੜਾ ਸੌਖਾ ਹੁੰਦਾ ਸੀਗਾ ਫਾਈਂਡ ਕਰਨਾ। ਕਿਹਨੂੰ ਫਾਈਂਡ ਕਰਨਾ, ਹਾਂਜੀ ਕਿਡਸ ਨੂੰ। ਕਿਹੜੇ ਕਿਡਸ ਨੂੰ, ਜਿਹੜੇ ਕੀ ਆ, ਬਹੁਤ ਵਧੀਆ ਵਰਡ ਆ ਜੀ, ਅੰਡਰ ਜਾਨੀ ਕਿ ਨਰਿਸ਼ ਦਾ ਮਤਲਬ ਜਿਨ੍ਹਾਂ ਦਾ ਪਾਲਣ ਪੋਸ਼ਣ ਘੱਟ ਹੋਇਆ, ਜਿਨ੍ਹਾਂ ਨੂੰ ਖੁਰਾਕ ਘੱਟ ਮਿਲੀ ਹੈ ਜੀ, ਜੋ ਯਾਨੀ ਕਿ ਨਰਿਸ਼ ਨਹੀਂ ਹੋਏ ਇੰਨਾ, ਉਹ ਬੱਚੇ ਲੱਭਣੇ ਕਹਿੰਦਾ ਬੜੇ ਸੌਖੇ ਹੁੰਦੇ ਸੀਗੇ ਜੀ। ਹਾਂਜੀ, ਕਿਵੇਂ ਸੌਖੇ ਹੁੰਦੇ ਸੀ ਲੱਭਣੇ ਜੀ, ਕੋਈ ਸਟ੍ਰੈਟਜੀ ਲਿਖੀ ਹੈ, ਬਿਲਕੁਲ ਲਿਖੀ ਹੈ ਜੀ। they were the ones, ਉਹ ਕਿਹੜੇ ਬੱਚੇ ਸੀਗੇ ਜੀ, who stared into the space, ਜੋ ਤਾਂ ਹੀ ਝਾਕੀ ਜਾਂਦੇ ਹੁੰਦੇ ਸੀਗੇ ਜੀ। didn't respond, ਜਿਹੜੇ ਕੁਐਸਚਨ ਪੁੱਛੇ ਜਾਂਦੇ ਹੁੰਦੇ ਸੀਗੇ ਉਹ ਉਹਨਾਂ ਦਾ ਰਿਪਲਾਈ ਹੀ ਨਹੀਂ ਕਰਦੇ ਹੁੰਦੇ ਸੀਗੇ। ਹੁਣ ਦੇਖੋ ਆਪਣੇ ਆ ਬੈਚ ਦੇ ਵਿੱਚੋਂ ਵੀ ਮੈਨੂੰ ਲੱਗਦਾ ਆਹ ਵਾਲੇ ਬੱਚੇ ਫਿਰ ਬੜੇ ਆ ਜੀ, ਆਪਣੇ ਬੈਚ ਦੇ ਵਿੱਚੋਂ ਇਹ ਬੱਚੇ ਬੜੇ ਆ। ਇਹਦਾ ਮਤਲਬ ਤੁਸੀਂ ਚਲੋ ਸਕਾਈ ਵੱਲ ਨਹੀਂ ਝਾਕਦੇ ਹੋਵੋਗੇ, ਤੁਸੀਂ ਛੱਤ ਵੱਲ ਹੀ ਝਾਕਦੇ ਹੋਵੋਗੇ, ਬਟ ਇਹ ਮੇਰੇ ਹਿਸਾਬ ਨਾਲ ਬੈਚ ਵਿੱਚ ਹੈਗੇ ਆਪਣੇ 31 ਦੇ ਵਿੱਚੋਂ ਆਵਾਜ਼ ਸਿਰਫ 6-7 ਦੀ ਆਉਂਦੀ ਹੁੰਦੀ ਆ। ਬਾਕੀਆਂ ਦਾ ਨਾਮ ਕੀ ਆ, ਆਹ ਤੁਹਾਡੇ ਸਾਹਮਣੇ ਵਰਡ ਲਿਖਿਆ ਪਿਆ ਜੀ, ਆਹ ਵਾਲਾ ਜੀ। ਆਹ ਵਾਲੀ ਚੀਜ਼ ਦੀ ਕਮੀ ਹੈ ਮੇਰੇ ਹਿਸਾਬ ਨਾਲ ਤੁਹਾਨੂੰ, ਜਿਹੜੇ ਪਾਰਟਿਸਿਪੇਟ ਨਹੀਂ ਕਰਦੇ। ਚਲੋ ਹੁਣ ਜਾ ਕੇ ਹੈਡਿੰਗ ਦੇਖੋ ਜੀ ਕਿ ਕੀ ਹੋ ਸਕਦਾ। ਮੈਨੂੰ ਧਿਆਨ ਨਾਲ ਦੱਸੋ, ਸਮਰੀ ਕੀ ਕੱਢੋਗੇ ਇਹਦੀ ਜੀ, ਕਿਹਦੀਆਂ ਗੱਲਾਂ ਹੋਈ ਜਾਂਦੀਆਂ, ਕਿਹਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ। ਫਾਸਟ ਵਾਲਾ ਸਰ, ਫਾਸਟ ਸਰ, ਫਸਟ ਦਾ ਜੀ, ਜੀ ਸਰ। ਬਈ ਕਿਉਂ ਕਹਿੰਦੇ ਬੈਟਰ ਫੂਡ ਹੈਲਪ ਕਰਦਾ ਵਾ ਜਾਨੀ ਕਿ ਚਿਲਡਰਨ ਲਰਨਿੰਗ, ਕਿਉਂ, ਕਿਉਂਕਿ ਦੇਖੋ ਤੇ ਕਨਸੈਂਟਰੇਸ਼ਨ ਵਗੈਰਾ ਚ ਹੈਲਪ ਹੋ ਜਾਂਦੀ ਹੈ ਨਾ, ਬੱਚਾ ਸਾਰਿਆਂ ਦੇ ਕੁਐਸਚਨ ਕਰ ਸਕਦਾ ਵਾ। ਤਾਂ ਕਿਹੜਾ ਹੋਇਆ ਜੀ ਇਹਦਾ, ਆਪਣੇ ਕੋਲੇ ਪਹਿਲੇ ਨੰਬਰ ਤੇ ਆਪਣੇ ਕੋਲੇ ਸਭ ਤੋਂ ਲਾਸਟ ਰਹਿ ਗਿਆ ਜੀ। ਲਾਸਟ ਬੜਾ ਹੀ ਜ਼ਿਆਦਾ ਸੌਖਾ ਵਾ ਜੀ, ਧਿਆਨ ਨਾਲ ਦੇਖਿਓ ਜੀ ਕੀ ਕਹਿੰਦੇ ਇਹਦੇ ਵਿੱਚ। ਗਲੋਬਲ ਸਕੇਲ ਤੇ ਦੇਖਿਆ ਜਾਵੇ ਤਾਂ ਗੁੱਡ ਨਿਊਜ਼ ਕਿਹੜੀ ਆ, ਲੋਕੀ ਕਹਿੰਦੇ ਹੁਣ ਖਾ ਰਹੇ ਆ ਬੈਟਰ, ਚੰਗਾ ਖਾ ਰਹੇ ਆ ਪਹਿਲਾਂ ਦੇ ਨਾਲੋਂ ਜੀ। ਕਹਿੰਦੇ
ਜੇ ਗਲੋਬਲ ਸਕੇਲ ਤੇ ਵਰਲਡ ਵਾਈਡ ਦੇਖਣ ਦੀ ਗੱਲ ਕਰੀ ਜਾਂਦੇ ਆ, ਮੈਨੂੰ ਮਿੰਟੋ ਮਿੰਟ ਹੀ ਦੱਸੋਗੇ ਕਿ ਕੀ ਕੋਈ ਤੁਹਾਨੂੰ ਲੱਗ ਰਿਹਾ ਇੱਥੇ ਕੋਈ ਜੀ ਚੌਥਾ ਸਰ, ਚੌਥਾ ਜੀ। ਗਲੋਬਲ ਪਰਸਪੈਕਟਿਵ, ਬਿਲਕੁਲ Fourth, sir. ਤਾਂ ਇਹ ਆਪਣੇ ਕੋਲ ਹੈਗਾ ਜੀ ਗਲੋਬਲ ਪਰਸਪੈਕਟਿਵ। ਸੋ ਇਹ ਆਪਣੇ ਕੋਲੇ ਹੈਡਿੰਗ ਸੀਗੀਆਂ ਜੀ। ਆਪਾਂ ਇਹਨਾਂ ਦਾ ਲੈਵਲ ਜ਼ਿਆਦਾ ਡਿਫਿਕਲਟ ਨਹੀਂ ਕਹਿ ਸਕਦੇਗੇ, ਬਟ ਆਪਾਂ ਹੁਣ ਹੈਡਿੰਗ ਹੋਰ ਕਰਨ ਲੱਗੇ ਆ ਜੋ ਕਿ ਕੈਂਬਰਿਜ ਦੀ ਬੁੱਕਸ ਦੀਆਂ ਹੈਡਿੰਗਸ ਆ ਜੀ। ਆਪਾਂ ਕੱਲੀਆਂ ਹੈਡਿੰਗਸ ਹੀ ਕਰਾਂਗੇ ਜੀ, ਤੇ ਬਾਅਦ ਚੋਂ ਆਪਾਂ ਦੇਖਦੇ ਹਾਂ ਕਿ ਯੈਸ ਨੂੰ। ਹਾਂਜੀ, ਡਾਕਟਰਿੰਗ ਸੇਲਸ, ਤਾਂ ਮੈਂ ਉਹ ਜਿਹੜਾ ਪੈਰਾ ਚੱਕਿਆ ਸੀਗਾ ਉਹ ਵਿੱਚੋਂ ਕਈ ਸਮਰੀ ਬੇਸ ਵਾਲੇ ਸੀਗੇ ਜੀ। ਹੁਣ ਆਪਾਂ ਕੈਂਬਰਿਜ ਦਾ ਪੈਰਾ ਚੱਕਦੇ ਹਾਂ ਜੀ, ਤੇ ਆਪਾਂ ਕੈਂਬਰਿਜ ਦੇ ਵਿੱਚੋਂ ਦੇਖਦੇ ਹਾਂ ਸੇਮ ਤੁਹਾਡੇ ਕੋਲੇ 1 ਤੋਂ ਲੈ ਕੇ 7 ਤੱਕ ਹੈਡਿੰਗ ਹੈ ਜੀ ਸੇਮ। ਮੈਨੂੰ ਇਦਾਂ ਸੀ ਕਿ ਦੋਨਾਂ ਦੇ ਵਿੱਚ ਵੇਟੇਜ ਯਾਨੀ ਕਿ ਬਰਾਬਰ ਹੋਵੇ, ਕਮ ਸੇ ਕਮ 14 to 15 ਕਵਰ ਹੋ ਜਾਣ। ਤਾਂ ਚਲੋ ਜੀ ਆਪਾਂ ਚੱਲਦੇ ਹਾਂ ਜੀ। ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਡਾ ਪੈਰਾ ਡਿਟੋ ਕਾਪੀ ਆ ਜਿਹੜਾ ਤੁਸੀਂ ਪਹਿਲਾਂ ਕਰਕੇ ਆਏ ਹੋ। ਤੁਸੀਂ ਪਹਿਲੇ ਦੀ ਲੈਂਥ ਦੇਖਿਓ, ਦੂਜੇ ਦੀ ਲੈਂਥ ਦੇਖਿਓ, ਡਿਜ਼ਾਈਨਿੰਗ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਮੇਰੇ ਹਿਸਾਬ ਨਾਲ ਮੈਂ ਕੋਈ ਫਰਕ ਹੀ ਨਹੀਂ ਲੱਭ ਸਕਿਆ ਇਹਨਾਂ ਦੇ ਵਿੱਚ। ਬਸ ਥੋੜਾ ਜਿਹਾ ਉਹਦਾ ਲਾਸਟ ਵਾਲੇ ਪੈਰੇ ਮਾੜੇ ਜਿਹੇ ਹੈਵੀ ਹੋ ਸਕਦੇ ਆ, ਬਟ ਇਹ ਕੈਮਰੇ ਦਾ ਕੈਮਰੇ ਚ ਹੋ ਸਕਦਾ ਥੋੜੀ ਜਿਹੀ ਟ੍ਰਿਕ ਜ਼ਿਆਦਾ ਹੋਵੇ, ਲੈਵਲ ਨਹੀਂ ਸੇਮ ਹੋਊਗਾ। ਅੱਛਾ, ਤੁਸੀਂ ਆਹ ਚੀਜ਼ ਦਾ ਵੀ ਤੁਹਾਨੂੰ ਹੁਣ ਸਾਰਿਆਂ ਨੂੰ ਪਤਾ ਲੱਗੂ ਅੱਜ ਕਿ ਸੇਮ ਲੈਂਥ ਆ, ਸੇਮ ਦਿਖਦਾ ਹੋਇਆ ਵਾ, ਫਿਰ ਵੀ ਦੇਖ ਲਿਓ ਸ਼ਾਇਦ ਲੈਵਲ ਦੇ ਵਿੱਚ ਥੋੜਾ ਮੋਟਾ ਫਰਕ ਹੋਵੇ, ਸ਼ਾਇਦ ਇਹ ਹੋਰ ਸੌਖਾ ਹੋਵੇ ਜਾਂ ਇਹ ਥੋੜਾ ਡਿਫਿਕਲਟ ਹੋਵੇ। ਧਿਆਨ ਨਾਲ ਦੇਖੋ ਜੀ। ਚਲੋ ਜੀ ਪਹਿਲੇ ਪੈਰੇ ਤੇ ਚੱਲਦੇ ਹਾਂ ਜੀ। ਰਿਲੇਟ ਕਰਿਓ ਕਿ ਤੁਹਾਨੂੰ ਕਿਹੜਾ ਪੈਸੇਜ ਸੌਖਾ ਲੱਗਿਆ ਜੀ। ਕਹਿੰਦੇ ਫਿਊ ਮੰਥਸ ਪਹਿਲਾਂ ਆ ਕਿਸ ਦਾ ਨਾਮ ਆ ਜੀ, ਕਹਿੰਦੇ ਕਿਮ ਸ਼ੈਫਰਸ। ਕੁਝ ਕੁ ਮੰਥ ਪਹਿਲਾਂ ਜਿਹੜਾ ਕਿਮ ਸੀਗਾ ਕੀ ਆ ਇਹ ਦੱਸਿਆ ਹੋਇਆ ਵਾ ਸੇਲਸ ਰਿਪਰੈਜ਼ੈਂਟੇਟਿਵ ਆ। ਬਾਅਦ ਚੋਂ ਨਹੀਂ ਮੈਂ ਪੜੂੰਗਾ ਕਿੱਥੇ ਆ ਕੌਣ ਆ ਜੀ। ਸੇਲਸ ਰਿਪਰੈਜ਼ੈਂਟੇਟਿਵ ਆ, ਵਾਕਡ ਇਨਟੂ ਅ ਮੈਡੀਕਲ ਸੈਂਟਰ। ਇਹ ਮੈਡੀਕਲ ਸੈਂਟਰ ਦੇ ਵਿੱਚ ਗਿਆ ਨਿਊਯਾਰਕ ਦੇ ਵਿੱਚ ਟੂ ਬ੍ਰਿੰਗ ਇਨਫੋਰਮੇਸ਼ਨ, ਜਾਣਕਾਰੀ ਲੈ ਕੇ ਗਿਆ ਜੀ ਕਹਿੰਦੇ ਆਪਣੇ ਨਾਲ ਹੀ। ਫ੍ਰੀ ਸੈਂਪਲ ਸੀਗੇ ਇਹਦੇ ਕੋਲੇ। ਹਰ ਦਾ ਮਤਲਬ ਇਹ ਇੱਕ ਫੀਮੇਲ ਆ ਜੀ, ਮੇਲ ਨੀਗਾ। ਇਹਦੇ ਕੋਲੇ ਕੁਝ ਕੁ ਆਪਣੀ ਕੰਪਨੀ ਦੇ ਸੈਂਪਲ ਸੀਗੇ ਲੇਟੈਸਟ ਪ੍ਰੋਡਕਟ ਦੇ। that day she was lucky, ਕਹਿੰਦੇ ਜੀ ਉਹ ਲੱਕੀ ਸੀਗੀ ਬਹੁਤ। ਕਿਉਂ ਲੱਕੀ ਕਾ ਤੁਸੀਂ? ਕਹਿੰਦੇ ਡਾਕਟਰ ਵਾਸ, ਉੱਥੇ ਡਾਕਟਰ ਸੀਗਾ। ਕਹਿੰਦੇ ਨਾਰਮਲੀ ਹਸਪੀਟਲ 'ਚ ਡਾਕਟਰ ਨਹੀਂ ਹੁੰਦੇ ਹੋਣੇ, ਉਹ ਲੱਕੀ ਸੀ ਉਸ ਦਿਨ, ਉਹਦੇ ਡਾਕਟਰ ਸੀਗਾ ਜੀ। ਹੁਣ ਧਿਆਨ ਨਾਲ ਜਾ ਕੇ ਦੇਖਿਓ ਜੀ। ਦ ਲਾਸਟ ਰੈਫ, ਓਕੇ ਰੈਪ, ਜੋ ਕਹਿੰਦਾ ਲਾਸਟ ਰੈਪ ਸੀਗਾ ਉਹਨੇ ਮੈਨੂੰ ਯਾਨੀ ਕਿ ਟ੍ਰਿਪ ਦਿੱਤਾ ਸੀਗਾ ਫਲੋਰੀਡਾ ਦਾ ਜੀ। ਉਹਨੇ ਮੈਨੂੰ ਚਾਂਸ ਦਿੱਤਾ। ਹੁਣ ਦੇਖੋ ਗੱਲ ਇੱਕੋ ਦਮ ਹੀ ਚੇਂਜ ਹੋ ਗਈ ਜੀ। ਬਈ ਇਹ ਕੌਣ ਕਹਿ ਰਿਹਾ? ਹਾਲੇ ਤੱਕ ਤਾਂ ਆਪਾਂ ਨੂੰ ਪਤਾ ਹੀ ਨਹੀਂ ਬਈ ਇਹ ਗੱਲ ਕੌਣ ਕਹਿ ਰਿਹਾ। ਹਾਲੇ ਤੱਕ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਕੋਈ ਕਿਮ ਨਾਮ ਦੀ ਕੋਈ ਸੇਲਸ ਰਿਪਰੈਜ਼ੈਂਟੇਟਿਵ ਆ, ਉਹ ਇੱਕ ਹਸਪੀਟਲ ਦੇ ਵਿੱਚ ਗਈ, ਲੱਕੀ ਸੀਗੀ, ਉਹਦੇ ਡਾਕਟਰ ਸੀਗਾ ਜੀ। ਗਾਲੀ ਲਾਈਨ ਦੇਖਿਓ ਜੀ। ਲਾਸਟ ਰੈਪ ਨੇ ਕਹਿੰਦਾ ਮੈਨੂੰ ਟ੍ਰਿਪ ਪ੍ਰੋਵਾਈਡ ਯਾਨੀ ਕਿ ਕਰਨ ਦਾ ਚਾਂਸ ਦਿੱਤਾ ਸੀ ਇੱਕ ਫਲੋਰੀਡਾ ਦਾ। ਵਟ ਡੂ ਯੂ ਹੈਵ, ਤੇਰੇ ਕੋਲੇ ਕੀ ਆ? ਉਹਨੇ ਪਹਿਲਾਂ ਤਾਂ ਜਾਣਨਾ ਜ਼ਰੂਰੀ ਹੈ ਗੱਲਾਂ ਕੌਣ ਕਰ ਰਿਹਾ। ਅੱਗੇ ਜਾ ਕੇ ਲਿਖਿਆ ਜੀ ਯਾਨੀ ਕਿ ਫਿਜ਼ੀਸ਼ੀਅਨ ਨੇ ਪੁੱਛੀ ਇਹ ਚੀਜ਼। ਫਿਜ਼ੀਸ਼ੀਅਨ ਮੀਨਸ ਡਾਕਟਰ। ਅੱਛਾ, ਇਹਦਾ ਮਤਲਬ ਡਾਕਟਰ ਉਹਨੂੰ ਕਹਿ ਰਿਹਾ ਵਾ ਜੀ। ਡਾਕਟਰ ਉਹਨੂੰ ਕੀ ਕਹਿ ਰਿਹਾ? ਕਹਿੰਦਾ ਜਿਹੜਾ ਲਾਸਟ ਰੈਪ ਸੀਗਾ, ਲਾਸਟ ਰੈਪ ਨੇ ਮੈਨੂੰ ਕਿਹਾ ਸੀਗਾ ਬਈ ਅਸੀਂ ਤੈਨੂੰ ਫਲੋਰੀਡਾ ਦਾ ਟ੍ਰਿਪ ਦੇ ਦਾਂਗੇ, ਤੇਰੇ ਕੋਲੇ ਕੀ ਆ? ਯਾਨੀ ਕਿ ਉਹ ਰਿਪਰੈਜ਼ੈਂਟੇਟਿਵ ਨੂੰ ਕਹਿ ਰਿਹਾ ਵਾ ਡਾਕਟਰ ਵੀ ਤੁਸੀਂ ਕੀ ਲੈ ਕੇ ਆਏ ਹੋ? ਮੈਨੂੰ ਤਾਂ ਪਿਛਲੀ ਵਾਰੀ ਫਲੋਰੀਡਾ ਦਾ ਯਾਨੀ ਕਿ ਟ੍ਰਿਪ ਦੇਣ ਦਾ ਵਾਅਦਾ ਕੀਤਾ ਸੀ ਜੀ, ਯਾਨੀ ਕਿ ਉਹ ਬੰਦੇ ਨੇ। ਹੀ ਵਾਜ਼, ਉਹ ਕਹਿੰਦੇ ਕਿ ਹਾਫ ਜੋਕਿੰਗ ਕਰ ਰਿਹਾ ਸੀਗਾ। ਹਾਫ ਜੋਕਿੰਗ ਦਾ ਮਤਲਬ ਕੀ ਹੋ ਗਿਆ? ਜਦੋਂ ਵੀ ਤੁਸੀਂ ਕਹੋ ਸਪੀਕਿੰਗ ਦੇ ਵਿੱਚ ਕਿ ਮੇਰਾ ਫਰੈਂਡ ਹਾਫ ਜੋਕਿੰਗ ਕਰ ਰਿਹਾ ਸੀਗਾ, ਇਹਦਾ ਮਤਲਬ ਤੁਹਾਡਾ ਫਰੈਂਡ ਝੂਠ ਬੋਲ ਰਿਹਾ ਸੀਗਾ ਜੀ। ਹਾਫ ਜੋਕਿੰਗ ਦਾ ਮਤਲਬ ਕਿ ਸਾਰੀ ਗੱਲ ਜੋ ਕੀਤੀ ਗਈ ਉਹਦੇ ਵਿੱਚੋਂ ਹਾਫ ਗੱਲ ਤਾਂ ਵੈਸੇ ਹੀ ਹਾਸੇ ਮਖੌਲ ਨਾਲ ਕਹੀ ਗਈ ਸੀਗੀ, ਉਹ ਸੱਚ ਨਹੀਂ ਸੀਗਾ। ਇਦਾਂ ਦੀਆਂ ਚੀਜ਼ਾਂ ਨੋਟ ਕਰਿਆ ਕਰੋ। ਬੈਂਡ ਸਕੋਰ 7 ਤੱਕ ਸਪੀਕਿੰਗ ਦੇ ਵਿੱਚ ਲੈ ਕੇ ਜਾਂਦੀਆਂ ਵਾ। ਤਾਂ ਹੁਣ ਮੈਨੂੰ ਹੈਡਿੰਗ ਦੱਸੋ ਜੀ। ਮੈਂ ਤੁਹਾਨੂੰ ਸਮਝਾਈ ਉਹ ਢੰਗ ਨਾਲ ਆ, ਸ਼ਾਇਦ ਤੁਹਾਨੂੰ ਇਹ ਵਧੀਆ ਹੁਣ ਤੁਸੀਂ ਮੈਨੂੰ ਦੱਸ ਪਾਓ, ਪਰ ਜੇ ਤੁਸੀਂ ਇਹ ਪਹਿਲੀ ਵਾਰੀ ਖੁਦ ਪੜ੍ਹਦੇ ਮੇ ਵੀ ਚਾਂਸਸ ਹੈਗੇ ਤੁਹਾਨੂੰ ਨਾ ਪਤਾ ਲੱਗਦਾ। ਧਿਆਨ ਨਾਲ ਪੜ੍ਹੋ ਜੀ। ਸਾਰੇ ਡਾਕਟਰ ਵੀ ਨਹੀਂ ਕਹਿੰਦੇ ਪਰਸੂਏਡ ਹੁੰਦੇਗੇ। ਚੂਜ਼ਿੰਗ ਦਾ ਬੈਸਟ ਆਫਰ, ਹੂ ਇਜ਼ ਰਿਸਪੋਂਸਿਬਲ,
ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਇਹ ਆਨਸਰ ਕੀ ਹੋ ਸਕਦਾ ਜੀ। ਹਾਂਜੀ ਹਾਂਜੀ ਪੰਜਵਾਂ ਸਰ ਪੰਜਵੇਂ ਨੰਬਰ ਲੱਗਦਾ ਜੀ। ਜੀ ਕਹਿੰਦੇ ਸਰ ਉਹ ਪੈਰੇ ਦੇ ਵਿੱਚ ਫੋਰ ਐਗਜ਼ਾਮਪਲ ਲਿਖੀ ਹੋਈ ਹੈ ਕਿਹੜੀ ਚੀਜ਼ ਦੀ ਵੀ ਡਾਕਟਰ ਕੀ ਹੋਪ ਰੱਖ ਰਿਹਾ ਵਾ ਡਰੱਗ ਕੰਪਨੀ ਤੋਂ, ਕਾਹਦੀ ਹੋਪ ਰੱਖ ਰਿਹਾ ਜੀ ਉਹ? ਲੱਗ ਰਿਹਾ ਮੈਨੂੰ। ਸਰ ਮੈਂ ਤੁਹਾਨੂੰ- ਮਤਲਬ ਕਿ ਕਹਿ ਤਾਂ ਰਿਹਾ ਉਹ ਤਾਂ ਪੁੱਛ ਮੈਂ ਰਿਹਾ ਤੁਹਾਨੂੰ ਵੀ ਸਾਰਾ what ਸਮਝਾਉਣਾ you ਜੀ। ਦੀ do ਓਵਰ have। ਰੱਖ ਰਿਹਾ ਨਾ ਕਿ ਲਾਸਟ ਵਾਰੀ ਮੈਨੂੰ ਟ੍ਰਿਪ ਹਾਂਜੀ, ਉੱਪਰ ਕਰਿਆ trip ਸੀ ਤੇ ਬਾਰੇ ਤੁਸੀਂ ਮਿਲਿਆ ਉੱਥੇ ਸੀ। ਕਰਦੇ ਦੇਖੋ ਹੋ। Fifth sir। ਪੰਜਵੇਂ ਦਾ ਮਤਲਬ ਹੈ ਜੀ ਉਹ ਰੀਡਿੰਗ ਦੇ ਵਿੱਚ ਲਿਖਿਆ ਹੋਇਆ ਵਾ ਫੋਰ Drug ਐਗਜ਼ਾਮਪਲ ਦਿੱਤੀ ਹੋਈ ਹੈ ਕਿ ਡਾਕਟਰ ਕੀ ਹੋਪ ਰੱਖਦਾ ਵਾ ਡਰੱਗ ਕੰਪਨੀ ਤੋਂ। ਡਾਕਟਰ ਕਾਹਦੀ ਹੋਪ ਰੱਖਦਾ ਵਾ ਬਈ ਮੈਨੂੰ ਇਹ ਟ੍ਰਿਪ ਦੇ ਕੇ ਜਾਣ, ਤਾਂ ਹੀ ਉਹਨੇ ਝੂਠ ਮਾਰਿਆ ਕਿ ਲਾਸਟ ਵਾਰੀ ਤਾਂ ਜੀ ਮੈਨੂੰ ਫਲੋਰੀਡਾ ਦਾ ਟ੍ਰਿਪ ਕਿਹਾ ਸੀ ਉਹਨਾਂ ਨੇ। ਯੈਸ ਸਰ ਨੂੰ ਹਾਂਜੀ ਸਰ ਹਾਂਜੀ। ਉਹਦਾ ਉੱਥੇ ਡਾਕਟਰ ਨੇ ਸਰ ਇਹ ਵੀ ਕਿ ਕੌਣ ਹਾਂਜੀ ਕੀ ਲੈ ਕੇ ਆਏ। ਹਾਂਜੀ 10ਵੇਂ ਦੇ ਵਿੱਚ ਕਿਹਾ ਜੀ ਕੌਣ ਕਹਿੰਦੇ ਜੀ ਪੇ ਕਰਦਾ ਵਾ ਡਾਕਟਰ ਦੇ ਫ੍ਰੀ ਗਿਫਟ ਦੇ ਲਈ। ਤਾਂ ਹੁਣ ਇਹਦਾ ਹੁਣ ਬੈਸਟ ਸੋਲੂਸ਼ਨ ਕੀ ਹੈ ਡੀਲ ਕਰਨ ਦਾ? ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਹਾਂਜੀ ਸਰ। ਕਲੀਅਰ ਹੈ ਜੀ ਸਾਰਿਆਂ ਨੂੰ? ਚਲੋ ਗਾਂ ਚੱਲਦੇ ਹਾਂ। ਤੇ ਹੁਣੇ ਤੁਹਾਡੀ ਲਾਸਟ ਵਿੱਚ ਵੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਜਿਹੜੇ ਬੱਚੇ ਨੂੰ ਤਾਂ ਚਲੋ ਜੇ ਪੰਜਵੇਂ ਨੰਬਰ ਵਾਲਾ ਜੇ ਲੱਗਿਆ ਵਾ ਉਹ ਥੋੜਾ ਚਲੋ ਹੋਰ ਤਰੀਕੇ ਨਾਲ ਸਮਝੇ ਤਾਂ ਵੈਲ ਐਂਡ ਗੁੱਡ ਆ। ਜਿਹੜੇ ਬੱਚੇ ਨੂੰ 10ਵਾਂ ਵੀ ਲੱਗ ਰਿਹਾ ਤਾਂ ਮੈਂ ਏਦਾਂ ਨਹੀਂ ਕਿ ਧੱਕੇ ਨਾਲ ਕਹਿ ਦੂੰਗਾ ਕਿ ਠੀਕ ਹੈ ਜੀ 5ਵਾਂ ਵੀ ਹੈ ਤੇ 10ਵਾਂ ਵੀ ਹੈ। ਚਲੋ ਜੀ ਨੈਕਸਟ ਚੱਲਦੇ ਹਾਂ। ਮੈਂ ਤੁਹਾਨੂੰ ਹਮੇਸ਼ਾ ਕਿਹਾ ਜਿੰਨਾ ਕੰਫਰਟੇਬਲ ਹੋ ਕੇ ਚੀਜ਼ਾਂ ਨੂੰ ਕਰੋਗੇ ਬੈਟਰ ਸਹੀ ਜਾਣਗੀਆਂ ਜੀ, ਇਹ ਗਰੰਟੀ ਹੈ ਮੇਰੀ। ਚਲੋ ਬੀ ਚ ਦੇਖੋ ਜਾ ਕੇ, ਤੁਸੀਂ ਸ਼ੁਕਰ ਮਨਾਓ ਕਿ ਪਹਿਲੇ ਪੈਰੇ ਵਿੱਚੋਂ ਤੁਹਾਨੂੰ ਸਿਰਫ ਦੋ ਦੇ ਵਿੱਚੋਂ ਚੂਜ਼ ਕਰਨਾ ਪੈਣਾ ਹੁਣ। ਦੋ ਦੇ ਵਿੱਚੋਂ ਤੁਹਾਨੂੰ ਦਿੱਤਾ ਕਿੰਨੀਆਂ ਹੋਈਆਂ ਚੀਜ਼ਾਂ, ਆਪਸ਼ਨਾਂ ਕਿੰਨੀਆਂ ਜ਼ਿਆਦੇ, ਤੁਸੀਂ ਸਾਰਿਆਂ ਨੂੰ ਰਿਜੈਕਟ ਕਰਕੇ ਸਿਰਫ ਦੋ ਸਿਲੈਕਟ ਕਰ ਲਈਆਂ ਜੀ। ਬਹੁਤ ਵਧੀਆ ਚੀਜ਼ ਹੈ। ਹੁਣ ਮੈਂ ਤੁਹਾਨੂੰ ਗਾਂ ਜਾ ਕੇ ਦੱਸਦਾ ਸਾਰਾ ਕੁਝ ਸੌਟ ਆਊਟ ਕਿਵੇਂ ਹੋਊਗਾ ਖੁਦ ਬ ਖੁਦ। ਚਲੋ ਜੀ ਬੀ ਪੈਰਾ ਪੜੋ ਜੀ। ਹੁਣ ਤੁਹਾਨੂੰ ਪਤਾ ਤਾਂ ਲੱਗ ਗਿਆ ਹੋਊਗਾ ਥੋੜਾ ਜਿਹਾ ਬਈ ਗਾਂ ਦੀਆਂ ਆਪਾਂ ਚੱਲਦੇ ਹਾਂ। ਕਹਿੰਦੇ ਵਟ ਵਾਜ਼, ਧਿਆਨ ਨਾਲ ਦੇਖੋ ਜੀ, ਯਾਨੀ ਕਿ ਵਟ ਵਾਜ਼ ਔਨ ਆਫਰ। ਕਹਿੰਦੇ ਉਹ ਦਿਨ ਕਿਹੜੀ ਚੀਜ਼ ਸੀਗੀ ਜੀ ਆਫਰ ਦੇ ਉੱਪਰ। ਦੇਖੋ ਕਿਮ ਆਈ ਹੈ ਨਾ ਡਾਕਟਰ ਨੂੰ ਮਿਲਣ ਦੇ ਲਈ, ਹੁਣ ਰੀਡਿੰਗ ਗਾਂ ਦੀਆਂ ਫਲੋ ਕਰੀ ਜਾਂਦੀ ਆ। ਕਹਿੰਦੇ ਉਹ ਦਿਨ ਕਿਹੜੀ ਚੀਜ਼ ਸੀਗੀ ਜੀ, ਤਾਂ ਕੀ ਸੀਗਾ? ਵਾਜ਼ ਏ ਪੇਅਰ ਆਫ ਟਿਕਟ ਫॉर ਏ ਨਿਊਯਾਰਕ। ਉਹਦੇ ਕਹਿੰਦੇ ਨਿਊਯਾਰਕ ਦੀ ਟਿਕਟ ਸੀਗੀ ਜੀ ਕਹਿੰਦੇ। ਬਟ ਵੈਸੇ ਜਿਹੜੇ ਕਹਿੰਦਾ ਕੋਈ ਵੀ ਦਿਨ ਹੁੰਦਾ ਵਾ, ਧਿਆਨ ਨਾਲ ਦੇਖਿਓ, ਯਾਨੀ ਕਿ ਉਹ ਦਿਨ ਕੀ ਸੀਗਾ ਜੀ? ਨਿਊਯਾਰਕ ਦੀਆਂ ਟਿਕਟ ਸੀਗੀਆਂ। ਬਟ ਵੈਸੇ ਕਹਿੰਦੇ ਜਿਹੜੇ ਕੋਈ ਹੋਰ ਦਿਨ ਹੁੰਦਾ ਨਾਰਮਲ ਡੇ, ਉਹਦੇ ਕਹਿੰਦੇ ਸ਼ੈਫਰ ਕੀ ਦਿੰਦਾ ਹੁੰਦਾ ਵਾ ਜੀ? ਉਹ ਫੀਮੇਲ ਕੋਲੇ ਕੀ ਹੁੰਦਾ ਉਹਦੇ ਜੀ? ਉਹਦੇ ਕੋਲੇ ਹੁੰਦਾ ਵਾ ਕਹਿੰਦੇ ਟਿਪੀਕਲ ਫॉर ਟੂਡੇ ਡਰੱਗ ਰੈਪ ਕਾਰ ਟਰੰਕ ਹੁੰਦਾ ਇੱਕ, ਜਿਹੜਾ ਫੁੱਲ ਆਫ ਪ੍ਰਮੋਸ਼ਨਲ ਗਿਫਟ ਹੁੰਦਾ। ਉਹਦੀ ਕਾਰ ਦੀ ਡਿੱਗੀ ਦੇ ਵਿੱਚ ਗਿਫਟ ਪਏ ਹੁੰਦੇ ਉਹਦੇ, ਯਾਨੀ ਕਿ ਗੈਜਟ ਪਏ ਹੁੰਦੇ ਆ। ਫਿਰ ਯਾਨੀ ਕਿ ਬਜਟ ਪਿਆ ਹੁੰਦਾ ਵਾ। ਬਜਟ ਦਾ ਮਤਲਬ ਪੈਸਾ ਧੇਲਾ ਹੁੰਦਾ ਉਹਦੇ ਕੋਲੇ। ਦੈਟ ਕੁਡ ਬਾਏ, ਜੋ ਕਿ ਬਾਏ ਕਰ ਸਕਦੀ ਆ। ਉਹ ਕੀ ਬਾਏ ਕਰ ਸਕਦੀ? ਯਾਨੀ ਕਿ ਲੰਚ ਤੇ ਡਿਨਰ ਫॉर ਏ ਸਮਾਲ ਕੰਟਰੀ, ਇੱਕ ਨਿੱਕੇ ਜਿਹੇ ਦੇਸ਼ ਦਾ ਲੰਚ ਤੇ ਡਿਨਰ ਆਪਾਂ ਖਰੀਦ ਸਕਦੇ ਹਾਂ। ਉਹਦੇ ਕੋਲੇ ਬਜਟ। ਸਮਰੀ ਕੀ ਨਿਕਲੀ? ਇਹਦਾ ਮਤਲਬ ਉਹ ਦਿਨ ਬੜਾ ਸਪੈਸ਼ਲ ਸੀਗਾ ਜੀ, ਕਿਉਂਕਿ ਉਹਦੇ ਕੋਲੇ ਕੀ ਸੀਗਾ? ਨਿਊਯਾਰਕ ਦੀਆਂ ਟਿਕਟ ਸੀਗੀਆਂ। ਵੈਸੇ ਨਾਰਮਲ ਦਿਨਾਂ ਚ ਕੀ ਹੁੰਦਾ ਜੀ? ਕਾਰ ਦੀ ਡਿੱਗੀ ਦੇ ਵਿੱਚ ਪ੍ਰਮੋਸ਼ਨਲ ਗਿਫਟ ਪਏ ਹੁੰਦੇ ਆ, ਗੈਜਟ ਪਏ ਹੁੰਦੇ ਆ, ਬਜਟ ਪਾਇਆ ਹੁੰਦਾ ਜਿਹਨਾਂ ਨਾਲ ਇੱਕ ਸਮਾਲ ਕੰਟਰੀ ਦਾ ਲੰਚ ਤੇ ਡਿਨਰ ਖਰੀਦਿਆ ਜਾ ਸਕਦਾ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਸਮਾਰਟ ਜਿਹੇ ਤਰੀਕੇ ਦੇ ਨਾਲ ਕੀ ਹੋ ਸਕਦਾ? ਧਿਆਨ ਨਾਲ। ਸਾਰੇ ਡਾਕਟਰ ਵੀ ਕਹਿੰਦੇ ਪਰਸੂਏਡ ਨਹੀਂ ਹੁੰਦੇ। ਚੂਜ਼ਿੰਗ ਦਾ ਬੈਸਟ ਆਫਰਸ, ਹੂ ਇਜ਼ ਰਿਸਪੌਂਸਿਬਲ, ਕਹਿੰਦੇ ਪ੍ਰਮੋਸ਼ਨ ਦੇ ਵਿੱਚ ਵਾਧਾ ਕਰਨ ਦੇ ਲਈ ਕੌਣ ਰਿਸਪੌਂਸਿਬਲ ਆ? ਫਾਈਟਿੰਗ ਦਾ ਡਰੱਗ ਕੰਪਨੀ। ਪੰਜਵਾਂ ਹੋ ਹੀ ਗਿਆ ਜੀ। ਇਹਦੇ ਵਿੱਚ ਲਿਖਿਆ ਗਿਫਟ ਤੇ ਨਾਲ ਫਾਈਨੈਂਸ਼ੀਅਲ ਇਨਸੈਂਟਿਵ ਵੀ ਹੈ ਜੀ। ਕਹਿੰਦੇ ਰਿਸਰਚ ਸ਼ੋਜ਼ ਪ੍ਰਮੋਸ਼ਨ ਵਰਕ। ਮੈਨੂੰ ਧਿਆਨ ਨਾਲ ਦੱਸੋ ਜੀ ਕਿਹੜਾ ਹੋ ਸਕਦਾ? ਹਾਂਜੀ ਹਾਂਜੀ ਸਰ Sixth sir। ਲੱਗ ਰਿਹਾ
ਧਿਆਨ ਨਾਲ ਦੇਖਿਓ, ਉਹਦੇ ਕੋਲੇ ਗਿਫਟ ਤਾਂ ਸੀਗੇ ਤੇ ਨਾਲ ਆ ਕਿੰਦਾ ਸਿਨੋਨਿਮ ਆ ਜੀ? ਸਰ ਮਨੀ ਦਾ ਮਤਲਬ ਬਜਟ ਦਾ ਸਰ, ਬਜਟ ਦਾ। ਬਿਲਕੁਲ ਦਾ। ਆ ਜੀ sir। ਜਮਾ ਕਲੋਜ਼ ਮੈਚ ਹੋਇਆ। ਕੀ ਕੋਈ ਹੋਰ ਕਲੋਜ਼ ਮੈਚ ਹੋਇਆ ਬਹੁਤ ਜ਼ਿਆਦਾ ਜੀ? ਸਰ ਨਹੀਂ ਉਹਦਾ sir। ਨਹੀਂ sir। ਪਾਇਆ ਸੀਗਾ ਉਹਨਾਂ ਨੇ, ਨਹੀਂ ਬਟ ਹੋਇਆ। ਨਹੀਂ ਨਹੀਂ ਹੈਗਾ। ਨਹੀਂ ਜੀ, ਹਾਂ, ਤਾਂ ਕਿਹੜਾ ਆ ਗਿਆ ਜੀ ਇਹਦਾ? 6ਵੇਂ ਨੰਬਰ Sixth ਵਾਲਾ। ਬਿਲਕੁਲ ਜੀ। ਸੀ ਤੇ ਚੱਲਦੇ ਆ ਜੀ, ਧਿਆਨ ਨਾਲ ਦੇਖਿਓ, ਬਹੁਤ ਧਿਆਨ ਨਾਲ ਪੜ੍ਹਨਾ। ਆਪਾਂ ਇਹ ਦੋ ਪੈਸੇ ਚੱਕੇ ਸੀਗੇ ਜੀ, ਵੋਲਿਊਮ ਤੇ ਕੈਂਬਰੇਜ, ਦੋ ਚੱਕੇ ਸੀਗੇ ਆਪਾਂ। ਚਲੋ ਜੀ ਸੀ ਤੇ ਚੱਲਦੇ ਆ ਜੀ ਆਪਾਂ, ਧਿਆਨ ਨਾਲ ਦੇਖਿਓ ਜੀ। ਸੀ ਓਕੇ, ਕਹਿੰਦੇ ਕਿ ਸੈਲਿੰਗ ਫਾਰਮਾਸਿਊਟੀਕਲਸ। ਫਾਰਮਾਸਿਊਟੀਕਲਸ ਕਿਹਨਾਂ ਨੂੰ ਕਹਿੰਦੇ ਆ? ਮੈਡੀਸਿਨ ਵਗੈਰਾ ਨੂੰ ਕਹਿ ਦਿੰਦੇ ਆ ਜੀ। ਕਹਿੰਦੇ ਫਾਰਮਾਸਿਊਟੀਕਲਸ ਵੇਚਣਾ ਇੱਕ ਡੇਲੀ ਦਾ ਕੰਮ ਆ ਜੀ। ਕਹਿੰਦੇ ਕਿਹਦੇ ਵਿੱਚ? ਐਥੀਕਲ ਜੱਜਮੈਂਟ ਦੇ ਵਿੱਚ। ਗਾਂ ਰਹਿ ਕੇ ਕੀ ਕਿਹਾ? ਜੇ ਤੁਹਾਨੂੰ ਪਹਿਲੀ ਨਹੀਂ ਸਮਝ ਆਈ, ਡੋਂਟ ਵਰੀ, ਗਾਂ ਚੱਲੋ ਜੀ। ਸੇਲਸ ਪੀਪਲ ਲਾਈਕ, ਸੇਲਸ ਪੀਪਲ ਜਿਵੇਂ ਕਿ ਆਹ ਫੀਮੇਲ ਦਾ ਨਾਮ ਲਿਖਿਆ ਜੀ, ਡਾਕਟਰ ਨੂੰ ਮਿਲਣਾ ਹੀ ਸੀ, ਇਹ ਉਹਦਾ ਸਰਨੇਮ। ਸੇਲਸ ਪੀਪਲ ਜਿਵੇਂ ਕਿ ਕਹਿੰਦੇ ਕਿਮ walk the line between common practice of buying a ਹਾਂਜੀ prospect time with the free meal, bribing doctor to ਯਾਨੀ ਕਿ prescribe their drugs। ਧਿਆਨ ਨਾਲ ਦੇਖਿਓ ਜੀ। ਕਹਿੰਦੇ ਜਿਹੜੇ ਸੇਲਸ ਪੀਪਲ ਹੁੰਦੇ ਨਾ, ਜਿਵੇਂ ਕਿ ਕਿਮ walk the line between common practice, ਇਹ common ਜੀ practice ਕਿਹੜੀ ਹੈ ਜੀ? buying a prospect time with the free meal, ਇਹ ਕਹਿੰਦੇ ਜੀ ਫ੍ਰੀ ਮੀਲ ਦੇ ਦਿੰਦੇ ਆ ਜੀ, ਡਾਕਟਰ ਨੂੰ ਰਿਸ਼ਵਤ ਦੇ ਦਿੰਦੇ ਆ ਜੀ। ਕਾਹਦੀ ਰਿਸ਼ਵਤ? ਯਾਨੀ ਕਿ ਪ੍ਰੀਸਕ੍ਰਾਈਬ ਦਾ ਮਤਲਬ ਹੁੰਦਾ ਤੁਸੀਂ ਗਾਂ ਰੈਕੋਮੈਂਡ ਕਰਨਾ ਜੀ, ਬਈ ਤੁਸੀਂ ਗਾਂ ਰੈਕੋਮੈਂਡ ਕਰੋ। ਕਹਿੰਦੇ ਸਾਡੀਆਂ ਡਰੱਗਸ, ਡਰੱਗ ਕੰਪਨੀ ਵਾਲੇ ਡਾਕਟਰਸ ਨੂੰ ਪੱਟਦੇ ਆ ਜੀ, ਆ ਕੇ ਰਿਸ਼ਵਤ ਦੇ ਦਿੰਦੇ ਆ ਵੀ ਤੁਸੀਂ ਹੁਣ ਤੋਂ ਬਾਅਦ ਚੋਂ ਹੈਡਿਕ ਦੇ ਲਈ ਡੈਸਪਰੀਨ ਨਹੀਂ ਵਰਤਿਆ ਕਰਨੀਗੀ, ਤੁਸੀਂ ਸਾਡੀ ਕੰਪਨੀ ਦੀ ਨਵੀਂ ਟੈਬਲੇਟ ਯੂਜ਼ ਕਰੋ। ਨੈਚੁਰਲ ਜੀ ਗੱਲ ਆ, ਪਹਿਲਾਂ ਡੈਸਪਰੀਨ ਨੇ ਵੀ ਤਾਂ ਡਾਕਟਰਸ ਨੂੰ ਪੱਟਿਆ ਹੀ ਹੋਊਗਾ ਜੀ, ਕਿ ਬਰਾਈਬਰੀ ਦਿੱਤੀ ਹੋਣੀ ਆ, ਟ੍ਰਿਪ ਦਿੱਤਾ ਹੋਣਾ ਵਾ, ਸ਼ਿਮਲੇ ਦਾ ਟ੍ਰਿਪ ਮਿਲਿਆ ਹੋਣਾ ਵਾ, ਬੜੀਆਂ ਚੀਜ਼ਾਂ ਮਿਲੀਆਂ ਹੋਣੀਆਂ ਜੀ। ਹੁਣ ਕੋਈ ਨਵੀਂ ਕੰਪਨੀ ਆ ਗਈ, ਉਹ ਕਹਿ ਰਹੀ ਹੈ ਕਿ ਜੀ ਆਪਾਂ ਡੈਸਪਰੀਨ ਤੋਂ ਵੀ ਜ਼ਿਆਦਾ ਡਾਕਟਰ ਨੂੰ ਦੇ ਦਾਂਗੇ, ਤੇ ਡਾਕਟਰ ਨੇ ਕਿੱਧਰ ਹੋ ਜਾਣਾ? ਮੈਂ ਡਾਕਟਰ ਜਿੱਧਰਲੇ ਪਾਸੇ ਨੂੰ ਪ੍ਰੋਫਿਟ ਦਿਖੂਗਾ ਜੀ। ਨੋਟ ਆਲ ਬਟ ਸਮ, ਕੁਝ ਕੁ ਡਾਕਟਰ ਦੇ ਵਰਕ ਇਨ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਇਹ ਕੰਮ ਕਰਦੇ ਆ, ਇਹ ਕਿਹੜੀ ਫੀਲਡ ਦੇ ਵਿੱਚ ਕੰਮ ਕਰਦੇ ਆ, ਕਿਹੜੀ ਇੰਡਸਟਰੀ 'ਚ ਕੰਮ ਕਰਦੇ ਆ, ਜਿਹੜੀ ਹਾਈਲੀ ਕ੍ਰਿਟੀਸਾਈਜ਼ਡ ਹੁੰਦੀਆਂ ਜੀ, ਇਹਨਾਂ ਦੀ ਸੇਲ ਦੇ ਲਈ ਵੀ, ਮਾਰਕੀਟਿੰਗ ਪ੍ਰੈਕਟਿਸਿਸ ਦੇ ਲਈ। ਜਿੱਥੇ ਜੀ ਕਹਿੰਦੇ ਆ ਸੇਲਸ ਪੀਪਲ ਕੰਮ ਕਰਦੇ ਆ ਨਾ, ਇਹ ਬੜੇ ਕ੍ਰਿਟੀਸਾਈਜ਼ਡ ਹੁੰਦੀਆਂ ਜੀ ਇਹ ਫੀਲਡਾਂ, ਤੇ ਖੁਦ ਦੀਆਂ ਮਾਰਕੀਟਿੰਗ ਪ੍ਰੈਕਟਿਸ ਵੀ ਜਿਹੜੀਆਂ ਇਹ ਬੜੀਆਂ ਕ੍ਰਿਟੀਸਾਈਜ਼ਡ ਚੀਜ਼ਾਂ ਹੁੰਦੀਆਂ ਜੀ। ਕਹਿੰਦੇ ਲੋਕੀ ਬੜਾ ਬੁਰਾ ਭਲਾ ਕਹਿੰਦੇ ਜੀ ਇਹਨਾਂ ਨੂੰ। ਚਲੋ ਜੀ ਚੱਲਦੇ ਆਪਾਂ ਉੱਧਰ। ਇਹਦੇ ਵਿੱਚ ਇਹ ਪੈਰਾ ਨਾ ਇੱਕ ਨੈਗੇਟਿਵ ਜਿਹਾ ਪੈਰਾਗ੍ਰਾਫ ਸੀਗਾ, ਇੱਕ ਨੈਗੇਟਿਵ ਜਿਹਾ ਪੈਰਾਗ੍ਰਾਫ। ਚਲੋ ਜਾ ਕੇ ਦੇਖੋ ਜੀ, ਧਿਆਨ ਨਾਲ ਦੱਸਿਓ ਜੀ ਮੈਨੂੰ ਕਿ ਕਿਹੜਾ ਜੀ। ਹਾਂਜੀ, ਧਿਆਨ ਨਾਲ ਪੜ੍ਹ ਕੇ ਦੱਸਿਓ ਜੀ ਕੀ ਹੋ ਸਕਦਾ। ਹਾਂਜੀ, ਤੁਹਾਨੂੰ ਮਿਊਟ ਤੋਂ ਖੋਲਦਾ ਜੀ। So ਹਾਂਜੀ, third, ਮੈਨੂੰ who is responsible for ਹਾਂਜੀ। who is responsible for the increase in inflation? ਸੈਕਿੰਡ ਤੇ ਲਿਖਿਆ ਵਾ ਚੂਜ਼ਿੰਗ ਦਾ ਬੈਸਟ ਗਿਫਟ। ਤੀਜੇ ਵਿੱਚ ਲਿਖਿਆ ਪਿਆ ਕਿ ਕੌਣ ਰਿਸਪੌਂਸੀਬਲ ਆ ਜੀ। ਕਹਿੰਦੇ ਯਾਨੀ ਕਿ ਪ੍ਰਮੋਸ਼ਨਸ ਦੇ ਵਿੱਚ ਵਾਧਾ ਕਰਨਾ। ਪ੍ਰਮੋਸ਼ਨ ਕਿਹੜੀ ਕਹਿ ਰਹੇ ਆ ਜੀ? ਇਹ ਪ੍ਰਮੋਸ਼ਨ ਕਿਹੜੀ ਕਹਿ ਰਹੇ ਆ? Pharmaceuticals, medicines. ਆ ਮੈਡੀਸਾਈਨ ਦੀ ਪ੍ਰਮੋਸ਼ਨ ਕਰਨ ਦੇ ਲਈ ਕੌਣ ਰਿਸਪੌਂਸੀਬਲ ਆ? ਕੀ ਇਹ ਪਹਿਲੇ ਚ ਲਿਖਿਆ ਕਿ ਕੌਣ ਰਿਸਪੌਂਸੀਬਲ ਹੁੰਦਾ ਵਾ ਮੈਡੀਸਾਈਨ ਨੂੰ ਪ੍ਰਮੋਟ ਕਰਨ ਚ? ਨਾ ਉੱਥੇ ਕੁਐਸਚਨ ਮਾਰਕ ਪਾਇਆ ਸੀਗਾ ਦੋਨੋਂ ਪੈਸੇਜ ਦੀ ਲਾਸਟ ਤੇ। ਹਾਂਜੀ,
ਸਰ 7 ਤੇ 4 ਤੇ ਡਾਊਟ ਲੱਗ ਰਿਹਾ ਮੈਨੂੰ। ਸਹਿਮਤ ਦੇਖਿਓ ਜੀ, ਧਿਆਨ ਨਾਲ ਦੱਸਦੀ ਆ ਜੀ। ਕਹਿੰਦੇ ਰਿਸਰਚ ਨੇ ਸ਼ੋ ਕੀਤਾ ਕਿ ਪ੍ਰਮੋਸ਼ਨ ਕੰਮ ਕਰਦੀ ਹੈ। ਲਿਖਿਓ ਉੱਥੇ ਕਦੇ ਵੀ ਇਹ ਚੀਜ਼ਾਂ ਕੰਮ ਕਰਦੀਆਂ ਵਾ? No, sir. ਤਾਂ ਲਿਖਿਆ ਜੀ। ਹੋਰ ਚਲੋ ਮੈਂ ਤੁਹਾਨੂੰ ਦੁਬਾਰਾ ਉਹ ਪੈਰੇ ਚ ਲੈ ਕੇ ਆਣਾ। ਇਹਦਾ ਮਤਲਬ ਇਹ ਪੈਰੇ ਦੇ ਵਿੱਚ ਤੁਸੀਂ ਕਨਫਿਊਜ਼ ਹੋ ਗਏ ਜੀ ਟੋਟਲੀ ਸਾਰੇ ਜਾਣੇ, ਕੋਈ ਕੀ ਕਹਿ ਰਿਹਾ ਕੋਈ ਕੀ ਕਹਿ ਰਿਹਾ ਵਾ। ਫਿਰ ਇੱਕ ਵਾਰੀ ਆਪਾਂ ਉਧਰਲੇ ਪਾਸੇ ਜਾਂਦੇ ਆ। ਮੈਨੂੰ ਧਿਆਨ ਨਾਲ ਦੱਸੋ ਵੀ ਕਿੱਥੇ ਲਿਖਿਆ ਬੈਸਟ, ਕਿੱਥੇ ਲਿਖਿਆ ਕਿ ਜਿਹੜੀਆਂ ਇਹ ਆਫਰਸ ਹੈਗੀਆਂ ਵਾ ਇਹ ਬੈਸਟ ਆ। ਤੁਹਾਨੂੰ ਹਮੇਸ਼ਾ ਕਹਿਣਾ ਉਹਨਾਂ ਵੈਸੇ ਹੈਡਿੰਗ ਦੇ ਵਿੱਚ ਉਹਨਾਂ ਨੇ ਚੱਕ ਕੇ ਮੰਨ ਕੇ ਲਓ ਸੁਪਰਲੇਟਿਵ ਡਿਗਰੀ ਲਾਤੀ। ਦੇਖਾਂਗੇ ਤਾਂ ਸਹੀ ਨਾ, ਅੱਗੇ ਜਾ ਕੇ ਲਿਖਿਆ ਪਿਆ ਸੀਗਾ ਜੀ ਰਿਸਰਚ ਨੇ ਸ਼ੋਅ ਕਰਤਾ ਵੀ ਇਹ ਚੀਜ਼ਾਂ ਵਾਕਈ ਕੰਮ ਕਰਦੀਆਂ ਵਾ। ਮੈਨੂੰ ਦਿਖਾਇਓ ਕਿ ਜੀ ਕਿੱਥੇ ਲਿਖਿਆ ਵੀ ਕੰਮ ਕਰਦੀਆਂ ਵਾ। ਇੱਕ ਆਪਾਂ ਨੂੰ ਲੱਗ ਰਿਹਾ ਸੀਗਾ ਜੀ ਇਹਦੇ ਵਿੱਚ ਲਿਖਿਆ ਪਿਆ ਕਿ ਮੈਡੀਸਾਈਨ ਦੀ ਪ੍ਰਮੋਸ਼ਨ ਕਰਾਉਣ ਦੇ ਵਿੱਚ ਦੇ ਲਈ ਰਿਸਪੌਂਸੀਬਲ ਕੌਣ ਆ। ਉਹ ਦੇਖਿਓ ਵੀ ਕੀ ਇਹਦੇ ਵਿੱਚ ਕੋਈ ਲਿਖਿਆ ਕਿ ਜੀ ਮੈਡੀਸਾਈਨ ਦੀ ਪ੍ਰਮੋਸ਼ਨ ਕੌਣ ਕਰਾਉਂਦਾ ਵਾ, ਰਿਸਪੌਂਸੀਬਲ ਕੌਣ ਆ ਉਹਦੇ ਲਈ। ਧਿਆਨ ਨਾਲ ਪੜਿਓ ਜੀ। ਕਹਿੰਦੇ ਜੀ ਜਿਹੜੀਆਂ ਆ ਇਹਨੂੰ ਤੁਸੀਂ ਮੰਨ ਕੇ ਚੱਲੋ ਜੀ ਮੈਡੀਸਾਈਨਸ। ਹਲੋ ਜੀ ਮੈਡੀਸਾਈਨ ਮੰਨੋ ਜੀ, ਇਹਨੂੰ ਮੈਡੀਸਾਈਨ ਵੇਚਣਾ ਇੱਕ ਡੇਲੀ ਦਾ ਕੰਮ ਆ ਜੀ। ਐਥੀਕਲ ਜੱਜਮੈਂਟ ਦੇ ਵਿੱਚ ਸੇਲਸ ਪੀਪਲ ਜਿਵੇਂ ਕਿ ਕਿਮ ਇਹ ਕਹਿੰਦੇ ਕੀ ਕਰਦੇ ਆ ਜੀ, ਕਹਿੰਦੇ ਦਾ ਕਾਮਨ ਪ੍ਰੈਕਟਿਸ ਕੀ ਹੈ ਜੀ, ਕਾਮਨ ਆ ਬੈਸਟ ਨਹੀਂ ਗੀ ਜੀ। ਕਾਮਨ ਪ੍ਰੈਕਟਿਸ ਆ ਫ੍ਰੀ ਮੀਲ ਦੇ ਦੋ, ਬਰਾਈਬਰੀ ਦੇ ਦੋ, ਕਿ ਡਾਕਟਰ ਰეკਮੈਂਡ ਕਰ ਦਵੇ ਸਾਡੀਆਂ ਡਰੱਗਸ। ਤਾਂ ਹੁਣ ਧਿਆਨ ਨਾਲ ਦੇਖਿਓ ਉਹ ਕਹਿੰਦੇ ਕੰਮ ਕਰਦੇ ਕਿਹੜੀਆਂ ਫੀਲਡਾਂ ਵਿੱਚ ਜਿੱਥੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਜੀ, ਮਾਰਕੀਟਿੰਗ ਪ੍ਰੈਕਟਿਸਿਸ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਜੀ। ਹਾਂਜੀ ਜੀ, ਅੱਗੇ ਜਾ ਕੇ ਕੀ ਲਿਖਿਆ ਜੀ ਇਹਨਾਂ ਨੇ, ਕਹਿੰਦੇ ਦੇ ਵਰਕ ਇਨ, ਕਹਿੰਦੇ ਜੀ ਉਹ ਕੰਮ ਕਰ, ਹਾਂਜੀ ਇਹ ਤਾਂ ਆਪਣਾ ਕਹਿੰਦੇ ਬਟ ਫਾਈਂਡ ਦੈਮਸੈਲਵਸ, ਕਹਿੰਦੇ ਆਪਣੇ ਆਪ ਨੂੰ ਕਿੱਥੇ ਪਾਉਂਦੇ ਜੀ, ਮਿਡਲ ਆਫ ਯਾਨੀ ਕਿ 올ਡ ਏਜ ਜੋ ਚਿਕਨ ਆ ਜੀ। ਤੇ ਕਹਿੰਦੇ ਹਾਂਜੀ ਕੁਐਸਚਨ ਦੇ ਵਿੱਚ ਪਾਉਂਦੇ ਆਪਣੇ ਆਪ ਨੂੰ ਜੀ। ਬਿਜ਼ਨਸ ਵਾਂਟ ਯੂਜ਼ ਸਟ੍ਰੈਟਜੀ ਦੈਟ ਵਾਂਟ ਵਰਕ, ਬਿਜ਼ਨਸ ਉਹ ਸਟ੍ਰੈਟਜੀ ਯੂਜ਼ ਹੀ ਨਹੀਂ ਕਰਦਾ ਜਿਹੜੀਆਂ ਕੰਮ ਨਹੀਂ ਕਰਦੀਆਂ ਜੀ। ਸੋ ਕੀ ਕਹਿੰਦੇ ਫਿਰ ਡਾਕਟਰ ਨੂੰ ਬਲੇਮ ਕਰਨਾ ਚਾਹੀਦਾ ਜੀ ਆਪਾਂ ਨੂੰ। ਧਿਆਨ ਨਾਲ ਦੇਖਿਓ ਜੀ ਇਹਦੇ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਪਈਆਂ। ਹੁਣ ਜਾ ਕੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਪਹਿਲੇ ਦੇ ਵਿੱਚ ਲਿਖਿਆ ਪਿਆ ਸੀਗਾ ਚੂਜ਼ਿੰਗ ਦਾ ਬੈਸਟ ਆਫਰ, ਕਿਤੇ ਨਹੀਂ ਲਿਖਿਆ ਹੋਇਆ ਜੀ। ਸੱਤਵਾਂ ਕਹਿੰਦਾ ਰਿਸਰਚ ਨੇ ਸ਼ੋਅ ਕਰਤਾ ਇਹ ਚੀਜ਼ ਕੰਮ ਕਰਦੀ ਹੈ, ਕਿਤੇ ਨਹੀਂ ਲਿਖਿਆ ਪਹਿਲੇ ਦੇ ਵਿੱਚ ਵੀ ਇਹ ਚੀਜ਼ ਕੰਮ ਕਰਦੀ ਹੈ ਜੀ ਸੱਤਵੇਂ ਚ। ਤੀਜਾ ਸੌਰੀ ਚੌਥਾ ਕਹਿੰਦਾ ਫਾਈਟਿੰਗ ਦਾ ਡਰੱਗ ਕੰਪਨੀਜ਼, ਕਿਤੇ ਵੀ ਨਹੀਂਗਾ। ਸਾਰੇ ਡਾਕਟਰ ਨੂੰ ਪਰਸੂਏਡ ਨਹੀਂ ਕੀਤਾ ਜਾ ਸਕਦਾ, ਨਹੀਂ ਲਿਖਿਆ ਜੀ। ਹਾਈ ਕਾਸਟ ਆਫ ਰਿਸਰਚ ਨਹੀਂ ਲਿਖਿਆ ਜੀ। ਪੋਜ਼ਿਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ ਨਹੀਂ ਲਿਖਿਆ ਜੀ। ਹੂ ਰੀਅਲੀ ਪੇਜ਼ ਫॉर ਡਾਕਟਰ ਨਹੀਂ ਲਿਖਿਆ ਜੀ। ਹਾਂਜੀ ਪ੍ਰਮੋਸ਼ਨ ਨੂੰ ਵਧਾਉਣ ਦੇ ਲਈ ਕੌਣ ਰਿਸਪੌਂਸੀਬਲ ਆ, ਮੈਡੀਸਾਈਨ ਦੀ ਪ੍ਰਮੋਸ਼ਨ ਕੌਣ ਕਰਦਾ ਵਾ ਜੀ, ਡਾਕਟਰ ਖੁਦ ਮੈਡੀਸਾਈਨ ਨੂੰ ਪ੍ਰਮੋਟ ਕਰਦਾ ਵਾ ਕਿ ਜੀ ਡਰੱਗ ਕੰਪਨੀਜ਼ ਡਾਕਟਰ ਕੋਲੇ ਆਉਂਦੀਆਂ ਉਹਨੂੰ ਫ੍ਰੀ ਮੀਲ ਦਿੰਦੀਆਂ ਵਾ, ਉਹਨੂੰ ਰਿਸ਼ਵਤ ਦਿੰਦੀਆਂ ਵਾ ਕਿ ਜੀ ਸਾਡੀ ਡਰੱਗ ਨੂੰ ਪ੍ਰਮੋਟ ਕਰਦੇ। ਫਿਰ ਪ੍ਰਮੋਸ਼ਨ ਦੇ ਲਈ ਰਿਸਪੌਂਸੀਬਲ ਕੌਣ ਆ ਜੀ? दो मिनट होल्ड रखते 2 मिनट। ਹਾਂਜੀ ਤਾਂ ਮੈਨੂੰ ਇਹ ਪਹਿਰਾ ਹੁਣ ਤੁਸੀਂ ਧਿਆਨ ਨਾਲ ਪੜ੍ਹ ਕੇ ਦੱਸਣਾ ਜੀ। ਤੁਹਾਨੂੰ ਮਿਊਟ ਤੋਂ ਖੋਲਦੇ ਜੀ। ਹੁਣ ਮੈਨੂੰ ਦੱਸੋ ਕਿ ਇਹਦੀ ਜੋ ਹੈਡਿੰਗ ਹੈ ਜੀ ਉਹ ਕੀ ਹੋ ਸਕਦੀ? ਹਾਂਜੀ Sir, third. ਕਿਉਂਕਿ ਉਹਦੇ ਵਿੱਚ ਸੇਲਸ ਪਰਸਨ ਰਿਸਪੌਂਸੀਬਲ ਲਾਓਗੇ ਥਰਡ ਦੇ ਵਿੱਚ ਲਿਖਿਆ ਹੋਇਆ ਕਿ ਜੀ ਪ੍ਰਮੋਸ਼ਨ ਵਧਾਉਣ ਦੇ ਲਈ ਕੌਣ ਜ਼ਿੰਮੇਵਾਰ ਆ, ਤੇ ਤੁਹਾਨੂੰ ਇਹ ਪਹਿਰੇ ਚ ਕਿਸੇ ਬਾਰੇ ਲਿਖਿਆ ਹੋਇਆ ਦਿਖਿਆ ਵੀ ਕੌਣ ਜ਼ਿੰਮੇਵਾਰ ਆ? ਕੌਣ ਜ਼ਿੰਮੇਵਾਰ ਹੈ? ਡਰੱਗ ਕੰਪਨੀਜ਼ ਜ਼ਿੰਮੇਵਾਰ ਹੈ। ਡਰੱਗ ਕੰਪਨੀਜ਼, ਕਿਉਂਕਿ ਮੈਡੀਕਲ ਰੈਪਸ ਬਾਰੇ ਗੱਲ ਕੀਤੀ ਨਾ ਸਰ ਜੀ ਉੱਥੇ। ਹਾਂਜੀ ਕੀ ਕਹਿ ਰਹੇ? ਮੈਡੀਕਲ ਰੈਪਸ ਬਾਰੇ ਗੱਲ ਕਰੀਏ ਨਾ, ਉਹ ਜਿਹੜੇ ਪ੍ਰੋਡਕਟ ਲੈ ਕੇ ਆਉਂਦੇ ਆ ਡਾਕਟਰਸ ਕੋਲ, ਬਿਲਕੁਲ ਬਿਲਕੁਲ, ਤੇ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ ਆ ਮੈਡੀਕਲ ਰੈਪਸ, ਬਿਲਕੁਲ ਬਿਲਕੁਲ ਉਹਨਾਂ ਨੂੰ ਹੂ ਲਿਖਿਆ ਹੋਇਆ ਇੱਥੇ। ਬਿਲਕੁਲ ਬਿਲਕੁਲ ਜੀ। ਤਾਂ ਇਹ ਆਪਣਾ ਨਾ ਹੀ ਤਾਂ ਜੀ ਫਿਰ ਆਪਣਾ ਉਹ ਤੀਸਰੇ ਨੰਬਰ ਵਾਲਾ, ਸੌਰੀ ਯਾਨੀ ਕਿ ਦੂਜੇ ਨੰਬਰ ਵਾਲਾ ਹੈਗਾ ਜੀ, ਤੇ ਨਾ ਹੀ ਇਹ ਆਪਣਾ ਹੈਗਾ ਜੀ 7ਵੇਂ
ਨੰਬਰ ਵਾਲਾ, ਇਹ ਆਪਣਾ 3rd ਨੰਬਰ ਵਾਲਾ ਸੀਗਾ ਜੀ। ਅੱਗੇ ਚੱਲਦੇ ਆ ਜੀ, ਡੋਂਟ ਵਰੀ, ਕਨਫਿਊਜ਼ ਨਹੀਂ ਹੋਣਾ, ਕਿਉਂਕਿ ਇਹ ਪਹਿਲਾਂ ਵਾਲੇ ਪੈਸੇਜ ਦੇ ਨਾਲੋਂ ਥੋੜੀਆਂ ਜਿਹੀਆਂ ਟ੍ਰਿਕੀ ਆਪਾਂ ਜ਼ਿਆਦਾ ਕਹਿ ਸਕਦੇ ਹਾਂ। ਜ਼ਿਆਦਾ ਫਰਕ ਨਹੀਂ ਹੈਗਾ, ਵੈਸੇ ਜ਼ਿਆਦਾ ਨਹੀਂ ਟਫ ਹੈਗੀਆਂ ਜੀ। ਫਾਈਨਲ ਲੈਵਲ ਵੀ ਸੇਮ ਹੀ ਹੁੰਦਾ ਜੀ ਹੈਡਿੰਗ ਦਾ। ਫਾਈਨਲ ਲੈਵਲ 'ਚ ਵੀ ਉਹ ਕੀ ਕਰਨਗੇ, ਸਮਰੀ ਤਾਂ ਕੱਢਣੀ ਪੈਣੀ ਹੈ ਨਾ, ਏਦਾਂ ਤਾਂ ਹੋ ਹੀ ਨਹੀਂ ਸਕਦਾ ਜੀ ਉਹ ਕਿ ਕਿਤੋਂ ਨਾ ਹੈਡਿੰਗ ਦੇ ਵਿੱਚ ਪਾਉਣ। ਸੋ ਸੇਮ ਲੈਵਲ ਜਿਹੜਾ ਤੁਸੀਂ ਕਰੀ ਜਾਂਦੇ ਹੋ, ਤੁਹਾਨੂੰ ਫਾਈਨਲ ਲੈਵਲ ਦੇ ਵਿੱਚ ਤੱਕ ਕਰਨਾ ਏਦਾਂ ਦੀ ਚੀਜ਼। ਬਸ ਤੁਸੀਂ ਉੱਤੇ ਥੋੜਾ ਜਿਹਾ ਪੈਨਿਕ ਹੋਵੋਗੇ, ਤੁਸੀਂ ਘਬਰਾਏ ਬੈਠੇ ਹੋਵੋਗੇ, ਉਹ ਗੱਲ ਵੱਖਰੀ ਹੈ। ਤਾਂ ਅੱਗੇ ਜਾ ਕੇ ਦੇਖਿਓ ਜੀ ਡੀ ਦੇ ਵਿੱਚ ਜੀ ਕੀ ਕਹਿੰਦੇ ਜੀ, ਐਕਸਪਲੋਜ਼ਨ ਦਾ ਮਤਲਬ ਹੁੰਦਾ ਵਾਧਾ ਹੋਣਾ ਜੀ। ਕਹਿੰਦੇ ਐਕਸਪਲੋਜ਼ਨ ਹੈ ਜੀ, ਇਹਦੇ ਵਿੱਚ ਹੀਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ, ਨਿਊਮਰਸ। ਨੋਟ ਕਰ ਲਓ ਜੀ ਇਹਨੂੰ, ਮੈਂ ਨਹੀਂ ਦੱਸਣਾ ਨਾ ਮੈਂ। ਹੀਰ ਨੰਬਰ ਆਫ ਸੇਲਸਮੈਨ, ਕਾਫੀ ਜ਼ਿਆਦਾ ਸੇਲਸਮੈਨ ਦੇ ਵਿੱਚ ਜਿਹੜਾ ਵਾਧਾ ਹੋਇਆ ਵਾ ਫੀਲਡ ਦੇ ਵਿੱਚ। ਤੇ ਕਹਿੰਦੀ ਜਿਹੜੀ ਯਾਨੀ ਕਿ ਅਮਾਉਂਟ ਆਫ ਫੰਡਿੰਗ ਆ, ਅਮਾਉਂਟ ਆਫ ਫੰਡਿੰਗ ਯੂਜ਼ਡ ਟੂ ਪ੍ਰਮੋਟ देयर ਕਾਜ਼ਸ। ਕਹਿੰਦੇ ਜੀ ਕਾਫੀ ਜ਼ਿਆਦਾ ਇਹ ਫੀਲਡ ਦੇ ਵਿੱਚ ਵਾਧਾ ਹੋਇਆ ਜੀ ਨੰਬਰ ਆਫ ਸੇਲਸਮੈਨ ਦੇ ਵਿੱਚ। ਤੇ ਜਿਹੜੀ ਜੋ ਯਾਨੀ ਕਿ ਅਮਾਉਂਟ ਆਫ ਫੰਡਿੰਗ ਹੈ ਜੀ, ਕਹਿੰਦੇ ਯੂਜ਼ ਟੂ ਪ੍ਰਮੋਟ ਦਾ ਕਾਜ਼ਸ ਫੋਰਸ ਕਲੋਜ਼। ਕਹਿੰਦੇ ਇਹਦੇ ਨਾਲ ਕਿਹੜੀ ਚੀਜ਼ ਤੇ ਫੋਰਸ ਹੋਇਆ, ਤੇ ਇੱਕ ਤਾਂ ਜੀ ਸੇਲਸਮੈਨ ਦੇ ਵਿੱਚ ਵਾਧਾ ਹੋ ਗਿਆ, ਦੂਸਰਾ ਕਹਿੰਦੇ ਜੀ ਫੰਡਿੰਗ ਦੇ ਵਿੱਚ ਵਾਧਾ ਹੋ ਗਿਆ। ਇਹ ਚੀਜ਼ ਨੇ ਫੋਰਸ ਕਿਹੜੀ ਚੀਜ਼ ਨੂੰ ਕੀਤਾ, ਇਹ ਚੀਜ਼ ਨੇ ਫੋਰਸ ਕੀਤਾ ਕਿ ਹੁਣ ਜੀ ਬਹੁਤ ਜ਼ਿਆਦਾ ਕਲੋਜ਼ ਐਗਜ਼ਾਮੀਨੇਸ਼ਨ ਹੁੰਦੀ ਆ, ਇਹਦੀ ਜੀ ਪ੍ਰੈਸ਼ਰ ਦੀ, ਇਨਫਲੂਐਂਸ ਦੀ, ਰਿਲੇਸ਼ਨਸ਼ਿਪ ਬਿਟਵੀਨ ਡਰੱਗ ਰੈਪ ਤੇ ਡਾਕਟਰ, ਸੇਲਸ ਪੀਪਲ ਜਿਹੜੇ ਹੈਗੇ ਪ੍ਰੋਵਾਈਡ ਮਚ ਨੀਡਡ। ਕਹਿੰਦੇ ਜੀ ਜਿਹੜੇ ਸੇਲਸ ਪੀਪਲ ਹੈਗੇ ਆ ਉਹ ਬਹੁਤ ਜ਼ਿਆਦਾ ਜਾਣਕਾਰੀ ਪ੍ਰੋਵਾਈਡ ਕਰਦੇ ਆ ਜੀ, ਤੇ ਹਾਂਜੀ ਕਿਹਨੂੰ, ਡਾਕਟਰਸ ਨੂੰ। ਤੇ ਇਨ ਮੈਨੀ ਕੇਸਿਸ ਦੇ ਵਿੱਚ ਉਹ ਬਰਾਊਚਰ ਦੇ ਜਾਂਦੇ, ਉਹਨਾਂ ਨੂੰ ਆਰਟੀਕਲ ਦੇ ਜਾਂਦੇ ਆ ਜੀ, ਆਹ ਚੀਜ਼ਾਂ ਸਾਰੀਆਂ ਚੀਜ਼ਾਂ ਜੋ ਵੀ ਹੈਗੀਆਂ ਜੀ ਇਹ ਚੀਜ਼ਾਂ ਨੂੰ ਦੇ ਜਾਂਦੇ ਆ ਜੀ। ਤੇ ਧਿਆਨ ਨਾਲ ਮੈਨੂੰ ਪੜ੍ਹ ਕੇ ਦੱਸੋ ਜੀ ਇਹ ਕਿ ਇਹਦੀ ਹੈਡਿੰਗ ਕੀ ਹੋ ਸਕਦੀ ਹੈ। ਤੁਹਾਨੂੰ ਲੈ ਕੇ ਜਾਣਾ ਜੀ ਮੈਂ ਉੱਧਰ, ਹਾਂਜੀ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ। ਹਾਂਜੀ, ਸੋ ਮੈਨੂੰ ਦੱਸੋ ਜੀ ਇਹਦਾ ਜਿਹੜਾ ਸਹੀ ਆਨਸਰ ਹੋ ਸਕਦਾ ਜੀ ਉਹ ਕਿਹੜਾ ਹੋ ਸਕਦਾ ਹੈ। Who ninth ਹੋ really ਸਕਦਾ pays ਹਾਂਜੀ ਸਰ ਹੋ ਸਕਦਾ ਦੇਖੋ ਪਹਿਲੇ ਚ ਲਿਖਿਆ ਹੋਇਆ ਕਿ ਸਾਰੇ ਡਾਕਟਰ ਨਹੀਂ ਪਰਸੂਏਡ ਕੀਤੇ ਆ ਸਕਦੇ, ਕਿਤੇ ਨਹੀਂ ਲਿਖਿਆ ਚੂਜ਼ਿੰਗ ਦਾ ਬੈਸਟ ਆਫਰ, ਕਿਤੇ ਨਹੀਂ ਲਿਖਿਆ ਜੀ। ਕਹਿੰਦੇ ਰਿਸਪੌਂਸੀ ਆ ਆਪਣਾ ਹੋ ਹੀ ਗਿਆ ਜੀ। ਫਾਈਟਿੰਗ ਦਾ ਡਰੱਗ ਕੰਪਨੀ ਕੋਈ ਗੱਲ ਹੀ ਨਹੀਂ ਕੀਤੀ ਫਾਈਟ ਦੀ ਜੀ। ਪੰਜਵਾਂ ਆਪਣਾ ਪਹਿਲਾਂ ਹੀ ਹੋ ਗਿਆ, ਛੇਵਾਂ ਵੀ ਪਹਿਲਾਂ ਹੀ ਹੋ ਗਿਆ। ਰਿਸਰਚ ਸ਼ੋ ਕਰਦੀ ਹੈ ਕਿ ਪ੍ਰਮੋਸ਼ਨ ਕੰਮ ਕਰਦਾ ਜੀ। ਕਹਿੰਦੇ ਇਹਦੇ ਵਿੱਚ ਪ੍ਰਮੋਸ਼ਨ ਦੀ ਗੱਲ ਕੀਤੀ ਗਈ ਜੀ, ਨਹੀਂ ਕੀਤੀ ਗਈ। ਹਾਈ ਕਾਸਟ ਆਫ ਰਿਸਰਚ ਆ ਹੋ ਸਕਦਾ ਹੈ ਤੇ ਡਾਊਟ ਪਿਆ ਜੀ ਕਿਸੇ ਨੂੰ, ਹਾਈ ਕਾਸਟ ਆਫ ਰਿਸਰਚ। 9th ਦੇ ਡਾਊਟ ਸੀ। 9ਵੇਂ ਦੇ ਵਿੱਚ ਕੀ ਆ, ਪੋਜ਼ਿਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ। ਅੱਛਾ ਪੋਜ਼ਿਟਿਵ ਸਾਈਡ ਕਿਹੜੀ ਹੈ ਜੀ ਭਾਵੇਂ? ਸਰ ਉਹਨਾਂ ਨੇ ਰਿਲੇਸ਼ਨਸ਼ਿਪ ਬਿਲਡ ਕਰਿਆ ਸੀ ਨਾ ਕਿ ਡਾਕਟਰਸ ਨਾਲ ਜਿਹੜਾ ਮੈਡੀਕਲ ਰੈਪਸ ਦਾ ਰਿਲੇਸ਼ਨਸ਼ਿਪ ਵੀ ਜਿਹੜਾ ਅੱਛਾ ਬਿਲਡ ਹੋ ਗਿਆ ਸੀ। ਹਾਂਜੀ ਬਿਲਕੁਲ ਜੀ, ਫਰਦਰ ਹੋਰ ਵੀ 3-4 ਚੀਜ਼ਾਂ ਮੈਂਸ਼ਨ ਕੀਤੀਆਂ ਬਿਲਕੁਲ ਉਹਨਾਂ ਨੇ। ਧਿਆਨ ਨਾਲ ਦੇਖਿਓ ਜੀ, ਜਿਹੜਾ ਆਪਾਂ ਨੂੰ ਫੰਡਿੰਗ ਵਾਲਾ ਕਿਹਾ ਵਾ, ਧਿਆਨ ਨਾਲ ਦੇਖਿਓ ਜੀ। ਇਹਨਾਂ ਨੇ ਆਪਾਂ ਨੂੰ ਕਿਹਾ ਜੀ ਬਸ ਆ ਆਪਾਂ ਨੂੰ ਫੰਡਿੰਗ ਦੀ ਗੱਲ ਕੀਤੀ ਪਈ ਆ ਥੋੜੀ ਜੀ, ਹੁਣ ਵੇਟੇਜ ਦੀ ਚੈੱਕ ਕਰਿਓ ਜੀ ਗੱਲ। ਆ ਆਪਾਂ ਨੂੰ ਇੱਥੇ ਫੰਡਿੰਗ ਦੀ ਗੱਲ ਕਰਤੀ, ਕੀ ਗਾਂ ਫੰਡਿੰਗ ਨੂੰ ਵਧਾਇਆ ਗਿਆ? ਨਹੀਂ ਜੀ, ਗਾਂ ਫੰਡਿੰਗ ਨੂੰ ਨਹੀਂ ਵਧਾਇਆ ਗਿਆ। ਗਾਂ ਹੁਣੇ ਗੱਲਾਂ ਕਰੀ ਜਾਂਦੇ ਜੀ ਆ ਜ਼ਿੰਮੇਵਾਰੀਆਂ ਵਾ। ਸੇਲਸ ਪੀਪਲ ਕਾਫੀ ਜ਼ਿਆਦਾ ਜਾਣਕਾਰੀ ਦਿੰਦੇ ਆ ਜੀ, ਕਹਿੰਦੇ ਬਹੁਤ ਕੁਝ ਦੱਸਦੇ ਆ ਡਾਕਟਰ ਨੂੰ ਵੀ ਆ ਕੇ, ਡਾਕਟਰ ਨੂੰ ਆ ਕੇ ਸਿਖਾਉਂਦੇ ਆ। ਉਹ ਮੈਨੀ ਕੇਸਿਸ ਦੇ ਵਿੱਚ ਆਪਣੇ ਬਰਾਊਚਰ ਸਾਰੀਆਂ ਚੀਜ਼ਾਂ ਡਾਕਟਰ ਨੂੰ ਦੇ ਕੇ ਜਾਂਦੇ ਆ ਜੀ। ਤੇ ਇਹਦਾ ਮਤਲਬ ਆ ਸਾਰਾ ਕੁਝ ਕੀ ਹੋ ਗਿਆ ਜੀ, ਡਰੱਗ ਕੰਪਨੀਆਂ ਦੀ ਪੋਜ਼ਿਟਿਵ ਸਾਈਡ ਹੀ ਤਾਂ ਹੋਗੀ ਜੀ। ਯੈਸ ਔਰ ਨੋ? ਹਾਂਜੀ ਸਰ। ਅੱਗੇ ਜਾ ਕੇ ਧਿਆਨ ਨਾਲ ਦੇਖਿਓ,
ਸੇਲਸ ਪੀਪਲ ਜਿਹੜੇ ਹੁੰਦੇ ਆ ਉਹ ਬਣ ਜਾਂਦੇ ਆ ਸਪੈਸ਼ਲਿਸਟ, ਬਣ ਜਾਂਦੇ ਆ ਇੱਕ ਪਾਰਟਿਕੂਲਰ ਡਰੱਗ ਦੇ ਵਿੱਚ, ਗਰੁੱਪ ਆਫ ਡਰੱਗ ਦੇ ਵਿੱਚ। ਇਹ ਸਾਰਾ ਕੁਝ ਕੀ ਹੈ ਜੀ? ਪੋਜ਼ਿਟਿਵ ਸਾਈਡ ਹੀ ਤਾਂ ਹੈ ਜੀ। ਹਾਂਜੀ ਯਾਨੀ ਕਿ ਸੇਲਸ ਪੀਪਲ ਪੂਰੇ ਯਾਨੀ ਕਿ ਮਾਹਿਰ ਹੁੰਦੇ ਕਈ ਵਾਰੀ ਖਾਸ ਤਰ੍ਹਾਂ ਦੀ ਡਰੱਗ ਨੂੰ ਲੈ ਕੇ ਜੀ। ਡਾਕਟਰ ਨੂੰ ਵੀ ਉਹ ਚੀਜ਼ਾਂ ਨਹੀਂ ਪਤਾ ਹੋ ਸਕਦੀਆਂ ਜਿਹੜੀਆਂ ਸੇਲਸ ਪੀਪਲ ਨੂੰ ਪਤਾ ਹੁੰਦੀਆਂ ਜੀ। ਸੋ ਇਹਦਾ ਮਤਲਬ ਹੈ ਸੇਲਸ ਕੰਪਨੀਆਂ ਦੀ ਪੋਜ਼ਿਟਿਵ ਸਾਈਡ ਆ, ਜਿੱਥੇ ਡਾਕਟਰ ਵੀ ਕੁਝ ਹੱਦ ਤੱਕ ਫੇਲ ਹੋ ਜਾਂਦੇ ਆ। ਹਾਂਜੀ, ਨੈਕਸਟ ਕਰਦੇ ਹਾਂ। ਕਹਾਂ ਚੱਲਦੇ ਨੈਕਸਟ ਵਿੱਚ ਕੀ ਕਹਿੰਦੇ? ਹਾਂਜੀ, ਤਾਂ ਨੈਕਸਟ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਜੀ, ਕਹਿੰਦੇ ਬਟ ਸੇਲਸ ਪੁਸ਼ ਰੇਅਰਲੀ ਸਟਾਪ ਇਨ ਆਫਿਸ। ਕਹਿੰਦੇ ਬਟ ਜਿਹੜੀਆਂ ਸੇਲਸ ਹੈਗੀਆਂ ਵਾ, ਜਿਹੜਾ ਸੇਲਸ ਪੁਸ਼ ਹੈ ਨਾ, ਸੇਲ ਦੇ ਲਈ ਪੁਸ਼ ਕਰਨਾ, ਰੇਅਰਲੀ ਸਟਾਪ ਇਨ ਦਾ ਆਫਿਸ। ਉਹ ਕਹਿੰਦੇ ਕੱਲੇ ਆਫਿਸ ਦੇ ਵਿੱਚ ਰੇਅਰਲੀ ਸਟਾਪ ਹੁੰਦਾ ਵਾ। ਜਿਹੜੇ ਫਲੈਸ਼ੀ ਬਰਾਊਚਰ ਹੁੰਦੇ ਆ, ਫਲੈਸ਼ੀ ਬਹੁਤ ਵਧੀਆ, ਜਾਨੀ ਕਿ ਫਲੈਸ਼ ਕਰਨ ਵਾਲੇ ਫਲੈਸ਼ੀ ਬਰਾਊਚਰਸ, ਪੈਂਪਲੇਟ, ਉਹ ਕਹਿੰਦੇ ਕਿ ਲੈਫਟ ਬਾਏ ਦਾ ਸੇਲਸ ਰੈਪ, ਉਹ ਉਹਨਾਂ ਦੇ ਦੁਆਰਾ ਛੱਡੇ ਜਾਂਦੇ ਆ ਜਿਹੜੇ। ਉਹ ਕਹਿੰਦੇ ਫੋਲੋ ਅਪ ਕਿਹਨਾਂ ਦੇ ਨਾਲ ਹੁੰਦੇ ਆ ਜੀ? ਫੋਲੋਡ ਅਪ ਵਿਦ ਮੀਲਸ, ਮਹਿੰਗੇ ਮਹਿੰਗੇ ਰੈਸਟੋਰੈਂਟ ਦੇ ਨਾਲ ਮੀਲਸ ਉਹਨਾਂ ਦੇ ਨਾਲ ਪਈਆਂ ਹੁੰਦੀਆਂ ਜੀ। ਜਦੋਂ ਉਹ ਆਪਣੇ ਪੈਂਪਲੇਟ ਬਰਾਊਚਰ ਵਗੈਰਾ ਛੱਡਦੇ ਆ ਨਾ, ਕਿਹੜੀਆਂ ਚੀਜ਼ਾਂ ਦੇ ਨਾਲ ਛੱਡਦੇ ਆ ਜੀ? ਮਹਿੰਗੇ ਰੈਸਟੋਰੈਂਟਸ ਦੀਆਂ ਮੀਲਸ ਦੇ ਨਾਲ, ਮੀਟਿੰਗ ਵਗੈਰਾ ਹੋ ਗਈਆਂ, ਸਨੀ ਪਲੇਸਸ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਇਹਨਾਂ ਦੇ ਨਾਲ ਉਹ ਛੱਡ ਕੇ ਜਾਂਦੇ ਆਪਣੇ ਬਰਾਊਚਰ ਉੱਥੇ ਡਾਕਟਰ ਦੇ ਆਫਿਸ ਦੇ ਵਿੱਚ ਜੀ। ਰੇਅਰਲੀ ਡੂ ਪੇਸ਼ੈਂਟ ਵਾਚ ਡਾਕਟਰ, ਰੇਅਰਲੀ ਡੂ ਆ ਯਾਨੀ ਕਿ ਪੇਸ਼ੈਂਟਸ, ਮਸਾਂ ਹੀ ਕੋਈ ਪੇਸ਼ੈਂਟ ਹੋਊਗਾ ਜੀ, ਕਹਿੰਦੇ ਮਸਾਂ ਹੀ। ਵਾਚ ਡਾਕਟਰ ਰਾਈਟ ਏ ਪੈਨ, ਮਸਾਂ ਹੀ ਕੋਈ ਡਾਕਟਰ ਯਾਨੀ ਕਿ ਮਸਾਂ ਹੀ ਕੋਈ ਪੇਸ਼ੈਂਟ ਹੋਊਗਾ ਜੀ ਜਿਹਨੇ ਦੇਖਿਆ ਹੋਊਗਾ ਇੱਕ ਡਾਕਟਰ ਨੂੰ ਲਿਖਦੇ ਹੋਏ, ਜਿਹੜੇ ਪੈਨ ਦੇ ਉੱਪਰ ਡਰੱਗ ਕੰਪਨੀ ਦਾ ਨਾਮ ਨਾ ਲਿਖਿਆ ਹੋਵੇ ਕਿਸੇ ਦਾ। ਨਹੀਂ ਤਾਂ ਜ਼ਿਆਦਾਤਰ ਲੋਕਾਂ ਨੇ ਡਾਕਟਰ ਦੇ ਹੱਥਾਂ ਵਿੱਚ ਜਿਹੜੇ ਪੈਨ ਦੇਖਿਆ, ਪੈਨ ਤੇ ਡਰੱਗ ਕੰਪਨੀਆਂ ਦੇ ਨਾਮ ਲਿਖੀ ਪਏ ਹੁੰਦੇ ਆ। ਤੇ ਮਸਾਂ ਹੀ ਕੋਈ ਪੇਸ਼ੈਂਟ ਹੋਊਗਾ ਜਿਹਨੇ ਨਰਸ ਨੂੰ ਯੂਜ਼ ਕਰਦੇ ਦੇਖਿਆ ਹੋਵੇ ਟੈਬਲੇਟ, ਨੋਟ ਬੀਅਰਿੰਗ ਏ ਫਾਰਮਾਸਿਊਟੀਕਲ ਕੰਪਨੀਜ਼ ਲੋਗੋ। ਨਰਸਸ ਦੇ ਵੀ ਜਿਹੜੇ ਕਲੋਥ ਵਗੈਰਾ ਉਹ ਪਾਏ ਹੁੰਦੇ ਆ ਕਈ ਵਾਰੀ, ਉਹ ਵੀ ਕਈ ਵਾਰੀ ਕੀ ਹੁੰਦੇ ਆ, ਉਹਨਾਂ ਤੇ ਲੋਗੋ ਲੱਗੇ ਹੁੰਦੇ ਆ। ਯੂਜ਼ ਏ ਟੈਬਲੇਟ ਨੋਟ ਬੀਅਰਿੰਗ, ਟੈਬਲੇਟ ਤੇ ਕਹਿੰਦੇ ਵੀ ਫਾਰਮਾਸਿਊਟੀਕਲ ਲੋਗੋ ਨਾ ਲੱਗਾ ਹੋਵੇ, ਹੋ ਹੀ ਨਹੀਂ ਸਕਦਾ ਜੀ। ਮਸਾਂ ਹੀ ਕੋਈ ਬੰਦੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਦੇਖਿਆ ਹੋਊਗਾ। ਮਿਲੀਅਨਸ ਆਫ ਡਾਲਰਸ ਆਰ ਸਪੈਂਟ, ਮਿਲੀਅਨਸ ਆਫ ਡਾਲਰ ਸਪੈਂਟ ਕੀਤੇ ਜਾਂਦੇ ਆ ਜੀ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਪ੍ਰਮੋਸ਼ਨਲ ਪ੍ਰੋਡਕਟ ਤੇ, ਜਿਵੇਂ ਕਿ ਕਾਫੀ ਦੇ ਮੱਗ ਦੇ ਕੇ ਜਾਂਦੇ ਆ, ਸ਼ਰਟਸ ਦੇ ਕੇ ਜਾਂਦੇ ਆ, ਫਿਰ ਅੰਬਰੇਲਾਜ਼, ਗੋਲਫ ਬਾਲਸ। ਹਾਂਜੀ, ਚਲੋ ਜਾ ਕੇ ਦੇਖਦੇ ਹਾਂ ਜੀ, ਆਪਾਂ ਜਾ ਕੇ ਧਿਆਨ ਨਾਲ ਦੇਖਿਓ ਜੀ। ਮੈਂ ਰੇਜ਼ ਕਰਦਾ ਵਾਂ ਤਾਂ ਕਿ ਤੁਹਾਨੂੰ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਹਾਂਜੀ, ਤਾਂ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ। ਆਪਾਂ ਉਹ ਲਾ ਵੀ ਦਿੰਦੇ ਆ ਜਿਹੜੇ ਜਿਹੜੇ ਆਪਣੇ ਹੋ ਗਏ। ਆਹ ਵਾਲਾ ਹੋ ਚੁੱਕਿਆ ਜੀ, ਆ ਵੀ ਹੋ ਚੁੱਕਿਆ, ਆ ਵੀ ਹੋ ਚੁੱਕਿਆ, ਪੋਜ਼ਿਟਿਵ ਸਾਈਡ ਵੀ ਹੋ ਚੁੱਕਿਆ ਜੀ। ਧਿਆਨ ਨਾਲ ਮੈਨੂੰ ਪੜ੍ਹ ਕੇ ਦੱਸੋ ਜੀ, ਧਿਆਨ ਨਾਲ ਪੜ੍ਹ ਕੇ ਦੱਸੋ ਜੀ ਕਿ ਕਿਹੜਾ ਹੋ ਸਕਦਾ ਜੀ। ਹਾਂਜੀ, ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ। ਹਾਂਜੀ, ਲੱਗ ਰਿਹਾ ਜੀ ਕੋਈ? Sir, first ਹਾਂਜੀ ਸਰ ਫਸਟ ਲੱਗ not ਰਿਹਾ। all ਵਾਲਾ doctors are persuaded. 7 ਲੱਗਣ ਦਾ ਪਹਿਲੇ ਦਾ ਮਤਲਬ ਕੀ ਹੈ ਸਰ। ਜੀ? ਪਰਸਿਊਡ ਮੇਨ ਪਹਿਲੇ ਦਾ ਮਤਲਬ ਕੀ ਹੈ? ਸਰ ਮਤਲਬ ਕਿ ਸਾਰੇ ਡਾਕਟਰਸ ਯਕੀਨਨ ਨਹੀਂ ਹੁੰਦੇ ਹੈਗੇ, ਜਿੱਦਾਂ ਉੱਪਰ ਉਹਨਾਂ ਨੇ ਦੱਸਿਆ ਉਹ ਖਰਚਾ ਵਗੈਰਾ ਉਹ ਉਹਨਾਂ ਦਾ ਹੁੰਦਾ ਆ, ਕੰਪਨੀ ਦੇ ਲੋਗੋਸ ਵਗੈਰਾ ਉਹਨਾਂ ਦੇ ਹੁੰਦੇ ਪ੍ਰੋਡਕਟਸ ਦੇ ਉੱਪਰ। ਬਟ ਨੀਚੇ ਇੱਕ ਡਾਕਟਰ ਨੇ ਡਾਕਟਰ ਨੇ ਆਪਣੇ ਬਾਰੇ ਦੱਸਿਆ ਹੋਇਆ ਹੈ ਕਿ ਮੈਂ ਉਹਨਾਂ ਵਿੱਚੋਂ ਨਹੀਂ ਹੈਗਾ। ਹਾਂਜੀ ਸਰ 8th ਬਿਲਕੁਲ। 8ਵੇਂ ਨੰਬਰ ਤੇ ਲਿਖਿਆ ਹੋਇਆ ਹਾਈ ਕਾਸਟ ਆਫ ਰਿਸਰਚ। ਰਿਸਰਚ ਕਰਨ ਦੀ ਕਾਸਟ ਬਹੁਤ ਜ਼ਿਆਦਾ ਆ। ਅੱਛਾ, ਰਿਸਰਚ ਕਰਨ ਦੀ ਕਾਸਟ ਬਹੁਤ ਜ਼ਿਆਦਾ ਸੀਗੀ ਕਿ ਉਹ ਜਿਹੜੀ ਕਾਸਟ ਜ਼ਿਆਦਾ ਉਹ ਤਾਂ ਜਸਟ ਗਿਫਟ ਦੀ ਸੀਗੀ ਜਿਹੜੀ ਉਹਨਾਂ ਨੇ ਡਾਕਟਰ ਦੇ ਲਈ ਖਰੀਦੇ ਆ। ਰਿਸਰਚ ਦੀ ਕਾਸਟ ਤਾਂ ਨਹੀਂ ਨਾ ਜ਼ਿਆਦਾ। ਹਾਂਜੀ ਸਰ। ਸਮਝਦੇ ਹੋ ਨਾ ਮੇਰੀ ਗੱਲ? ਹਾਂਜੀ
ਤੇ ਹੁਣ ਤੁਸੀਂ ਧਿਆਨ ਨਾਲ ਜਾ ਕੇ ਦੇਖਿਓ, ਜੇ ਤੁਸੀਂ ਲਾਸਟ ਉੱਪਰੋਂ ਜਾ ਕੇ ਪੜੋ ਜੀ ਉਹਨੂੰ, ਜੇ ਤੁਸੀਂ ਇੱਥੋਂ ਪੜੋ ਜੀ ਉਹਨੂੰ, ਆਹ ਵਾਲਾ ਜੀ ਅੱਗੇ ਜਾ ਕੇ ਕਿਹਾ ਵਾ ਕਿਸੇ ਡਾਕਟਰ ਨੇ ਜੀ, ਕਹਿੰਦੇ ਮਨੀ ਵੈਲ ਸਪੈਂਟ। ਇਹ ਦੱਸਣਾ ਬਹੁਤ ਔਖਾ ਜੀ। ਕਹਿੰਦੇ ਆਈ ਹੈਵ ਬੀਨ ਦਾ ਰਿਸੈਪਟ ਆਫ ਗੋਲਫ ਬਾਲ ਫਰੋਮ ਵਨ ਕੰਪਨੀ। ਮੈਨੂੰ ਵਨ ਕੰਪਨੀ ਵੱਲੋਂ ਗੋਲਫ ਬਾਲਸ ਦਾ ਜੋ ਮਿਲੀਆਂ ਸੀ ਮੈਂ ਯੂਜ਼ ਵੀ ਕੀਤੀਆਂ, ਬਟ ਇਟ ਡਜ਼ ਨਾਟ ਮੇਕ ਮੀ ਪ੍ਰਿਸਕ੍ਰਾਈਬ। ਬਟ ਫਿਰ ਵੀ ਕਹਿੰਦੇ ਜੀ ਉਹ ਚੀਜ਼ ਨੇ ਮੈਨੂੰ ਉਹਨਾਂ ਦੀ ਮੈਡੀਸਾਈਨ ਨੂੰ ਗਾਂ ਰეკਮੈਂਡ ਕਰਨ ਲਈ ਨਹੀਂ ਉਹ ਚੀਜ਼ ਕੀਤੀ। ਡਜ਼ਨਟ ਮੇਕ ਮੀ ਪ੍ਰਸਕ੍ਰਾਈਬ। ਮੈਂ ਰਾਜੀ ਹੋਈ ਨਹੀਂ ਹੋਇਆ ਇੱਕ ਹਿਸਾਬ ਦਾ ਜੀ। ਕਹਿੰਦੇ ਇਹ ਇੱਕ ਡਾਕਟਰ ਦਾ ਕਹਿਣਾ ਵਾ ਜੀ। ਹੁਣ ਤੁਸੀਂ ਮੈਨੂੰ ਧਿਆਨ ਨਾਲ ਜਾ ਕੇ ਦੱਸੋ, ਪਹਿਲੀ ਹੈਡਿੰਗ ਦਾ ਮਤਲਬ ਸੀਗਾ ਕਿ ਸਾਰੇ ਡਾਕਟਰਸ ਨੂੰ ਵੀ ਰਾਜੀ ਨਹੀਂ ਕੀਤਾ ਜਾ ਸਕਦਾ, ਸਾਰੇ ਡਾਕਟਰਸ ਨੂੰ ਵੀ ਮਨਾਇਆ ਨਹੀਂ ਜਾ ਸਕਦਾ। ਹੁਣ ਮੈਨੂੰ ਧਿਆਨ ਨਾਲ ਦੱਸੋਗੇ ਜੀ, ਹੁਣ ਸ਼ਾਇਦ ਸਾਰਿਆਂ ਨੂੰ ਸਮਝ ਲੱਗੀ ਹੋਵੇ ਜੀ। ਹਾਂਜੀ ਯੈਸ ਕਲੀਅਰ ਹੈ ਜੀ। ਹੁਣ ਹਾਂਜੀ ਇਹਦੇ sir। ਵਿੱਚ ਕੀ ਆ, ਜੇ ਤੁਸੀਂ ਇਹ ਪੈਰਾ ਦੇਖੋ, ਨਾ ਹੀ ਤਾਂ ਚੂਜ਼ਿੰਗ ਦਾ ਬੈਸਟ ਆਫਰ ਦੀ ਫਾਈਟ ਤਾਂ ਕਰ ਹੀ ਨਹੀਂ ਰਹੀਆਂ ਜੀ ਉਹ ਡਰੱਗ ਕੰਪਨੀਆਂ, ਨਾ ਹੀ ਲਿਖਿਆ ਕਿ ਰਿਸਰਚ ਨੇ ਸ਼ੋ ਕੀਤਾ ਕਿ ਪ੍ਰਮੋਸ਼ਨ ਵਰਕ ਕਰਦੀ ਹੈ, ਬਲਕਿ ਇਹ ਤਾਂ ਕੰਟਰਾਡਿਕਟਰੀ ਹੈ, ਨੀਚੇ ਆ ਕੇ ਕੰਮ ਨਹੀਂ ਕਰਦੀ ਉੱਥੇ ਲਿਖਿਆ ਪਿਆ ਜੀ। ਤੇ ਨਾ ਹੀ ਇੱਥੇ ਲਿਖਿਆ ਪਿਆ ਹੂ ਪੇਜ਼ ਫॉर ਡਾਕਟਰਸ ਫ੍ਰੀ ਗਿਫਟ, ਆਹ ਸਾਰੀਆਂ ਚੀਜ਼ਾਂ ਜੀ। ਤਾਂ ਉੱਥੋਂ ਸਟਾਰਟਿੰਗ ਦੇ ਵਿੱਚ ਕੋਈ ਵੀ ਮੈਚ ਨਹੀਂ ਹੋਇਆ, ਬਲਕਿ ਨੀਚੇ ਆ ਕੇ ਇਹਦੀ ਆਪਾਂ ਨੂੰ ਹੈਡਿੰਗ ਮਿਲੀ ਹੈ ਜੀ। ਫਾਈਨਲ ਦੇ ਵਿੱਚ ਇਹ ਵੀ ਹੋ ਸਕਦਾ ਕਿ ਇੱਕ ਅੱਧੇ ਪੈਰੇ ਦੀ ਹੈਡਿੰਗ ਤੁਹਾਨੂੰ ਨੀਚੇ ਮਿਲੇ। ਜੇ ਤਾਂ ਉਹ ਮੈਚ ਹੁੰਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਸੀ, ਆਪਾਂ ਲਾ ਦੇਣੀ ਸੀਗੀ। ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ, ਨੈਕਸਟ ਚੱਲਦੇ ਹਾਂ ਜੀ। ਤੇ ਕੀ ਕਿਹਾ ਜੀ ਨੈਕਸਟ ਦੇ ਵਿੱਚ? ਹਾਂਜੀ ਜੀ ਧਿਆਨ ਨਾਲ ਦੇਖਿਓ ਜੀ, ਆ ਦੇਖੋ ਜੀ ਨੈਕਸਟ ਫ੍ਰੀ ਸੈਂਪਲਸ। ਕਹਿੰਦੇ ਜੀ ਕਿਹਦੇ ਫ੍ਰੀ ਸੈਂਪਲ? ਨਿਊ ਤੇ ਬਹੁਤ ਮਹਿੰਗੀ ਡਰੱਗ ਜਿਹੜੀ ਹੈਗੀ ਆ, might be the single most effective way of getting doctor and patient to become loyal to a product। ਇਹ ਪੈਰੇ ਚ ਲਿਖਿਆ ਕਿ ਜੀ ਸਭ ਤੋਂ ਜ਼ਿਆਦਾ ਵਧੀਆ ਕਹਿੰਦੇ ਜਿਹੜਾ ਰਾਸਤਾ ਹੋ ਸਕਦਾ ਵਾ ਲਾਇਲ ਬਣਾਉਣ ਦਾ, ਕਹਿੰਦੇ ਆਪਣੇ ਪ੍ਰੋਡਕਟ ਦੇ ਪ੍ਰਤੀ, ਉਹ ਕੀ ਹੋ ਸਕਦਾ ਵਾ? ਨਵੀਂ ਤੇ ਮਹਿੰਗੀ ਡਰੱਗ ਨੂੰ ਕਹਿੰਦੇ ਦੋ ਜੀ, ਫ੍ਰੀ ਆਫ ਕਾਸਟ ਦੋ, ਫ੍ਰੀ ਸੈਂਪਲ ਹੀ ਦੋ। ਸੇਲਸ ਪੀਪਲ ਹੈਂਡ ਆਊਟ, ਫੜਾ ਦਿੰਦੇ ਆ ਜੀ ਉਹ thousands of dollars worth of samples each week। ਹਰ ਹਫਤੇ ਕਹਿੰਦੇ ਜੀ ਉਹ ਬਹੁਤ ਜ਼ਿਆਦਾ ਫ੍ਰੀ ਸੈਂਪਲ ਹੀ ਦਿੰਦੇ ਆ ਜੀ। ਕਹਿੰਦੇ ਸ਼ਾਇਦ ਤੁਹਾਨੂੰ ਕਈਆਂ ਬੱਚਿਆਂ ਨੂੰ ਪਤਾ ਲੱਗ ਗਿਆ ਹੋਵੇ ਜੀ ਕਿ ਇਹਦਾ ਆਨਸਰ ਕੀ ਹੈ ਜੀ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ, ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ। ਜੇ ਤੁਸੀਂ ਫੇਰ ਇੱਕ ਵਾਰੀ ਜਾਓ ਜੀ ਪੈਰੇ ਚ ਧਿਆਨ ਨਾਲ ਦੇਖਿਓ, ਫ੍ਰੀ ਸੈਂਪਲਸ ਦੇਣਾ ਨਿਊ ਤੇ ਮਹਿੰਗੀ ਮੈਡੀਸਾਈਨ ਦੇ, ਇਹ ਇੱਕ ਸਿੰਗਲ ਵਨ ਮੋਸਟ ਇਫੈਕਟਿਵ ਰਾਸਤਾ ਵਾ ਜੀ। ਕਹਿੰਦੇ ਆਪਣੇ ਪ੍ਰੋਡਕਟ ਦੇ ਪ੍ਰਤੀ ਪੇਸ਼ੈਂਟਸ ਤੇ ਡਾਕਟਰ ਨੂੰ ਲਾਇਲ ਬਣਾਉਣ ਦਾ। ਸੇਲਸ ਪੀਪਲ ਜਿਹੜੇ ਹੁੰਦੇ ਆ ਹਰ ਹਫਤੇ ਕਹਿੰਦੇ hundreds of dollars worth ਜਿਹੜੀ ਹੁੰਦੀ ਆ ਉਹ ਦਿੰਦੇ ਆ। 7.2 ਬਿਲੀਅਨ worth 1 year, ਇੱਕ ਸਾਲ ਦੇ ਵਿੱਚ ਇੰਨੇ ਪੈਸੇ ਦੀ ਮੈਡੀਸਾਈਨ ਤੋਂ ਫ੍ਰੀ ਦੇ ਜਾਂਦੇ ਆ ਜੀ ਹਸਪੀਟਲਾਂ ਦੇ ਵਿੱਚ। ਦੋ ਹਾਂਜੀ, ਭਾਵੇਂ ਕਹਿੰਦੇ few comprehensive studies have been conducted, ਭਾਵੇਂ ਥੋੜੀਆਂ ਜਿਹੀਆਂ comprehensive studies ਕੀਤੀਆਂ ਗਈਆਂ ਵਾ, ਬਟ ਇੱਕ ਯੂਨੀਵਰਸਿਟੀ ਤੋਂ ਪਤਾ ਲੱਗਿਆ ਜੀ। ਕਹਿੰਦੇ ਹਾਊ ਡਰੱਗ ਕਿਵੇਂ ਡਰੱਗ ਸੈਂਪਲ ਕਹਿੰਦੇ ਪ੍ਰਭਾਵਿਤ ਕਰਦੇ ਆ what physician prescribe। ਇੱਕ ਯੂਨੀਵਰਸਿਟੀ ਤੋਂ ਪਤਾ ਲੱਗਿਆ ਵੀ ਕਿਵੇਂ ਫ੍ਰੀ ਸੈਂਪਲ ਪ੍ਰਭਾਵਿਤ ਕਰਦੇ ਆ ਜੀ। ਕਹਿੰਦੇ ਉਹਨੂੰ, ਇਹਦਾ ਮਤਲਬ ਫ੍ਰੀ ਸੈਂਪਲ ਕੰਮ ਕਰਦੇ ਆ ਜੀ। ਹਾਂਜੀ ਜੀ ਚਲੋ ਜੀ ਅੱਗੇ ਜਾ ਕੇ ਦੇਖਦੇ। ਅੱਗੇ ਜਾ ਕੇ ਉਹਨਾਂ ਨੇ ਕਿਹਾ ਟੋਟਲ ਆਫ 131 ਡਾਕਟਰ ਜਿਹੜੇ ਹੈਗੇ ਆ ਸੈਲਫ ਰਿਪੋਰਟਡ ਦੇਅਰ ਪ੍ਰਿਸਕ੍ਰਾਈਬਿੰਗ ਪੈਟਰਨ। ਤੇ ਕਨਕਲੂਜਨ ਕੀ ਨਿਕਲਿਆ ਜੀ? ਕਹਿੰਦੇ ਕਿ ਜਿਹੜੇ ਆ ਸੈਂਪਲ ਸੀਗੇ ਲੈਡ them ਟੂ ਡਿਸਪੈਂਸ ਐਂਡ ਪ੍ਰਿਸਕ੍ਰਾਈਬ ਡਰੱਗ। ਫ੍ਰੀ ਸੈਂਪਲ ਨੇ ਉਹਨਾਂ ਨੂੰ ਕੀ ਕੀਤਾ? ਰეკਮੈਂਡ ਕਰਾਤੀ ਆਪਣੀ ਮੈਡੀਸਾਈਨ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਇਹ ਕੀ ਹੋ ਸਕਦਾ ਹੈ? ਹਾਂਜੀ ਧਿਆਨ ਨਾਲ ਪੜ੍ਹ ਕੇ ਦੱਸੋ।
ਹਾਂਜੀ ਕਿਹੜਾ ਹੋ ਸਕਦਾ ਜੀ? ਸਰ ਦੇਖੋ ਧਿਆਨ ਨਾਲ ਦੇਖਿਓ, ਦੂਜੇ ਵਿੱਚ ਤਾਂ ਕਿਹਾ ਕਹਿੰਦੇ ਬੈਸਟ ਚੀਜ਼ਾਂ, ਤੁਹਾਨੂੰ ਉਹਨਾਂ ਨੇ ਚੀਜ਼ਾਂ ਕਿਹਾ ਕਿ ਜਸਟ ਇੱਕ ਸਿੰਗਲ ਚੀਜ਼ ਕਹੀ ਆ, ਜ਼ਿਆਦਾ ਕਹੀ ਹੈ ਕਿ ਇੱਕ ਸਿੰਗਲ ਕਹੀ ਆ? ਸਿੰਗਲ। ਸਿੰਗਲ। ਤੇ ਫਿਰ ਤਾਂ ਆਪਾਂ ਦੇਖੋ ਵੇ ਤੇ ਵੇਦ ਵਿੱਚ ਫਰਕ ਆ ਕਿ ਨਹੀਂ ਫਰਕ? ਫਰਕ ਆ ਨਾ। ਆਪਾਂ ਨੂੰ ਤਾਂ ਉਧਰ ਸਿੰਗਲ ਰਾਸਤਾ ਦਿੱਤਾ, ਦੂਜੇ ਤੇ ਮਾਰ ਦੋ ਕਰੋ। ਫਾਈਟ ਕੀਤੀ ਡਰੱਗ ਕੰਪਨੀਆਂ ਨੇ ਜੀ? ਨੋ ਸਰ। ਹੁਣ ਤੁਹਾਡੇ ਕੋਲੇ ਦੋ ਆ ਜੀ, ਇੱਕ ਤਾਂ ਹੈਗਾ ਹਾਈ ਕਾਸਟ ਆਫ ਰਿਸਰਚ ਕਰਨ ਦੀ ਕੋਸਟ। ਅੱਛਾ ਉਹ ਹਾਈ ਕਾਸਟ ਰਿਸਰਚ ਦੀ ਹੈ ਕਿ ਉਹ ਹਾਈ ਕਾਸਟ ਬਈ ਜਿਹੜੇ ਉਹ ਫ੍ਰੀ ਸੈਂਪਲ ਦਿੰਦੇ ਆ? ਸੈਂਪਲਸ ਦੀ ਹੈ ਸਰ ਉਹ ਤਾਂ। ਸੈਂਪਲਸ ਦੀ ਹੈ ਜੀ, Portion ਨਾ ਕਿ ਰਿਸਰਚ ਦੀ। ਯੈਸ ਇੱਥੇ ਲਿਖਿਆ ਇੱਕ ਰਿਸਰਚ ਨੇ ਸ਼ੋ ਕਰਤਾ ਵੀ ਇਹ ਚੀਜ਼ ਕੰਮ ਕਰਦੀ ਆ। ਜਾ ਕੇ ਦੇਖੋ ਕਿਸੇ ਯੂਨੀਵਰਸਿਟੀ ਨੇ ਸਾਬਿਤ ਕੀਤਾ ਸੀ ਕਿ ਨਹੀਂ ਕੀਤਾ ਸੀਗਾ? ਯੈਸ ਸਰ। ਯੂਨੀਵਰਸਿਟੀ ਉਹ ਵਿਸ਼ੇਸ਼ਣ ਨੇ ਸ਼ੋ ਕਰਤਾ ਕਿ ਨਹੀਂ ਕਰਤਾ ਕਿ ਜੀ ਇਹ University ਚੀਜ਼ of ਕੰਮ Washington। ਕਰਦੀ ਹੈ ਕਹਿੰਦਾ? ਤੇ ਫਿਰ ਕਿਹੜਾ ਹੋਇਆ ਜੀ ਇਹ? ਬਿਲਕੁਲ ਤਾਂ ਇਹ ਆਪਣਾ 7th ਵਾਲਾ ਹੋ ਗਿਆ। ਵੈਰੀ ਗੁੱਡ ਜੀ। ਅੱਗੇ ਚੱਲਦੇ ਹਾਂ ਜੀ, ਲਾਸਟ ਵਾਲੇ ਉੱਪਰ ਚੱਲਦੇ ਹਾਂ ਜੀ ਆਪਾਂ। ਲਾਸਟ ਵਾਲਾ ਬੋਟਮ ਲਾਈਨ ਕਹਿੰਦੇ ਵੀ ਕੀ ਹੈ ਜੀ? ਬੋਟਮ ਲਾਈਨ ਹੈ ਕਿ ਫਾਰਮਾਸਿਊਟੀਕਲ ਕੰਪਨੀਜ਼, ਬੋਟਮ ਲਾਈਨ ਦਾ ਮਤਲਬ ਇੱਥੇ ਜੇ ਮੈਂ ਇਹਦਾ ਪੰਜਾਬੀ ਦੇ ਵਿੱਚ ਮੀਨਿੰਗ ਦੱਸਾਂ ਜੀ, ਵੈਸੇ ਚੀਜ਼ਾਂ ਦੀਆਂ ਪੰਜਾਬੀਆਂ ਕਦੇ ਵੀ ਨਹੀਂ ਹੁੰਦੀਆਂ ਕਿਉਂਕਿ ਇਡੀਅਮੈਟਿਕ ਲੈਂਗੁਏਜ ਹੁੰਦੀ ਹੈ। ਮੈਂ ਬੋਟਮ ਲਾਈਨ ਮੇਰੇ ਕੋਲੇ ਕਾਪੀ, ਇਹ ਸਾਰੀਆਂ ਚੀਜ਼ਾਂ ਆਪਣੇ ਬ੍ਰੇਨ ਦੀ ਇੱਕ ਨਾ ਬਾਅਦ ਚੋਂ ਇੱਕ ਖਾਸੀਅਤ ਬਣ ਜਾਂਦੀ ਹੈ। ਆ ਲਓ ਜੀ, ਲਾਈਨ ਤੋਂ ਮੈਂ ਕੀ ਸਮਝਦਾ ਵਾਂ? ਲਾਈਨ ਆ ਹੁੰਦੀਆਂ ਜੀ, ਮੈਂ ਪੇਜ ਤੇ ਲਾਈਨਸ ਬਣਾਈ ਜਾਂਦਾ। ਲਓ ਰਾਈਟਰ ਲਿਖੀ ਜਾਂਦਾ ਜੀ ਬੋਟਮ ਲਾਈਨ। ਇਹਦਾ ਮੀਨਿੰਗ ਜੇ ਮੈਂ ਪੰਜਾਬੀ ਦੇ ਵਿੱਚ ਕੱਢਣਾ ਹੋਵੇ ਤਾਂ ਤੁਹਾਡੇ ਵਿੱਚੋਂ ਕੌਣ ਮੈਨੂੰ ਦੱਸੂਗਾ ਜੀ ਵੀ ਇਹਦਾ ਬੈਸਟ ਮੀਨਿੰਗ ਕੀ ਹੋ ਸਕਦਾ ਪੰਜਾਬੀ ਦੇ ਵਿੱਚ? ਮੁੱਕ ਦੀ ਗੱਲ ਹੈ। ਬਿਲਕੁਲ ਜੀ, ਵੈਰੀ ਗੁੱਡ ਜੀ। ਆਹੀ ਚੀਜ਼ ਸੋਚੀ ਸੀਗੀ ਮੈਂ, ਮੁੱਕ ਦੀ ਗੱਲ। ਦੇਖੋ ਕਈ ਵਾਰੀ ਕੋਈ ਹੁਣ ਏਦਾਂ ਥੋੜੀ ਕਵਾਂਗੇ ਕਿ ਜਾਨੀ ਕਿ ਨੀਚੇ ਵਾਲੀ ਲਾਈਨ ਹੈਗੀ ਹੈ ਜੀ, ਜਿਹੜਾ ਬੱਚਾ ਏਦਾਂ ਟਰਾਂਸਲੇਟ ਕਰੂਗਾ ਉਹ ਬੱਚੇ ਦੀ ਟਰਾਂਸਲੇਸ਼ਨ ਸਕਿੱਲ ਨਹੀਂ ਵਧੀਆ ਹੋਣੀ। ਤੇ ਜਿਹੜੀਆਂ ਇਹ ਚੀਜ਼ਾਂ ਵਾ ਇਹ ਹਰ ਇੱਕ ਰੀਡਿੰਗ ਚ ਨਹੀਂ ਹੁੰਦੀਆਂ, ਕਦੇ ਕਦੇ ਕਿਤੇ ਕਿਤੇ ਕੋਈ ਚੀਜ਼ ਦੇਖੀ ਜਾਂਦੀ ਹੁੰਦੀ ਹੈ। ਤਾਂ ਬੋਟਮ ਲਾਈਨ ਇਜ਼ ਦੈਟ, ਮੁੱਕ ਦੀ ਗੱਲ ਕੀ ਹੈ ਜੀ? ਕਹਿੰਦੇ ਫਾਰਮਾਸਿਊਟੀਕਲ ਕੰਪਨੀਜ਼ ਨੂੰ ਕੁੱਲ ਮਿਲਾ ਕੇ ਕਹਿੰਦੇ ਕੀ ਹੈ ਜੀ, ਇਹ ਇਨਵੈਸਟ ਕਰਦੀਆਂ ਮੋਰ ਇਨ ਮਾਰਕੀਟਿੰਗ। ਇਹ ਮਾਰਕੀਟਿੰਗ ਦੇ ਵਿੱਚ ਜ਼ਿਆਦਾ ਪੈਸਾ ਲਾਉਂਦੀਆਂ ਜੀ ਦੈਨ ਡੂ ਇਨ ਰਿਸਰਚ। ਰਿਸਰਚ ਦੇ ਵਿੱਚ ਨਹੀਂ ਇੰਨੀਆਂ ਲਾਉਂਦੀਆਂ, ਕੰਪੇਅਰ ਕੀਤਾ ਧਿਆਨ ਨਾਲ ਦੇਖੋ ਜੀ। ਰਿਸਰਚ ਵਿੱਚ ਨਹੀਂ ਉਹਨਾਂ ਪੈਸਾ ਲਾਉਂਦੀਆਂ ਜਿੰਨਾ ਇਹ ਮਾਰਕੀਟਿੰਗ ਚ ਲਾਉਂਦੀਆਂ, ਨਾ ਹੀ ਡਿਵੈਲਪਮੈਂਟ ਵਿੱਚ ਇੰਨਾ ਪੈਸਾ ਲਾਉਂਦੀਆਂ ਜੀ। The patients are the one who pays, ਤੇ ਪੇ ਕਿਹਨਾਂ ਨੂੰ ਕਰਨਾ ਪੈਂਦਾ? ਜਿਹੜੇ ਪੇਸ਼ੈਂਟ ਹੈ ਜੀ। ਕਹਿੰਦੇ ਜੀ ਜਿਹੜੇ ਆ ਸਕਾਈ ਰੌਕਟਿੰਗ ਯਾਨੀ ਕਿ ਪ੍ਰਸਕ੍ਰਿਪਸ਼ਨ ਜੋ ਪ੍ਰਾਈਸਿਸ ਹੈਗੇ ਆ, ਡਾਕਟਰਸ ਮੈਡੀਸਾਈਨ ਲਿਖ ਦਿੰਦਾ, ਇੰਨੀਆਂ ਮਹਿੰਗੀਆਂ ਹੁੰਦੀਆਂ ਵਾ ਜੀ, ਉਹ ਮੰਨ ਕੇ ਚੱਲੋ ਤਾਂ ਉਹ ਸਾਰੀਆਂ ਦੇ ਪ੍ਰਾਈਸ ਕਿਹਨੂੰ ਪੇ ਕਰਨੇ ਪੈਂਦੇ ਆ? ਡਾਕਟਰ ਨੂੰ। ਹਰ ਇੱਕ ਪੈਨ that is handed out ਜਿਹੜਾ ਦਿੱਤਾ ਗਿਆ, ਹਰ ਇੱਕ ਫ੍ਰੀ ਥੀਏਟਰ ਟਿਕਟ, ਹਰ ਇੱਕ ਡਿਨਰ ਜਿਹੜਾ ਦਿੱਤਾ ਗਿਆ ਡਾਕਟਰ ਨੂੰ, ਉਹਦੇ ਲਈ ਕੌਣ ਪੇ ਕਰਦਾ ਵਾ? ਉਹਦੇ ਲਈ ਲੋਕ ਕਰਦੇ ਆ ਜੀ, ਪੇਸ਼ੈਂਟ। ਡਰੱਗ ਕੰਪਨੀ ਨੂੰ ਪਤਾ ਕਿ ਜੇ ਅਸੀਂ ਡਾਕਟਰ ਨੂੰ ਜਾਨੀ ਕਿ ਫਲੋਰੀਡਾ ਦਾ ਟ੍ਰਿਪ ਦੇ ਵੀ ਦਿੱਤਾ ਤੇ ਸਾਡੀ ਡਰੱਗ ਜਿਹੜੀ ਹੈਗੀ ਆ ਉਹ ਡਾਕਟਰ ਨੇ ਪੇਸ਼ੈਂਟ ਤੋਂ ਨੂੰ ਲਿਖ ਕੇ ਦੇਣੀ, ਸਾਡੇ ਪੈਸੇ ਤਾਂ ਲੋਕਾਂ ਦੇ ਜ਼ਰੀਏ ਮੁੜੇ ਆਉਣੇ ਆ। ਡਰੱਗ ਕੰਪਨੀ ਦੀ ਪਲੈਨਿੰਗ ਕੀ ਹੁੰਦੀ ਹੈ ਕਿ ਸਾਡੇ ਪੈਸੇ ਤਾਂ ਲੋਕਾਂ ਦੇ ਜ਼ਰੀਏ ਮੁੜੇ ਆਉਣੇ ਆ, ਡਾਕਟਰ ਨੂੰ ਲਾਲਚ ਦੇ ਦਿਓ। ਡਾਕਟਰ ਜੇ ਫਲੋਰੀਡਾ ਗਿਆ ਤਾਂ ਕਿਹਨਾਂ ਦੀ ਵਜ੍ਹਾ ਕਰਕੇ ਗਿਆ? ਪੇਸ਼ੈਂਟ ਦੀ ਵਜ੍ਹਾ ਕਰਕੇ ਜੀ, ਲੋਕਾਂ ਦੀ ਵਜ੍ਹਾ ਕਰਕੇ, ਯਾਨੀ ਕਿ ਪਬਲਿਕ ਦੀ ਵਜ੍ਹਾ ਕਰਕੇ ਉਹ ਫਲੋਰੀਡਾ ਗਿਆ। ਪਬਲਿਕ ਦੀ ਵਜ੍ਹਾ ਕਰਕੇ ਉਹਦੇ ਜਿਹੜੇ ਹੱਥ ਵਿੱਚ ਉਹ ਪੈਨ ਫੜੇ ਆ, ਪਬਲਿਕ ਦੀ ਵਜ੍ਹਾ ਕਰਕੇ ਜਿਹੜੇ ਵੀ ਉਹ ਰੈਸਟੋਰੈਂਟ ਵਿੱਚ ਜਾ ਕੇ ਖਾਣਾ ਖਾ ਰਹੇ। ਲਾਸਟ ਵਿੱਚ ਜੇ ਆਪਾਂ ਫੈਕਟ ਦੇਖੀਏ ਤਾਂ ਫਾਰਮਾਸਿਊਟੀਕਲ ਕੰਪਨੀਜ਼ have right to make a profit, ਤੇ ਕਹਿੰਦੇ ਉਹਨਾਂ ਨੂੰ ਹੱਕ ਵੀ ਹੈ ਜੀ ਪੈਸਾ ਬਣਾਉਣ ਦਾ, and will continue to find new ways, ਤੇ ਨਵੇਂ ਰਾਸਤੇ ਉਹ ਲੱਭਦੇ ਰਹਿਣਗੇ ਆਪਣੀ ਸੇਲ ਕਰਵਾਉਣ ਦੇ। ਚਲੋ ਜੀ, ਮੈਨੂੰ ਧਿਆਨ ਨਾਲ ਜਾ ਕੇ ਦੱਸੋ ਜੀ ਹੁਣ ਕੀ ਲੱਗ ਰਿਹਾ?
ਮੈਨੂੰ ਧਿਆਨ ਨਾਲ ਦੱਸੋ ਜੀ ਕਿ ਕਿਹੜਾ ਲੱਗ ਰਿਹਾ ਜੀ। ਹਾਂਜੀ ਸਰ ਲਾਸਟ ਵਾਲਾ ਲਾਸਟ ਵਾਲਾ। ਹੁਣ ਮੈਨੂੰ ਸਾਰੇ ਜਣੇ ਖੁਦ ਦੱਸੋ ਕਿ ਜਿਹੜਾ ਆਹ ਵਾਲਾ ਹੈਗਾ ਮੈਂ ਇੱਥੇ ਕੱਢ ਕੇ ਲੈ ਜਾਵਾਂ ਜੀ। ਯੈਸ ਔਰ ਨੋ? ਪਿੱਛੇ ਕਿਹੜਾ ਰਹਿ ਗਿਆ ਜੀ? ਪਿੱਛੇ ਰਹਿ ਗਿਆ ਕੱਲਾ ਪੰਜਵਾਂ। ਯਾਨੀ ਕਿ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਖੁਦ ਬ ਖੁਦ ਸੋਲਵ ਹੋ ਜਾਂਦੀ ਆ ਜਦੋਂ ਤੁਸੀਂ ਗਾਂ 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 ਚੱਲਦੇ ਰਹਿੰਦੇ ਹੋ। ਬਸ ਉਹ ਪ੍ਰੋਬਲਮ ਖੁਦ ਬ ਖੁਦ ਸੌਰਟ ਆਊਟ ਹੋ ਜਾਂਦੀ, ਚਾਹੇ ਇਹਨੂੰ ਰੀਅਲ ਲਾਈਫ ਦੇ ਵਿੱਚ ਲਾ ਕੇ ਦੇਖ ਲਓ, ਚਾਹੇ ਇਹਨੂੰ ਰੀਡਿੰਗ ਦੇ ਉੱਪਰ ਲਾ ਕੇ ਦੇਖ ਲਓ। ਤਾਂ ਹੈਡਿੰਗ ਦੀ ਸਟ੍ਰੈਟਜੀ ਹੈ ਜੀ। ਹੈਡਿੰਗ ਦੀ ਪ੍ਰੋਬਲਮ ਖੁਦ ਸੌਰਟ ਆਊਟ ਹੋ ਸਕਦੀ ਹੁੰਦੀ ਹੈ। ਯਾਨੀ ਕਿ ਕਈ ਬੱਚੇ ਮੈਂ ਬੜੇ ਕਹਿੰਦੇ ਸੁਣੇ ਆ ਕਿ ਸਰ ਤੀਜਾ ਵੀ ਲੱਗ ਰਿਹਾ, ਛੇਵਾਂ ਵੀ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਪ੍ਰੋਬਲਮ ਕਿੱਥੇ ਆ? ਜੇ ਤੁਹਾਨੂੰ ਤੀਜਾ ਲੱਗ ਰਿਹਾ ਲਾ ਦੋ, ਛੇਵਾਂ ਲੱਗ ਰਿਹਾ ਲਾ ਦੋ, ਨੋ ਵਰੀ, ਤੁਸੀਂ ਗਾਂ ਚੱਲੋ ਨਾ। ਤੁਸੀਂ ਕਿਉਂ ਰੁਕ ਰਹੇ ਹੋ? ਜੇ ਤੁਹਾਨੂੰ 2 ਲੱਗ ਰਹੇ ਆ ਤੁਸੀਂ ਕਿਉਂ ਪੌਜ਼ ਲਿਆ? ਤੁਸੀਂ ਦੁਬਾਰਾ ਕਾਹਤੋਂ ਪੜ੍ਹਨ ਗਏ ਹੋ? ਜੋ ਤੁਹਾਨੂੰ ਤੀਜਾ ਤੇ ਛੇਵਾਂ ਲੱਗ ਰਿਹਾ ਵਾ, ਤੁਸੀਂ ਤੀਜਾ ਤੇ ਛੇਵਾਂ ਮਾਰਕ ਕਰਨਾ, ਤੁਹਾਡੀ ਡਿਊਟੀ ਹੈ। ਹੁਣ ਤੁਸੀਂ ਅੱਗੇ ਚੱਲੋ ਜੀ। ਹੁਣ ਤੁਸੀਂ ਮੈਨੂੰ ਕਿਹਾ ਕਿ ਹੁਣ ਮੈਨੂੰ 1 ਸਟੂਡੈਂਟ ਨੇ ਕਿਹਾ ਕਿ ਸਰ 5th, ਦੂਸਰੇ ਨੇ ਕਿਹਾ ਜੀ 10। ਹੁਣ ਮੈਂ 1 ਸਟੂਡੈਂਟ ਨੂੰ ਕਨਵਿੰਸ ਕਰਾਂ, ਦੂਸਰੇ ਨੂੰ ਮੈਂ ਜਾਨੀ ਕਿ ਨਾਰਾਜ਼ ਕਰਾਂ, ਮੈਂ ਜਾਨੀ ਕਿ ਇਹ ਚੀਜ਼ ਨਹੀਂ ਕਰ ਸਕਦਾ। ਮੈਂ 5ਵਾਂ ਵੀ ਲਾਤਾ, ਮੈਂ 10ਵਾਂ ਵੀ ਲਾਤਾ। ਹੁਣ ਉਹ ਸੇਮ ਬੱਚਾ ਹੀ ਮੈਨੂੰ ਕਹਿ ਰਿਹਾ ਕਿ ਹਾਂਜੀ ਸਰ ਤੁਸੀਂ ਦੂਸਰਾ ਤੁਸੀਂ 10ਵਾਂ ਨੀਚੇ ਲੈ ਆਓ। ਸੇਮ ਬੱਚੇ ਨੇ ਕਹਿਣਾ ਉਹਨੇ ਕਿ 10ਵਾਂ ਨੀਚੇ ਲੈ ਆਓ। ਤਾਂ ਕਰਕੇ ਤੁਹਾਡੀ ਪ੍ਰੋਬਲਮ ਖੁਦ ਬ ਖੁਦ ਸੌਰਟ ਆਊਟ ਹੋਊਗੀ। ਤੁਸੀਂ ਬਸ ਗਾਂ ਦੀ ਗਾਂ ਚੱਲਦੇ ਰਹਿਣਾ, ਉੱਥੇ ਟਾਈਮ ਨਹੀਂ ਵੇਸਟ ਕਰਨਾ ਆਪਾਂ। ਲੱਗਿਆ ਪਤਾ ਸਾਰਿਆਂ ਨੂੰ? ਯੈਸ ਔਰ ਨੋ ਦੱਸ ਦਿਓ। ਹਾਂਜੀ ਸਰ। ਠੀਕ ਹੈ ਜੀ। ਤਾਂ ਇਹ ਆਪਣੀਆਂ ਅੱਜ ਆਪਾਂ ਚਲੋ ਫਿਲਹਾਲ ਹੈਡਿੰਗ ਸੀ